ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਡਾਕਟਰ ਕਿਰਪਾਲ ਸਿੰਘ। ਸਾਡੇ ਪ੍ਰੋਗਰਾਮ ਦਾ ਨਾਂ ਹੈ ਟਿਪਸ ਫॉर ਗੁੱਡ ਲਾਈਫ, ਸੁਖੇਰੇ ਜੀਵਨ ਦੇ ਰਾਜ਼। And we're thankful to Voice of Manavta TV News and Sir Meghraj Singh for this opportunity to discuss and present our program. Welcome to all our audience and our presenters. ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ, ਸਲਾਮ, ਸਤਿ ਸ੍ਰੀ ਅਕਾਲ, ਨਮਸਤੇ, ਜੋ ਵੀ ਤੁਹਾਡਾ ਪਿਛੋਕੜ ਹੋਵੇ ਪ੍ਰਵਾਨ ਕਰਨਾ। So please subscribe to our program if you're not already doing it, and any recommendations are also most welcome. Pass on to Sardar Meghraj Singh. Today, and also please note that the views expressed during this program are strictly of speakers, and this is not the official policy of Voice of Manavta. And my co-anchor is Sardar Principal Dharam Singh ji. Our topic is ਅੱਜ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾ ਹੁਣ ਦਾ ਇਹਨਾਂ ਦੀ life and legacy after Guru Gobind Singh ji passed away, as well as during his lifetime. And from there we will march into the missal period. If you recall, we talked about the martyrdom of Baba Banda Singh Bahadur during our last two episodes. Today, if we recall the siege of Anandpur Sahib, after that the Parvar Vichoda, and then how the family was split into three ways. Part of them went to under Guru Gobind Singh Sahib, went to the toward Chamkaur, and Chote Sahibzade went with Gangu, and Bhai Mani Singh ji escorted the Mata Sundari and Mata Sahib Kaur to Delhi. So more details we will be discussing in the program, and here we will start with, initially I will ask Principal Dharam Singh Honi to start from the Parvar Vichoda situation. Ki hoya us waqt? Gyani Dharam Singh ji. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਦੋਂ 1704 ਸੰਨ ਦੇ ਵਿੱਚ ਕਈ ਮਹੀਨਿਆਂ ਦੇ ਘੇਰੇ ਤੋਂ ਬਾਅਦ ਜਿਹੜੇ ਪਹਾੜੀ ਰਾਜੇ ਤੇ ਔਰੰਗਜ਼ੇਬ ਦੀਆਂ ਜਿਹੜੀਆਂ ਫੌਜਾਂ ਮੁਸਲਮਾਨ ਜਰਨੈਲ ਸਾਰਿਆਂ ਵੱਲੋਂ ਹਰ ਤਰ੍ਹਾਂ ਦੇ ਹੀਲੇ ਕਰਕੇ ਵੀ ਗੁਰੂ ਸਾਹਿਬ ਜੀ ਨੂੰ ਪਰਾਜਿਤ ਨਹੀਂ ਕਰ ਸਕੇ, ਤੇ ਉਹਨਾਂ ਨੂੰ ਉੱਪਰੋਂ ਤਾੜਨਾ ਹੁੰਦੀ ਸੀ ਕਿ ਤੁਸੀਂ ਇੱਕ ਗੁਰੂ ਸਾਹਿਬਾਂ ਨੂੰ ਇੱਕ ਧਾਰਮਿਕ ਫਕੀਰ ਹੀ ਸਮਝਿਆ ਜਾਂਦਾ ਸੀਗਾ ਵੀ ਇੱਕ ਛੋਟੇ ਜਿਹੇ ਡੇਰੇ ਦੇ ਜਿਹੜੇ ਆ ਉਹਨਾਂ ਨੂੰ ਤੁਸੀਂ ਵੀ ਜਿੱਤ ਨਹੀਂ ਸਕੇ। ਤੇ ਉਹਨਾਂ ਨੇ ਫਿਰ ਗੁਰੂ ਸਾਹਿਬ ਜੀ ਦੇ ਕੋਲ ਬੇਨਤੀਆਂ ਭੇਜੀਆਂ ਕਈ ਤਰ੍ਹਾਂ ਦੇ, ਇੱਥੋਂ ਤੱਕ ਕਿ ਗੁਰੂ ਸਾਹਿਬ ਜੀ ਦੇ ਸਿੱਖ ਜਿਹੜੇ ਸੀਗੇ ਉਹ ਵੀ ਕਈ ਮਹੀਨਿਆਂ ਤੋਂ ਲਗਾਤਾਰ ਲੜਦੇ, ਅੰਦਰੋਂ ਆਂਦਾਣਾ ਵੀ ਖਤਮ ਹੋ ਚੁੱਕਾ ਸੀਗਾ, ਜ਼ਖਮੀ ਵੀ ਸੀਗੇ ਸਿੰਘ, ਭੁੱਖਾਂ ਦੇ ਦੁੱਖ ਕਈ ਤਰ੍ਹਾਂ ਦੇ, ਤੇ ਉਹ ਗੁਰੂ ਸਾਹਿਬ ਜੀ ਨੂੰ ਕਹਿੰਦੇ ਸੀ ਵੀ ਇਹਨਾਂ ਦਾ ਮੰਨ ਲਈਏ, ਤੇ ਸਤਿਗੁਰੂ ਜੀ ਉਹਨਾਂ ਨੂੰ ਸਮਝਾਉਂਦੇ ਰਹੇ। ਅਖੀਰ ਤੇ ਆ ਕੇ ਉਹਨਾਂ ਨੇ ਕਹਿੰਦੇ ਨੇ ਕਿ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਆਟੇ ਦੀ ਗਊ ਬਣਾ ਕੇ ਤੇ ਉਹਦੀ ਸਹੁੰ ਖਾਧੀ ਕਿ ਅਸੀਂ ਗਊ ਦੀ ਸਹੁੰ ਖਾ ਕੇ ਕਹਿੰਦੇ ਆ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਤੇ ਤੁਸੀਂ ਜਿੱਧਰ ਮਰਜ਼ੀ ਮੌਜ ਨਾਲ ਜਾ ਸਕਦੇ ਹੋ, ਤੇ ਇੱਕ ਵਾਰ ਕਿਲ੍ਹਾ ਖਾਲੀ ਕਰ ਦਿਓ। ਉੱਧਰੋਂ ਜਿਹੜੇ ਮੁਸਲਮਾਨ ਜਰਨੈਲ ਸੀ ਉਹਨਾਂ ਨੇ ਕੁਰਾਨ ਸ਼ਰੀਫ ਦੀ ਸਹੁੰ ਖਾ ਕੇ ਤੇ ਇਹ ਵਾਅਦਾ ਕੀਤਾ, ਤੇ ਗੁਰੂ ਸਾਹਿਬ ਜੀ ਨੇ ਇੱਕ ਉਹਨਾਂ ਦੇ ਯਕੀਨ ਗੁਰੂ ਸਾਹਿਬ ਨੂੰ ਨਹੀਂ ਸੀ, ਪਰ ਸਿੱਖਾਂ ਦਾ ਜਿਹੜਾ ਸੀਗਾ ਸਾਰਿਆਂ ਦੀ ਬਹੁਤ ਸੰਮਤੀ ਦੇ ਅੱਗੇ ਗੁਰੂ ਸਾਹਿਬ ਜੀ ਨੇ ਕਿਲ੍ਹੇ ਨੂੰ ਖਾਲੀ ਕੀਤਾ। ਜਦੋਂ ਉੱਥੋਂ ਕਿਲ੍ਹੇ ਤੋਂ ਨਿਕਲੇ ਆ ਤੇ ਉਹਨਾਂ ਨੇ ਫਿਰ ਹੱਲੇ ਬੋਲ ਦਿੱਤੇ, ਤੇ ਪਰਿਵਾਰ ਵਿਛੋੜਾ ਜਿਹੜਾ ਹੈਗਾ ਸਰਸਾ ਨਦੀ ਦਾ ਕੰਢਾ ਆ, ਉੱਥੇ ਜਾ ਕੇ ਜੱਗ ਹੁੰਦਾ ਆ। ਬਰਸਾਤ ਹੋਣ ਕਰਕੇ ਪਹਾੜਾਂ ਦੇ ਵਿੱਚੋਂ ਉਸ ਨਦੀ ਦੇ ਵਿੱਚ ਅੱਜ ਕੱਲ੍ਹ ਤੋਂ ਸੁੱਕੀ ਜੀ ਰਹਿੰਦੀ ਆ, ਪਾਣੀ ਕੋਈ ਖਾਸ ਨਹੀਂ ਗਾ ਸਰਸਾ 'ਚ, ਪਰ ਉਦੋਂ ਹੜ੍ਹ ਆਇਆ ਹੋਇਆ ਸੀਗਾ। ਤੇ ਮੈਂ ਇੱਥੇ ਇੱਕ ਛੋਟੀ ਜਿਹੀ ਗੱਲ ਦੱਸ ਦਿੰਦਾ ਕਿ ਸ਼ਾਇਦ ਅੱਜ ਉਸ ਨਦੀ ਨੂੰ ਵੇਖ ਕੇ ਕੋਈ ਯਕੀਨ ਨਾ ਕਰੇ ਕਿ ਇੰਨਾ ਹੜ੍ਹ ਆ ਸਕਦਾ। ਇੱਕ ਵਾਰ ਨਾਲਾਗੜ੍ਹ ਨੂੰ ਜਾਂਦਿਆਂ ਰਸਤੇ ਦੇ ਵਿੱਚ ਉਹ ਸਰਸਾ ਦੇ ਇੱਕ ਬੱਸ ਜਿਹੜੀ ਆ ਉਹ ਰੁੜ ਗਈ ਸੀਗੀ, ਇੰਨਾ ਪਾਣੀ ਜ਼ੋਰ ਦਾ ਹੁੰਦਾ ਕਿਉਂਕਿ ਪਹਾੜੀ ਉੱਪਰੋਂ ਆਉਂਦੀ ਤੇਜ਼ ਪਾਣੀ, ਤੇ ਉੱਥੋਂ ਬਹੁਤ ਸਾਰੇ ਜਿਹੜੇ
ਤਿੰਨਾਂ ਹਿੱਸਿਆਂ 'ਚ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਪਰਿਵਾਰ ਵੰਡਿਆ ਜਾਂਦਾ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਜਿਹੜੇ ਆ ਉਹ ਪਰਿਵਾਰ ਨਾਲੋਂ ਅਲੱਗ ਹੋ ਜਾਂਦੇ ਨੇ। ਗੁਰੂ ਸਾਹਿਬ ਜੀ ਤੇ ਕੁਝ ਸਿੱਖ ਜਿਹੜੇ ਆ ਉਹ ਪਹੁੰਚ ਜਾਂਦੇ ਆ ਉੱਥੇ ਚਮਕੌਰ ਸਾਹਿਬ ਵੱਲ ਨੂੰ। ਤੇ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਦੇ ਕੌਰ ਜੀ ਜਿਹੜੇ ਨੇ ਇਹ ਦਸਮ ਪਾਤਸ਼ਾਹ ਜੀ ਦੇ ਪਹਿਲੋਂ ਹੀ ਬਣਾਏ ਨਿਯਮ ਆਪਣੇ ਪਲਾਨਿੰਗ ਦੇ ਅਨੁਸਾਰ ਭਾਈ ਮਨੀ ਸਿੰਘ ਜੀ ਦੇ ਨਾਲ ਉਹ ਦਿੱਲੀ ਵੱਲ ਨੂੰ ਚਲੇ ਜਾਂਦੇ ਨੇ। ਉਹਦਾ ਕਾਰਨ ਮੈਂ ਇਹ ਸਮਝਦਾ ਹਾਂ ਕਿ ਜਦੋਂ ਜੰਗਾਂ ਯੁੱਧਾਂ ਦਾ ਮੌਕਾ ਹੁੰਦਾ ਹੈ ਉਸ ਵਕਤ ਸਭ ਤੋਂ ਵੱਧ ਇੱਜ਼ਤ ਮਾਣ ਜਿਹੜਾ ਹੁੰਦਾ ਆ ਉਹ ਬੀਬੀਆਂ ਦਾ ਹੁੰਦਾ ਆ। ਤੇ ਭਾਈ ਮਨੀ ਸਿੰਘ ਜੀ ਦੀ ਸਪੁਰਦਗੀ ਸੀ, ਉਹ ਉਹਨਾਂ ਨੂੰ ਲੈ ਕੇ ਤੇ ਦਿੱਲੀ ਚਲੇ ਜਾਂਦੇ ਨੇ। ਤੇ ਇਸ ਤਰ੍ਹਾਂ ਕਰਕੇ ਫਿਰ ਚਮਕੌਰ ਦਾ ਯੁੱਧ ਹੁੰਦਾ ਅਗਲਾ ਜਿਹੜਾ ਆਪਾਂ ਸਾਰੇ ਜਾਣਦੇ। ਥੈਂਕ ਯੂ ਗਿਆਨੀ ਜੀ। ਆਪਣੇ ਗਿਆਨੀ ਸੁੱਚਾ ਸਿੰਘ ਜੀ ਤੁਸੀਂ ਦੱਸੋ ਕਿ ਬਈ ਇਹ ਜਦੋਂ ਮਤਾਵਾਂ ਪਹੁੰਚ ਜਾਂਦੀਆਂ ਨੇ ਦਿੱਲੀ ਤੇ ਜਿਸ ਸੇਫਟੀ ਦੇ ਵਿੱਚ ਉਹ ਜਾਂਦੀਆਂ ਨੇ, ਮੈਨੂੰ ਹੈਰਾਨਗੀ ਲੱਗਦੀ ਹੈ ਕਿ ਵੀ ਉੱਥੇ ਜਿਸ ਹਿਸਾਬ ਨਾਲ ਵਿਰੋਧਤਾ ਹੋ ਰਹੀ ਹੈ ਵੀ ਉਹਨਾਂ ਦੀ ਉੱਥੇ ਕਿਹਨੇ ਰੱਖਿਆ ਕੀਤੀ ਹੋਣੀ ਹੈ, ਕਿਵੇਂ ਉਹਨਾਂ ਦੀ ਮਤਲਬ ਸਾਰੇ ਪਾਸੇ ਤਾਂ ਇੰਨੀ ਵਿਰੋਧਤਾ ਹੋ ਰਹੀ ਹੈ, ਮਹਾਰਾਜ ਦੇ ਮਗਰ ਲੱਗੇ ਹੋਏ ਨੇ। ਸਰਕਮਸਟੈਂਸਸ ਜਿਸ ਹਿਸਾਬ ਨਾਲ ਉੱਥੇ ਸੀਗੇ, ਇਟ ਸੀਮਸ ਅਮੇਜ਼ਿੰਗ ਕਿ ਬਈ ਉਹ ਦਿੱਲੀ ਦੇ ਵਿੱਚ ਉਹ ਸੁਰੱਖਿਅਤ ਰਹਿ ਸਕਣਗੇ। ਕੀ ਖਿਆਲ ਹੈ ਤੁਹਾਡਾ? ਬਿਲਕੁਲ ਜੀ, ਤੁਹਾਡੀ ਗੱਲ ਇਹ ਵੀ ਠੀਕ ਹੈ ਕਿ ਦੇਖੋ ਆਫਟਰ ਆਲ ਇਤਿਹਾਸ ਹੈ ਜੀ। ਇਤਿਹਾਸ ਦਾ ਸਾਡੇ ਵਿੱਚ ਜਿੱਦਾਂ ਰਲਾ ਮਿਲਾ ਇੰਨਾ ਹੋ ਚੁੱਕਾ ਕਿ ਸਾਨੂੰ ਅਸਲੀਅਤ ਦਾ ਤੇ ਪਤਾ ਨਹੀਂ ਜੀ। ਜੋ ਅਸੀਂ ਸੁਣਦੇ ਹਾਂ, ਜੋ ਅਸੀਂ ਪੜ੍ਹਦੇ ਹਾਂ, ਜੋ ਵੀ ਰਿਸੋਰਸਿਸ ਸਾਡੇ ਕੋਲ ਹੈਗੇ ਉਹਨਾਂ ਦੇ ਬਣਾ ਤੇ ਅਸੀਂ ਗੱਲ ਕਰਦੇ ਹਾਂ ਜੀ। ਵੀ ਇਹ ਇੰਨਾ ਹੁਣ ਤੱਕ ਤੇ ਇਹੋ ਹੀ ਕਿਹਾ ਜਾਂਦਾ ਕਿ ਉਹ ਚਲੇ ਗਏ, ਜਿਸ ਤਰ੍ਹਾਂ ਭਾਈ ਧਰਮ ਸਿੰਘ ਜੀ ਹੋਰਾਂ ਨੇ ਦੱਸਿਆ। ਤੇ ਜਿਹੜੀ ਗੱਲ ਹੈ ਅਸਲ ਦੇ ਵਿੱਚ ਇਹ ਹੈਗੀ ਕਿ ਵੀ ਜਾਣੀ ਜੇ ਅਸੀਂ ਵਿਚਾਰਦੇ ਹਾਂ ਕਿ ਉਹਨਾਂ ਨੇ ਜਿਹੜੀ ਕਿਸ ਤਰ੍ਹਾਂ ਅਗਵਾਈ ਕੀਤੀ, ਉਹ ਵੀ ਪੱਖ ਜਿਹੜਾ ਥੋੜਾ ਜਿਹਾ ਇਸ ਤਰ੍ਹਾਂ ਜਿੱਦਾਂ ਨਾ ਸ਼ੱਕੀ ਜਿਹਾ ਲੱਗਣ ਲੱਗ ਪੈਂਦਾ ਕਿ ਗੁਰੂ ਮਹਾਰਾਜ ਨੇ ਜਿਹੜੀ ਬਾਗਡੋਰ ਹੈ ਪੰਥ ਦੀ, ਉਹ ਤੇ ਦਿੱਤੀ ਸੀ ਪੰਜਾਂ ਦੇ ਹੱਥ ਦੇ ਵਿੱਚ। ਤੇ ਉਹ ਫਿਰ ਫੈਸਲੇ ਲੈਣ ਦਾ ਹੱਕ ਜਿਹੜਾ ਮਾਤਾ ਜੀ ਨੂੰ ਕਿਸ ਤਰ੍ਹਾਂ ਮਿਲ ਜਾਂਦਾ ਫਿਰ। ਤਾਂ ਇਹ ਵੀ ਗੱਲਾਂ ਥੋੜ੍ਹੀ ਜਿਹੀਆਂ ਵਿਚਾਰ ਦੇ ਵਿੱਚ ਆ ਜਾਂਦੀਆਂ। ਬਟ ਸੇਫਟੀ ਦਾ ਜਿਹੜਾ ਜਿੱਥੇ ਤੱਕ ਹੈਗਾ, ਦੇਖੋ ਭਾਈ ਮਨੀ ਸਿੰਘ ਜੀ, ਇੱਕ ਹੋਰ ਵੀ ਭਾਈ ਧੰਨਾ ਸਿੰਘ ਜੀ ਦਾ ਵੀ ਨਾਂ ਆਉਂਦਾ ਹੈ। ਤੇ 5 ਸਿੰਘ ਦੱਸਦੇ ਆ ਕਿ 5 ਸਿੰਘ ਉੱਥੇ ਗਏ ਆ ਨਾਲ, ਕਈ 3 ਦੱਸਦੇ, ਕਈ 5 ਦੱਸਦੇ ਆ। ਤੇ ਹੁਣ ਇੰਨੇ ਸਿੰਘ ਜੇਕਰ ਹੈਗੇ ਤੇ ਆਮ ਸ਼ੋਰ ਕਿ ਇਹ ਤਾਂ ਹੈ ਨੀਗਾ ਸਿੱਧੇ ਰਸਤੇ ਕਿਸੇ ਗਏ ਹੋਣਗੇ, ਲੁਕਦੇ ਲੁਕਾਉਂਦੇ ਪਹੁੰਚੇ ਹੋਣਗੇ, ਟਾਈਮ ਲੱਗਿਆ ਹੋਏਗਾ, ਕੁਝ ਦਿਨ ਲੱਗੇ ਹੋਣਗੇ ਉਸ ਤੱਕ ਪਹੁੰਚਣ ਨੂੰ। ਤੇ ਉੱਥੇ ਜਾ ਕੇ ਵੀ ਸੁਰੱਖਿਆ ਜਿਹੜੀ ਹੈ ਭਾਈ ਮਨੀ ਸਿੰਘ ਜੀ ਵਰਗੇ ਮਹਾਂਪੁਰਖ ਇਹਨਾਂ ਨੇ ਜਿਹੜੀ ਮੁਹੱਈਆ ਕੀਤੀ ਹੋਣੀ ਹੈ ਸੁਰੱਖਿਆ, ਜਿਸ ਇਹੋ ਇਤਿਹਾਸ ਹੈ। ਤੇ ਉਹ ਪਾਰਟ ਤਾਂ ਮੇਰਾ ਖਿਆਲ ਹੈ ਕਿ ਵੀ ਇੰਨਾ ਨਹੀਂ ਹੁੰਦਾ। ਦੂਸਰੇ ਪਾਸੇ ਜਿਹੜਾ ਛੋਟੇ ਸਾਹਿਬਜ਼ਾਦੇ ਜਾਂ ਮਾਤਾ ਜੀ, ਮਾਤਾ ਗੁਜਰੀ ਜੀ, ਤਾਂ ਉਹਨਾਂ ਦੀ ਸ਼ਹੀਦੀ ਹੋ ਗਈ। ਉਸ ਤੋਂ ਬਾਅਦ ਫਿਰ ਜਿਹੜੀ ਹੈ ਸਰਕਾਰ ਹੈ ਉਹ ਵੀ ਇੱਕ ਵੱਡਾ ਕਾਰਾ ਕਰਨ ਤੋਂ ਬਾਅਦ ਫਿਰ ਉਹ ਵੀ ਡਰੀ ਹੋਈ ਹੁੰਦੀ ਹੈ ਕੁਝ ਸਮੇਂ ਦੇ ਵਾਸਤੇ ਕਿ ਸਾਤੋਂ ਬਹੁਤ ਵੱਡੀ ਗਲਤੀ ਹੋ ਗਈ। ਤੇ ਜੇ ਗਲਤੀ ਨਹੀਂ ਤੇ ਮਤਲਬ ਐਟਲੀਸਟ ਰਿਵੋਰਡ ਦਾ ਤੇ ਡਰ ਹੁੰਦਾ ਹੀ ਹੈ ਨਾ ਜੀ। ਤੇ ਉਸ ਵਾਸਤੇ ਹੋ ਸਕਦਾ ਕਿ ਜਿਹੜਾ ਦੂਸਰੇ ਇਸ ਪਾਸੇ ਵੱਲ ਉਹਨਾਂ ਨੇ ਫਿਰ ਨਾ ਸੋਚਿਆ ਹੋਵੇ ਜਾਂ ਸਮਾਂ ਦੇਣਾ ਚਾਹੁੰਦੇ ਹੋਣ ਕਿ ਵੀ ਹਾਲੀ ਜਿਹੜਾ ਇਸ ਪਾਸੇ ਨੂੰ ਅਟੈਕ ਨਾ ਕੀਤਾ ਜਾਵੇ। ਇਹ ਵੀ ਹੋ ਸਕਦਾ। ਥੈਂਕ ਯੂ ਜੀ। ਤੁਹਾਡਾ ਕੀ ਖਿਆਲ ਹੈ ਆਪਣੇ ਡਾਕਟਰ ਵਾਸੂ, ਤੁਹਾਡੀ ਸਟੱਡੀ ਅਨੁਸਾਰ ਕਿਸ ਤਰ੍ਹਾਂ ਸਿਚੁਏਸ਼ਨ ਸੀ ਉੱਥੇ? ਗੱਲ ਇਹ ਜੀ ਵੀ 1706 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨ ਕੇ ਤੇ ਉਹ ਦਿੱਲੀ ਚਲੇ ਗਏ ਮਾਤਾ ਜੀ। ਤੇ ਦੱਖਣ ਜਾਣ ਲੱਗੇ ਗੁਰੂ ਗੋਬਿੰਦ ਸਿੰਘ ਜੀ, ਤੇ ਮਾਤਾ ਜੀ ਨੇ ਕਿਹਾ ਮੈਂ ਵੀ ਨਾਲ ਜਾਣਾ। ਤੇ ਗੁਰੂ ਜੀ ਨੇ ਪ੍ਰੇਰਿਆ ਵੀ ਤੁਸੀਂ ਇੱਥੇ ਹੀ ਰਹੋ। ਉਹਨਾਂ ਦਾ ਇੱਕ ਭਾਈ ਸੰਤੋਖ ਸਿੰਘ ਜੀ ਨੇ ਸ਼ਾਇਦ ਜ਼ਿਕਰ ਕੀਤਾ ਹੈ, ਮਾਤਾ ਕਹਿਣ ਲੱਗੀ ਮੈਂ ਅਤ ਦੁਖੀ ਨਿਕਟ ਤੁਮ ਰਹੀ, ਮੈਂ ਤੁਹਾਡੇ ਨੇੜੇ ਰਹਿ ਕੇ ਬੜਾ ਦੁੱਖ ਝੇਲਿਆ। ਇੱਕ ਪੁੱਤਰ ਤਿਸ ਵੀ ਮਿਰਤ ਲਈ, ਇੱਕ ਪੁੱਤਰ ਸੀ ਉਹ ਵੀ ਗਵਾ ਬੈਠੀ। ਕਿਸ ਅਲੰਭ ਮੈਂ ਜਾਉ ਗੁਸਾਈ, ਬਿਫਰ ਇਕੱਲੀ ਰਹਿ ਇਸ ਥਾਈ। ਹੁਣ ਮੈਂ ਇਕੱਲੀ ਕਿਵੇਂ ਰਵਾਂ? ਤੇ ਉਹਨੇ ਆਪਣੇ ਇਹ ਕੱਲ ਨੂੰ ਦੂਰ ਕਰਨ ਲਈ ਇੱਕ ਅਜੀਤ ਸਿੰਘ ਨਾਮ ਦਾ ਨੌਜਵਾਨ ਸੀ, ਉਹਨੂੰ ਗੋਦ 'ਚ ਲੈ ਲਿਆ ਬੱਚੇ ਨੂੰ, ਅਜੀਤ ਸਿੰਘ ਨੂੰ। ਉਹਨੇ ਕਿਹਾ ਚਲੋ ਕੁਛ ਕੱਲ ਮੇਰੀ ਇਸ ਤਰ੍ਹਾਂ ਗੁਜ਼ਰੇਗੀ। ਪਰ ਉਹ ਪ੍ਰੋਬਲਮ ਬਣੀ ਇਹ ਕਿ ਜਦੋਂ ਗੁਰੂ ਸਾਹਿਬ ਦੁਨੀਆ ਤੋਂ ਚਲੇ ਗਏ, ਉਹ ਜਿਹੜਾ ਅਜੀਤ ਸਿੰਘ ਨੂੰ ਕਿਤੇ ਆਪਣੇ ਕੇਸਾਂ ਨੂੰ ਕਤਲ ਕਰਵਾ ਲਿਆ।
ਤੇ ਉਹ ਵੀ ਮਾਤਾ ਜੀ ਦਾ ਜਿਹੜਾ ਇੱਕ ਆਸਰਾ ਬਣਾਇਆ ਸੀ। ਤੇ ਮਾਤਾ ਜੀ ਨੇ ਉਸ ਨੂੰ ਕਿਹਾ ਤੂੰ ਨੀਚ ਹੈ, ਤੂੰ ਮੇਰੇ ਮੂੰਹ ਨਾ ਲੱਗੀ। ਇੱਕ ਗੱਲ ਇੱਥੋਂ ਪਤਾ ਲੱਗਦੀ ਹੈ ਕਿ ਮਾਤਾ ਜੀ ਸਿੱਖ ਰਹਿਤ ਮਰਜ਼ਾਦਾ 'ਚ ਬੜੇ ਪਰਪੱਕ ਸਨ। ਉਹਨਾਂ ਨੇ ਆਪਣੇ ਗੋਦਲੇ ਪੁੱਤਰ ਨੂੰ ਛੇਕ ਦਿੱਤਾ। ਇਸ ਤਰ੍ਹਾਂ ਬੰਦਈ ਤੇ ਤਤ ਖਾਲਸੇ ਦਾ मैं थोड़ी देर में ले लेता अपना ਦਰਬਾਰ गरम ਸਾਹਿਬ ਜਦੋਂ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਲੈਣਾ ਚਾਹੁੰਦੇ ਸਨ ਦੋ ਧੜੇ, ਬੰਦਈ ਕਹਿਣ ਅਸੀਂ ਪ੍ਰਬੰਧਕ ਬਣਨਾ ਤੇ ਤਤ ਖਾਲਸੇ ਵਾਲੇ, ਉਦੋਂ ਮਾਤਾ ਜੀ ਨੇ ਭਾਈ ਮਨੀ ਸਿੰਘ ਨੂੰ ਪ੍ਰਬੰਧਕ ਥਾਪ ਦਿੱਤਾ ਗੁਰਦੁਆਰਾ ਦਰਬਾਰ ਸਾਹਿਬ ਦਾ। ਤੇ ਉਹਨਾਂ ਦੇ ਰਾਹੀਂ ਫਿਰ ਉਹ ਜਿਹੜੀ ਪਰਚੀਆਂ ਪਾਉਣ ਦੀ ਗੱਲ ਹੈ, ਫਤਿਹ ਦਰਸ਼ਨ ਇੱਕ ਪਰਚੀ ਤੇ ਲਿਖ ਦਿੱਤਾ, ਉਹ ਬੰਦਾ ਬਹਾਦਰ ਦੀ ਪਰਚੀ ਸੀ। ਤੇ ਤਤ ਖਾਲਸੇ ਤੇ ਲਿਖਤਾ ਵਾਹਿਗੁਰੂ ਜੀ ਕੀ ਫਤਿਹ। ਉਹ ਜਦੋਂ ਸਲਿੱਪ ਜਿਹੜੀ ਹੈ ਵਾਹਿਗੁਰੂ ਜੀ ਕੀ ਫਤਿਹ ਵਾਲੀ ਤਾਰ ਆਈ ਤੇ ਇਸ ਤਰ੍ਹਾਂ ਇਹ ਮਸਲਾ ਵੀ ਜਿਹੜਾ ਹੱਲ ਕਰਵਾਇਆ। ਔਰ ਇੱਕ ਮਾਤਾ ਜੀ ਬਾਰੇ ਇਹ ਆਉਂਦਾ ਹੈ ਕਿ ਉਸ ਵੇਲੇ ਜਿਹੜੇ ਡੇਰੇਦਾਰ ਗੁਰੂ ਅਖਵਾਉਣ ਲੱਗ ਗਏ ਸੀ, ਸੋਢੀ ਗੁਲਾਬ ਰਾਏ, ਅਜੇਪਾਲ ਸਿੰਘ ਤੇ ਅਜੀਤ ਸਿੰਘ ਵੀ ਇਹਨਾਂ ਦਾ ਜਿਹੜਾ ਪੁੱਤਰ ਸੀ, ਇਹ ਗੁਰੂ ਅਖਵਾਉਣ ਵਾਲਿਆਂ ਦੇ ਉਹਨਾਂ ਬੜਾ ਵਿਰੋਧ ਕੀਤਾ। ਇੱਕ ਮਾਤਾ ਸੁੰਦਰੀ ਦਾ ਬੜਾ ਵੱਡਾ ਯੋਗਦਾਨ ਹੈ। ਜੱਸਾ ਸਿੰਘ ਆਹਲੂਵਾਲੀਆ ਨੇ ਉਹਨਾਂ ਨੂੰ ਪਾਲਿਆ, ਕਿਉਂਕਿ ਜੱਸਾ ਸਿੰਘ ਆਹਲੂਵਾਲੀਆ ਦਾ ਜਿਹੜਾ ਜਨਮ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਅਸ਼ੀਰਵਾਦ ਦੁਆਰਾ ਹੋਇਆ ਸੀ। ਤੇ ਮਾਤਾ ਸੁੰਦਰੀ ਦੇ ਘਰ ਚਲੀ ਗਈ ਮਾਤਾ ਜਿਹੜੀ ਹੈ ਜੱਸਾ ਸਿੰਘ ਦੀ, ਤੇ ਉਹ ਕੀਰਤਨ ਕਰਦੀ ਹੁੰਦੀ ਸੀ। ਉਹ ਸਮਾਂ ਸੀ ਕਤਲੇਆਮਾਂ ਦਾ, ਜਦੋਂ ਕਿ ਨਾਦਰ ਦੇ ਹੱਲੇ ਹੁੰਦੇ ਸਨ। ਉਹਨਾਂ ਦਿਨਾਂ 'ਚ ਕੀਰਤਨ ਕਰਦੀ ਸੀ ਤੇ ਬੱਚੇ ਨੂੰ ਨਾਲ ਲੈ ਜਾਂਦੇ ਸੀ। ਜੱਸਾ ਸਿੰਘ ਦੀ ਉਮਰ ਸਿਰਫ 5 ਸਾਲ ਦੀ ਸੀ ਤੇ ਮਾਤਾ ਸੁੰਦਰੀ ਕੋਲੋਂ ਆਸ਼ੀਰਵਾਦ ਲੈਣ ਗਏ ਤੇ ਉਹਨਾਂ ਕੀਰਤਨ ਸੁਣਿਆ ਤੇ ਮਾਤਾ ਸੁੰਦਰੀ ਨੇ ਜੱਸਾ ਸਿੰਘ ਨੂੰ ਕੋਲ ਹੀ ਰੱਖ ਲਿਆ ਔਰ 7 ਸਾਲ ਉਸ ਨੂੰ ਸਿੱਖ ਧਰਮ ਦੀ ਸਟੱਡੀ ਕਰਾਈ ਔਰ ਉਸ ਨੂੰ ਇਸਲਾਮ ਧਰਮ ਦੀ ਸਟੱਡੀ ਕਰਾਈ। ਮਕਤਬ ਵਿੱਚ ਵੀ ਉਹਨੇ ਪੜ੍ਹਨ ਪਾਤਾ। ਤੇ ਜਦੋਂ 7 ਸਾਲ ਬਾਅਦ ਅਲਵਿਦਾ ਕਿਹਾ ਜੱਸਾ ਸਿੰਘ ਤੇ ਉਹਦੀ ਮਾਤਾ ਨੂੰ, ਤੇ ਮਾਤਾ ਦੇ ਭਰਾ ਜਿਹੜਾ ਮਾਮਾ ਸੀ ਉਹਨੂੰ ਅਲਵਿਦਾ ਕਹਿਣ ਲੱਗਿਆ, ਮਾਤਾ ਜੀ ਨੇ ਜੱਸਾ ਸਿੰਘ ਨੂੰ ਢਾਲ ਦਿੱਤੀ, ਕਮਾਨ ਦਿੱਤੀ, ਤੀਰਾਂ ਦਾ ਪੱਥਾ ਦਿੱਤਾ ਔਰ ਚਾਂਦੀ ਦੀ ਚੋਬ ਦਿੱਤੀ, ਚਾਂਦੀ ਦਾ ਡੰਡੇ ਜਿਹੜੇ ਹੁੰਦੇ ਨੇ, ਤੇ ਨਾਲੇ ਆਸ਼ੀਰਵਾਦ ਦਿੱਤੀ, ਜੱਸਾ ਸਿੰਘ ਜੀ ਕੋਈ ਵਕਤ ਆਏਗਾ ਤੁਹਾਡੇ ਅੱਗੇ ਅੱਗੇ ਚੋਬਦਾਰ ਜਿਹੜੇ ਨੇ ਚਾਂਦੀ ਦੇ ਜਿਹੜੇ ਡੰਡੇ ਲੈ ਕੇ ਤੁਰਿਆ ਕਰਨਗੇ। ਔਰ ਉਹ ਸਾਰਾ ਬਿਲਕੁਲ ਠੀਕ ਤਰ੍ਹਾਂ ਭਵਿੱਖਬਾਣੀ ਇਹ ਹੋਈ। ਇਸ ਤਰ੍ਹਾਂ ਸੁੰਦਰੀ ਨੇ ਆਪਣੇ ਅਖੀਰ ਤੇ ਭਾਈ ਮਨੀ ਸਿੰਘ ਜੀ ਨੂੰ ਸ਼ਬਦ ਗੁਰੂ ਦੀ ਟਕਸਾਲ ਖੋਲਣ ਲਈ ਕਿਹਾ। ਅੱਗੇ ਟਕਸਾਲ ਸਿੱਖੀ ਦਮ ਨੂੰ ਟਕਸਾਲ ਮਹਾਰਾਜ ਦੀਪ ਸਿੰਘ ਹੋਰਾਂ ਚਲਾਈ ਸੀ, ਪਰ ਸ਼ਬਦ ਗੁਰੂ ਦੇ ਸੰਕਲਪ ਨੂੰ ਇੱਕ ਹੋਰ ਟਕਸਾਲ ਜਿਹੜੀ ਹੈ ਭਾਈ ਮਨੀ ਸਿੰਘ ਨੂੰ ਖੋਲਣ ਲਈ ਕਿਹਾ ਗਿਆ। ਇਸ ਤਰ੍ਹਾਂ ਗੁਰਬਾਣੀ ਦੀ ਜੋ ਸਤਿਕਾਰ ਹੈ, ਹੁਣ ਜਿਹੜਾ ਪੁੱਤਰ ਜਿਹੜਾ ਅਜੀਤ ਸਿੰਘ ਸੀ ਜਿਹਨਾਂ ਨੂੰ ਘਰੋਂ ਕੱਢਤਾ ਗਿਆ ਸੀ, ਉਹ ਭੁੱਖੇ ਮਰਨ ਤੇ ਆ ਗਿਆ ਤੇ ਉਹਨੂੰ ਫੇਰ ਜਦੋਂ ਉਹ ਆ ਗਿਆ ਵੀ ਮੈਨੂੰ ਤੇ ਰੋਟੀ ਵੀ ਕੋਈ ਨਹੀਂ, ਉਹਨਾਂ ਫੇਰ ਸ਼ਰਨਾਏ ਦੀ ਲਾਜ ਰੱਖੀ। ਇਸ ਤਰ੍ਹਾਂ ਡਾਕਟਰ ਸਾਹਿਬ ਇੱਕ ਅਜੀਤ ਸਿੰਘ ਜਿਹੜਾ ਹੈ ਜਿਹਨੂੰ ਫਾਰਖਤੀ ਦੇਤੀ ਸੀ, ਉਹਦਾ ਪੁੱਤਰ ਇੱਕ ਹੱਠੀ ਸਿੰਘ ਸੀ। ਉਹ ਗੁਰਬਾਣੀ ਜੋੜਨ ਲੱਗ ਪਿਆ, ਆਪਣਾ ਨਾਂ ਹੱਠੀ ਸਿੰਘ ਵਰਤਣ ਲੱਗ ਪਿਆ ਤੇ ਮਾਤਾ ਨੇ ਉਹਨੂੰ ਵੀ ਛੇਕ ਦਿੱਤਾ। ਇਸ ਤਰ੍ਹਾਂ ਇੱਕ ਵਾਰੀ ਦੇਖੋ ਬੜੀ ਅਜੀਬ ਜਿਹੀ ਘਟਨਾ ਹੋਈ ਕਿ ਜਿਹੜਾ ਪਾਲਤੂ ਪੁੱਤਰ ਸੀ ਅਜੀਤ ਸਿੰਘ, ਉਹਨੇ ਕਿਸੇ ਮੁਸਲਮਾਨ ਫਕੀਰ ਨੂੰ ਮਾਰ ਦਿੱਤਾ ਤੇ ਮੁਗਲ ਬਾਦਸ਼ਾਹ ਨੇ ਸੁਨੇਹਾ ਭੇਜਿਆ ਬਈ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਾ ਬਦਲਾ ਤੁਹਾਡੇ ਪੁੱਤਰ ਅਜੀਤ ਸਿੰਘ ਨੇ ਲੈ ਲਿਆ, ਹੁਣ ਸਾਡੇ ਗੁਨਾਹ ਤੁਸੀਂ ਮਾਫ ਕਰ ਦਿਓ। ਤੇ ਸੁੰਦਰੀ ਨੇ ਕਿਹਾ ਇਹ ਮੇਰਾ ਕੋਈ ਪੁੱਤਰ ਸੀ, ਪਾਲਤੂ ਪੁੱਤਰ ਸੀ, ਉਹਨੂੰ ਫਾਰਖਤੀ ਦਿੱਤੀ ਸੀ, ਤੁਸੀਂ ਅਜੀਤ ਸਿੰਘ ਨਾਲ ਆਪੇ ਸਿੱਝੋ, ਜਿਨ੍ਹਾਂ ਗੁਰੂ ਤੇਗ ਬਹਾਦਰ ਦਾ ਬਦਲਾ ਲੈਣਗੇ ਸਿੱਖ ਆਪੇ ਲੈ ਲੈਣਗੇ। ਉਹਨਾਂ ਫਿਰ ਅਜੀਤ ਸਿੰਘ ਨੂੰ ਹਾਥੀ ਨਾਲ ਬੰਨ੍ਹ ਕੇ ਤੇ ਰੋਲ ਕੇ ਮਾਰ ਦਿੱਤਾ। ਇਸ ਤਰ੍ਹਾਂ ਮਾਤਾ ਜੀ ਕਦੇ ਵੀ ਅਸੂਲਾਂ ਤੇ ਸਮਝੌਤਾ ਨਹੀਂ ਕੀਤਾ। ਉਹਨਾਂ ਨੂੰ ਕਿਹਾ ਮੁਗਲ ਹਕੂਮਤ ਨੂੰ ਆਪੇ ਅਸੀਂ ਸਿੱਝ ਲਵਾਂਗੇ, ਖਾਲਸੇ ਸਿੱਝ ਲੈਣਗੇ। ਇਸ ਤਰ੍ਹਾਂ ਕਦੇ ਵੀ ਉਹਨਾਂ ਨੇ
ਅਸੂਲਾਂ ਤੋਂ ਸਮਝੌਤਾ ਨਹੀਂ ਕੀਤਾ। ਜੇ ਸਿੱਖ ਰਹਿਤ ਮਰਿਆਦਾ ਦੀ ਭੰਗ ਕੀਤੇ ਉਹਨੇ ਪੁੱਤਰ ਨੇ ਕੇਸ ਖਤਮ ਕਰਾਏ ਤੇ ਉਸ ਨੂੰ ਬੁਲਾਣਾ ਹੀ ਛੱਡ ਦਿੱਤਾ। ਔਰ ਇੱਕ ਮਾਤਾ ਜੀ ਦੀ ਖਾਸ ਗੱਲ ਆਉਂਦੀ ਹੈ ਕਿ ਮਾਤਾ ਜੀ ਮਥੁਰਾ ਵਿੱਚ ਸਨ ਤੇ ਮੁਸਲਮਾਨਾਂ ਨੇ ਕੀ ਕੀਤਾ, ਰਕਾਬਗੰਜ ਦੀ ਕੰਧ ਢਾਹ ਕੇ ਤੇ ਮਸਜਿਦ ਬਣਾਤੀ। ਸਿੱਖਾਂ ਨੇ ਸ਼ਿਕਾਇਤ ਕੀਤੀ, ਮਾਤਾ ਜੀ ਆਹ ਕੁਛ ਕੀਤਾ ਉਹਨਾਂ ਨੇ, ਕੰਧ ਢਾਤੀ ਰਕਾਬਗੰਜ ਦੀ, ਮਸਜਿਦ ਬਣਾਤੀ। ਤੇ ਮਾਤਾ ਜੀ ਨੇ ਕਿਹਾ ਸਹਿਜ ਵਿਚਰੋ। ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਫੁੱਲ ਜਿਹੜੇ ਨੇ ਉਹ ਬੜੇ ਗਹਿਰੇ ਨੇ, ਫੇਰ ਸਿੱਖ ਬਣਾ ਲੈਣਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦਾ। ਤੁਸੀਂ ਸਹਿਜ ਵਿਚਰੋ। ਜੇ ਮਾਤਾ ਜੀ ਉਸ ਸਮੇਂ ਕੁਝ ਐਕਸ਼ਨ ਕਰਦੇ ਤਾਂ ਸਿੱਖਾਂ ਦਾ ਬੜਾ ਟਕਰਾਅ ਹੋਣਾ ਸੀ, ਨੁਕਸਾਨ ਹੋਣਾ ਸੀ। ਤੋ ਕਿਸੇ ਸਮੇਂ ਜਿਹੜੇ ਇਦਾਂ ਦੇ ਫੈਸਲੇ ਨੇ, ਲੌਜਿਕ ਨਾਲ ਤਰਕ ਸੰਗਤ ਫੈਸਲੇ ਜਿਹੜੇ ਨੇ ਉਹ ਵੀ ਮਾਤਾ ਜੀ ਕਰਦੇ ਰਹੇ ਤਾਂ ਕਿ ਸਿੱਖਾਂ ਦਾ ਵਾਧੂ ਟਕਰਾਅ ਜਿਹੜਾ ਉਹ ਨੁਕਸਾਨ ਨਾ ਹੋਵੇ। ਔਰ ਲੰਗਰ ਉਹਨਾਂ ਨੇ ਬੜਾ ਚਲਾਇਆ, ਮਾਤਾ ਸੁੰਦਰੀ ਜੀ ਨੇ ਲੰਗਰ ਚਲਾਇਆ। ਲੰਗਰ ਲਈ ਹੁਕਮਨਾਮੇ ਵੀ ਉਹ ਆਪਣਾ ਕੱਢਦੇ ਰਹੇ ਨੇ। ਤੇ ਇੱਕ ਚਿੱਠੀ ਦਾ ਵੀ ਜ਼ਿਕਰ ਆਇਆ ਜੀ 1716 ਦੇ ਵਿੱਚ, ਇੱਕ ਚਿੱਠੀ ਭਾਈ ਮਨੀ ਸਿੰਘ ਨੇ ਲਿਖੀ ਮਾਤਾ ਜੀ ਨੂੰ, ਸੁੰਦਰੀ ਜੀ ਨੂੰ, ਬਈ ਦੇਸ਼ ਵਿੱਚ ਜਿਹੜਾ ਖਾਲਸੇ ਦਾ ਬਲ ਛੁੱਟ ਗਿਆ, ਸਿੰਘ ਜਿਹੜੇ ਨੇ ਬਬਾਨਾਂ ਦੇ ਪਰਬਤਾਂ ਤੇ ਚਲੇ ਗਏ ਨੇ, ਔਰ ਮਲੇਛਾਂ ਦੀ ਬੜੀ ਦੋਹੀ ਹੋ ਰਹੀ ਹੈ। ਆ ਜਿਹੜੀ ਬਸਤੀਆਂ ਨੇ ਸ਼ਹਿਰਾਂ ਵਿੱਚ, ਇਹ ਜਿਹੜੇ ਬਾਲਕ ਨੇ ਤੇ ਨੌਜਵਾਨ ਨੇ ਤੇ ਇਸਤਰੀ, ਇਹ ਸਲਾਮਤ ਨਹੀਂ। ਮੁੱਛ ਕਰਕੇ ਟੋਟੇ ਕਰਕੇ ਬਾਲਕਾਂ ਨੂੰ ਮਾਰਿਆ ਜਾ ਰਿਹਾ ਹੈ। ਤੇ ਜਿਹੜੇ ਗੁਰੂ ਦਰੋਹੀ ਨੇ ਉਹ ਗੌਰਮੈਂਟ ਨਾਲ ਮਿਲ ਗਏ ਨੇ। ਹੰਦਾਲੀਏ ਜਿਹੜੇ ਨੇ ਮੁਖਬਰੀਆਂ ਕਰਦੇ ਨੇ। ਇਸ ਤਰ੍ਹਾਂ ਦੀ ਚਿੱਠੀ ਦਾ ਜ਼ਿਕਰ ਪਿਆਰਾ ਸਿੰਘ ਜੀ ਪਦਮ ਸਾਹਿਬ ਨੇ ਆਪਣੇ ਕਿਤਾਬ ਵਿੱਚ ਕੀਤਾ, ਇਤਿਹਾਸ ਦੇ ਵਿੱਚ। ਇਸ ਤਰ੍ਹਾਂ ਮਾਤਾ ਜੀ ਨੂੰ ਸਾਰੀਆਂ ਖਬਰਾਂ ਜਿਹੜੀਆਂ ਨੇ ਪੁੱਜਦੀਆਂ ਰਹਿੰਦੀਆਂ ਸੀ। ਇਸ ਤਰ੍ਹਾਂ ਉਹ ਅਗਵਾਈ ਦਿੰਦੇ ਰਹੇ। ਉਹਨਾਂ ਦਾ ਰੋਲ ਜਿਹੜਾ ਹੈ ਸਿੱਖੀ ਮਰਿਆਦਾ ਪੱਕ ਰਹਿਣਾ, ਇੱਕ ਜੁਝਾਰੂ ਗੁਰੂ ਦੀ ਪਤਨੀ ਹੋ ਕੇ ਉਹਨਾਂ ਦੇ ਨਾਲ ਸਾਰੀ ਜ਼ਿੰਦਗੀ ਉਹਨਾਂ ਨਾਲ ਸੰਘਰਸ਼ ਵਿੱਚ ਕਾਇਮ ਰਹਿਣਾ। ਜੇ ਕਿਲੇ ਬਣਾਏ ਨੇ ਗੁਰੂ ਗੋਬਿੰਦ ਸਿੰਘ ਨੇ, ਉਦੋਂ ਵੀ ਮਾਤਾ ਜੀ ਸਨ। ਜੇ ਜੰਗਾਂ 14 ਲੜੀਆਂ ਨੇ, ਉਦੋਂ ਵੀ ਮਾਤਾ ਜੀ ਨਾਲ ਸਨ। ਸੋ ਇਹੋ ਜਿਹਾ ਜੀਵਨ ਜਿਹੜਾ ਇਹ ਤਾਂ ਫੀਲ ਹੀ ਕੀਤਾ ਜਾ ਸਕਦਾ ਹੈ। ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਗਿਆਨੀ ਧਰਮ ਸਿੰਘ ਜੀ, ਤੁਸੀਂ ਕੋਈ ਚੀਜ਼ ਐਡ ਕਰਨੀ ਹੋਵੇ ਤੇ? ਜਿਹੜਾ ਆਪ ਜੀ ਨੇ ਕਿਹਾ ਸੀਗਾ ਵੀ ਮਾਤਾ ਜੀ ਦੀ ਉੱਥੇ ਸੁਰੱਖਿਆ ਦਾ, ਤੇ ਉਹ ਸਾਰਾ ਕੁਝ ਤੇ ਉਹਨਾਂ ਦੇ ਕਾਫੀ ਇਹਨਾਂ ਵਿਸਥਾਰ ਨਾਲ ਦੱਸਿਆ। ਉਹ ਅਜੀਤ ਸਿੰਘ ਪਾਲਕ ਵਾਲੀ ਗੱਲ ਜਿਹੜੀ ਆ ਉਹ ਠੀਕ ਆ। ਉਹ ਆਪਣੇ ਆਪ ਨੂੰ ਗੁਰੂ ਵੀ ਅਖਵਾਉਣ ਲੱਗ ਪਿਆ ਸੀ। ਮਾਤਾ ਜੀ ਨੇ ਛੇਕਤਾ ਸੀਗਾ ਤੇ ਬਾਅਦ ਚ ਉਹ ਆਪ ਜੀ ਨੇ ਸੁਣੀ ਲਿਆ ਸਾਰਾ ਕੁਛ। ਤੇ ਇਹਦੇ ਜਿਹੜੀ ਹੈਗੀ ਆ ਗੱਲ ਮਾਤਾ ਜੀ ਦੀ ਅਗਵਾਈ ਦੀ, ਮੇਰੇ ਖਿਆਲ ਦੇ ਵਿੱਚ ਜਿਹੜਾ ਪੰਜ ਪਿਆਰੇ ਤੇ ਦੀ ਅਗਵਾਈ ਵਿੱਚ ਬਾਬਾ ਬੰਦਾ ਸਿੰਘ ਨੂੰ ਗੁਰੂ ਸਾਹਿਬ ਜੀ ਨੇ ਭੇਜਿਆ ਸੀ, ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਵਿੱਚ ਮਾਤਾ ਜੀ ਨੇ ਕੋਈ ਬਹੁਤੀ ਦਖਲਅੰਦਾਜ਼ੀ ਕੀਤੀ ਨਹੀਂ, ਕਿਉਂਕਿ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਆਪ ਆਪਣੇ ਹੱਥੀਂ ਤੋਰਿਆ। ਤੇ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਹੋਈ ਆ ਤੇ ਉਹ ਜਿਹੜੇ ਸਿੰਘ ਸੀਗੇ ਤਕਰੀਬਨ ਸਾਰੇ ਹੀ ਸ਼ਹੀਦ ਹੋ ਜਾਂਦੇ ਨੇ। ਉਹਨਾਂ ਦੇ ਵਿੱਚ ਜਿਹੜੇ ਬਾਜ ਸਿੰਘ, ਕਾਨ ਸਿੰਘ ਵਗੈਰਾ ਸਾਰੇ। ਤੇ ਉਹ ਇਸ ਕਰਕੇ ਉਹਦੇ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਦੇ ਬਹਾਦਰ ਤੋਂ ਬਾਅਦ ਫਿਰ ਪੰਜਾਂ ਦੀ ਅਗਵਾਈ ਵਾਲੀ ਗੱਲ ਜਿਹੜੀ ਆ ਉਹ ਨਹੀਂ ਚੱਲੀ, ਕਿਉਂਕਿ ਪੰਥ ਜਿਹੜਾ ਸਾਰਾ ਕੋਈ ਕਿਤੇ ਆਪਾਂ 18ਵੀਂ ਸਦੀ ਦਾ ਇਤਿਹਾਸ ਵੇਖਦੇ ਹਾਂ। ਤੇ ਫਿਰ ਉਸ ਸਮੇਂ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਹੋ ਜਾਂਦੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਕਿ ਪੰਥ ਦੇ ਵਿੱਚ ਜੇ ਕੋਈ ਸਭ ਤੋਂ ਵੱਧ ਸਤਿਕਾਰਤ ਜੀਵਤ ਹਸਤੀ ਆ ਤੇ ਉਹ ਮਾਤਾ ਸੁੰਦਰੀ ਜੀ ਆ। ਤੇ ਉਸ ਸਮੇਂ ਤੇ ਪੰਥ ਨੂੰ ਅਗਵਾਈ ਕਰਦੇ ਵੀ ਰਹੇ ਆ। ਭਾਈ ਸੁੱਚਾ ਸਿੰਘ ਜੀ ਹੋਰਾਂ ਨੇ ਬੜਾ ਸੋਹਣਾ ਦੱਸਿਆ ਸੀਗਾ ਵੀ ਇਤਿਹਾਸ ਜਿਹੜਾ ਆ ਸਾਡਾ ਉਹਦੇ ਵਿੱਚ ਕਈ ਤਰ੍ਹਾਂ ਦੇ ਰਲੇ ਵੀ ਪਏ ਆ। ਜਿੱਦਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਬਦਨਾਮ ਕਰਨ ਦੀ ਬੜੀ ਕੋਸ਼ਿਸ਼ ਕੀਤੀ ਗਈ, ਪਰ ਮਾਤਾ ਜੀ ਨੇ ਜਦੋਂ ਬੰਦਈਆਂ ਦਾ ਤੇ ਤੱਤ ਖਾਲਸੇ ਵਾਲਾ ਝਗੜਾ ਹੋਇਆ, ਉਸ ਵਕਤ ਬਾਬਾ
ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਭੇਜਿਆ ਤੇ ਉੱਥੇ ਫਿਰ ਦੋਵਾਂ ਧੜਿਆਂ ਦਾ ਉਹਨਾਂ ਨੇ ਫੈਸਲਾ ਕਰਾਤਾ ਆਪਣੀ ਸੂਝ-ਬੂਝ ਦੇ ਨਾਲ। ਤੇ ਦੋਵਾਂ ਹੀ ਧੜਿਆਂ ਦੇ ਵਿੱਚ ਕਿਉਂਕਿ ਭਾਈ ਮਨੀ ਸਿੰਘ ਜੀ ਦਾ ਬੜਾ ਵੱਡਾ ਸਤਿਕਾਰ ਸੀ, ਉਹ ਵਿਦਵਤਾ ਕਰਕੇ ਫਿਰ ਪੁਰਾਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸਮੇਂ ਤੋਂ ਰਹੇ ਆ ਗੁਰੂ ਘਰ ਦੇ ਵਿੱਚ। ਤੇ ਉਹਨਾਂ ਸਾਰਿਆਂ ਨੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਦਾ ਪ੍ਰਬੰਧ ਜਿਹੜਾ ਉਹਨਾਂ ਨੂੰ ਦਿੱਤਾ ਆ। ਇਸ ਤਰ੍ਹਾਂ ਆ। ਹਾਂਜੀ, ਥੈਂਕ ਯੂ। ਗਿਆਨੀ ਸੁੱਚਾ ਸਿੰਘ ਜੀ, ਇਹ ਜਿਹੜੇ ਹਾਲਾਤ ਨੇ ਬੜੇ ਕੰਪਲਿਕੇਟਡ ਨੇ। ਇਹਨਾਂ ਦੇ ਵਿੱਚੋਂ ਦੇਖੋ ਜਿਹੜੀ ਰਿਫਟ ਸੀਮਸ ਕਿ ਬਈ ਉਦੋਂ ਦੀ ਚੱਲੀ ਆ ਰਹੀ ਹੈ। ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਦੇ ਨੇ ਰਿਫਟ ਕੀਤੀ ਜਦੋਂ ਗੁਰੂ ਅੰਗਦ ਦੇਵ ਜੀ ਗੁਰੂ ਬਣੇ, ਫਿਰ ਗੁਰੂ ਅਮਰਦਾਸ ਜੀ ਦੇ, ਫਿਰ ਗੁਰੂ ਰਾਮਦਾਸ ਦੇ ਪਿਰਸੀ ਚੰਦ ਦੀ ਵਿਰੋਧਤਾ, ਫਿਰ ਗਾਂ ਗੁਰੂ ਹਰਗੋਬਿੰਦ ਸਾਹਿਬ ਦੇ ਮਗਰੋਂ ਜਿਹੜੇ ਨੇ ਗੁਰੂ ਹਰਰਾਏ ਜੀ ਦੇ ਗੁਰੂ ਬਣਨ ਦੇ ਨਾਲ ਫਿਰ ਗੜਬੜੀ ਚੱਲਦੀ ਰਹੀ ਹੈ। ਈਵਨ ਗੁਰੂ ਤੇਗ ਬਹਾਦਰ ਤੇ ਗੋਲੀ ਚਲਾਤੀ ਉਹ ਜਿਹੜੇ ਸੀਗੇ ਉਹਨਾਂ ਦੇ ਭਤੀਜੇ ਨਹੀਂ। ਤੇ ਹੁਣ ਇੱਥੇ ਹਾਲਾਤ ਜਿਹੜੇ ਹੋਰ ਕੰਪਲਿਕੇਟਡ ਹੋ ਗਏ ਨੇ ਗਾਂ ਦੀ ਗਾਂ। ਇਹ ਸਾਰੀਆਂ ਚੀਜ਼ਾਂ ਸਾਨੂੰ ਸਭ ਕੀ ਸਿਖਾਉਂਦੀਆਂ ਨੇ? ਦੇਖੋ ਜੀ, ਸਬਕ ਤੇ ਇਹ ਆ ਜੀ ਕਿ ਦੇਖੋ ਅੱਛਾਈ ਤੇ ਬੁਰਾਈ, ਹਾਂਜੀ, ਇਹ ਦੋਨੋਂ ਚੀਜ਼ਾਂ ਜਿਹੜੀਆਂ ਸਾਈਡ ਬਾਈ ਸਾਈਡ ਚੱਲਦੀਆਂ ਆਈਆਂ, ਹੁਣ ਵੀ ਚੱਲ ਰਹੀਆਂ ਤੇ ਅਗਾਂਹ ਵੀ ਚੱਲਦੀਆਂ ਰਹਿਣਗੀਆਂ। ਇੱਕ ਹੁੰਦੀ ਜੀ ਇਨਸਾਨ ਦੇ ਅੰਦਰ ਜਿਹੜੀ ਨਾ ਭੁੱਖ ਹੁੰਦੀ ਹੈ। ਇੱਕ ਤੇ ਵਿਦਵਾਨ ਦੱਸਦੇ ਆ ਕਿ ਸਭ ਤੋਂ ਵੱਡੀ ਭੁੱਖ ਹੁੰਦੀ ਗਿਆਨ ਦੀ, ਜਾਣਨ ਦੀ, ਕੁਛ ਵੀ ਚੀਜ਼ ਜਾਣਨ ਦੀ, ਚਾਹੇ ਚੰਗੀ ਹੋਵੇ ਚਾਹੇ ਮਾੜੀ ਹੋਵੇ। ਜਿਹੜੀ ਚੀਜ਼ ਨਹੀਂ ਪਤਾ ਉਹਨੂੰ ਜਾਣਨਾ ਚਾਹੁੰਦਾ ਹੁੰਦਾ, ਇੱਕ ਇਹ ਭੁੱਖ ਹੁੰਦੀ ਹੈ। ਦੂਸਰੀ ਇਨਸਾਨ ਦੇ ਅੰਦਰ ਜਿਹੜੀ ਹੰਕਾਰ ਦਾ ਮਾਦਾ ਹੁੰਦਾ ਨਾ, ਜਿੱਦਾਂ ਗੁਰੂ ਮਹਾਰਾਜ ਦੀ ਬਾਣੀ 'ਚ ਲਿਖਿਆ, ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ। ਸੋ ਉਹ ਜਿਹੜਾ ਹੰਕਾਰ ਦੇ ਵਸ ਇਨਸਾਨ ਚਾਹੁੰਦਾ ਹੁੰਦਾ ਕਿ ਮੈਨੂੰ ਛੋਟਾ ਜਿਹਾ ਕੰਮ ਕਰਕੇ ਵੀ ਰੈਕੋਗਨੀਸ਼ਨ ਮਿਲ ਜਾਵੇ, ਕੁਛ ਨਾ ਕੁਛ। ਤਾਂ ਹੁਣ ਇੱਥੇ ਤੇ ਬਹੁਤ ਵੱਡੀ ਗੱਲ ਸੀ ਜੀ ਕਿ ਗੁਰੂ ਗੱਦੀ, ਗੁਰੂਸ਼ਿਪ ਜਿਹੜੀ ਹੈ, ਜਿਹੜੀ ਬਹੁਤ ਹੀ ਸਤਿਕਾਰਤ ਚੀਜ਼ ਹੈ ਨਾ ਜੀ। ਤੁਸੀਂ ਲੋਕ ਆਉਂਦੇ ਆ, ਸੰਗਤਾਂ ਆਉਂਦੀਆਂ, ਭੇਟਾਂ ਚੜਾਉਂਦੀਆਂ, ਗੁਰੂ ਮਹਾਰਾਜ ਦੇ ਚਰਨ ਘੁੱਟਦੀਆਂ, ਮੱਥਾ ਟੇਕਦੀਆਂ। ਤਾਂ ਉਹ ਜਿਹੜੀ ਇਹ ਗੁਰੂ ਜੀ ਦੀ ਤੇ ਗੁਣਾਂ ਦੇ ਕਰਕੇ ਇਹ ਜਿਹੜੀ ਇੱਜ਼ਤ ਹੈਗੀ, ਇਹ ਸਤਿਕਾਰ ਹੈਗਾ ਨਾ। ਲੇਕਿਨ ਦੂਜੇ ਪਾਸੇ ਜਿਹੜੇ ਕੱਚੇ ਪਿੱਲੇ ਲੋਕ ਹੁੰਦੇ ਆ, ਉਹ ਚਾਹੁੰਦੇ ਹੁੰਦੇ ਹਮੇਸ਼ਾ ਹੀ ਕਿ ਇਹ ਸਤਿਕਾਰ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਮਿਲ ਜਾਵੇ। ਇਸ ਵਾਸਤੇ ਉਹ ਲੋਕ ਫਿਰ ਜਿਹੜਾ ਘਰਾਂ ਦੇ ਵਿੱਚ ਜਿਹੜਾ ਵਿਰੋਧ ਸ਼ੁਰੂ ਕਰ ਦਿੰਦੇ ਆ। ਗੁਰੂ ਅਰਜਨ ਦੇਵ ਜੀ ਦੇ ਟਾਈਮ ਦੇ ਉੱਤੇ ਪ੍ਰਿਥੀ ਚੰਦ ਜਿਹੜਾ ਕਰ ਰਿਹਾ, ਉਹ ਇਸ ਚੀਜ਼ ਨੂੰ ਯੂਜ਼ ਕਰ ਰਿਹਾ ਕਿ ਜਿਹੜੀ ਟ੍ਰੈਡੀਸ਼ਨਲ ਸਟਾਈਲ ਹੈ ਕਿ ਜਿਸ ਵੇਲੇ ਬਾਪ ਚੜ੍ਹਾਈ ਕਰਦਾ ਤੇ ਵੱਡੇ ਪੁੱਤਰ ਨੂੰ ਉਹਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ। ਹੁਣ ਉਹ ਇੱਕ ਸੀ ਪਰਿਵਾਰਕ ਜ਼ਿੰਮੇਵਾਰੀ, ਜਿਹੜੀ ਸੋਸ਼ਲ ਜ਼ਿੰਮੇਵਾਰੀ ਸੀ, ਪਰ ਇਹ ਜਿਹੜੀ ਹੈ ਇਹ ਆਤਮਿਕ ਜ਼ਿੰਮੇਵਾਰੀ ਹੈ। ਉਹਨੂੰ ਇਹ ਨਹੀਂ ਸਮਝ ਲੱਗੀ, ਲੇਕਿਨ ਸਮਝ ਹੋਏਗੀ। ਲੇਕਿਨ ਉਹ ਚਾਹੁੰਦਾ ਸੀ ਕਿ ਇਹ ਵੀ ਸਤਿਕਾਰ ਜਿਹੜਾ ਸੰਗਤਾਂ ਵੱਲੋਂ, ਸੁਸਾਇਟੀ ਵੱਲੋਂ ਮਿਲ ਰਿਹਾ, ਇਹ ਵੀ ਮੈਨੂੰ ਹੀ ਮਿਲ ਜਾਵੇ। ਸੋ ਇਹ ਸਮੇਂ ਦੇ ਅਨੁਸਾਰ ਜਿਹੜੀ ਇਹ ਭੁੱਖ ਹਰ ਇੱਕ ਇਨਸਾਨ ਦੇ ਜਾਗਦੀ ਰਹਿੰਦੀ ਹੈ। ਤੇ ਗੁਰੂ ਮਹਾਰਾਜ ਕੋਈ ਵੀ ਹੋਣ, ਜਿਹੜੇ ਨਾਲ ਦੇ ਜਿਹੜੇ ਉਹਨਾਂ ਦੇ ਕੁਝ ਪਰਿਵਾਰ ਦੇ ਮੈਂਬਰ, ਕੁਝ ਜਿਹੜੇ ਨਾਲੋਂ ਬਾਹਰਲੇ ਆ, ਉਹ ਜਿਹੜੇ ਇਸ ਤਰ੍ਹਾਂ ਦਾ ਆਪਣਾ ਜਿਹੜੀ ਚਾਲ ਚੱਲਦੇ ਰਹਿੰਦੇ ਤੇ ਕੋਸ਼ਿਸ਼ ਕਰਦੇ ਰਹਿੰਦੇ ਆ। ਤੇ ਦੂਜੀ ਜਿਹੜੀ ਜੀ ਮੈਂ ਇੱਕ ਬੇਨਤੀ ਇਹ ਕਰਨੀ ਚਾਹੁੰਦਾ ਕਿ ਅਸੀਂ ਜਿਹੜਾ ਪਹਿਲਾਂ ਤੋਂ ਕਾਫੀ ਦੇਰ ਤੋਂ ਇਹ ਵੀ ਇਤਿਹਾਸ ਪੜ੍ਹਦੇ ਆਏ ਹਾਂ ਕਿ ਭਾਈ ਮਨੀ ਸਿੰਘ ਜੀ ਉੱਥੇ ਅੰਮ੍ਰਿਤਸਰ ਦੇ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਗਏ ਆ ਨਾ ਜੀ, ਜਿਸ ਸਮੇਂ ਤੇ ਗਏ ਆ ਉਸ ਵੇਲੇ ਪੂਰੀ ਤਰ੍ਹਾਂ ਬੈਨ ਕੀਤਾ ਹੋਇਆ ਸੀ ਮੁਗਲ ਹਕੂਮਤ ਨੇ ਉੱਥੇ ਅੰਮ੍ਰਿਤਸਰ ਦੇ ਵਿੱਚ ਜਾਣਾ, ਖਾਸ ਤੌਰ ਤੇ ਹਰਿਮੰਦਰ ਸਾਹਿਬ ਦੇ ਵਿੱਚ ਜਾਣਾ। ਪਰ ਉੱਥੇ ਪਹਿਰੇ ਲੱਗੇ ਹੋਏ ਸੀਗੇ ਤੇ ਆਰਾਮ ਦੇ ਨਾਲ ਅੰਦਰ ਜਾ ਨਹੀਂ ਸਕਦੇ ਸੀਗੇ। ਤੇ ਉੱਥੇ ਜਿਹੜਾ ਉਸ ਵਕਤ ਜਿਹੜਾ ਸਿਰਫ ਤੇ ਸਿਰਫ ਆ ਜਿਹੜੇ ਨਿਰਮਲੇ ਜਿਹੜੇ ਲੋਕ, ਇਹ ਲੋਕ ਜਿਹੜੇ ਨਾ ਗੁਰਦੁਆਰਿਆਂ ਦੇ ਉੱਪਰ ਕਾਬਜ ਸੀਗੇ। ਤੇ ਇਹਨਾਂ ਦੀ ਜਿਹੜੀ ਮਰਜ਼ਾਦਾ ਜਿਹੜੀ ਹੈ ਬਹੁਤੀ ਜ਼ਿਆਦਾ ਜਿਹੜੀ ਹਿੰਦੂ ਮਤ ਵਾਲੀ ਮਰਜ਼ਾਦਾ ਹੈਗੀ ਹੈ। ਤੇ ਹੁਣ ਭਾਈ ਮਨੀ ਸਿੰਘ ਜੀ ਜਿਹੜੇ ਆ ਉੱਥੇ ਗਏ ਸੀ, ਉਹ ਨਿਰਮਲਿਆਂ ਦਾ ਰੂਪ ਧਾਰ ਕੇ ਗਏ ਇਸ ਕਰਕੇ ਸੀ ਕਿ ਉੱਥੋਂ ਦਾ ਕੁਝ ਪ੍ਰਬੰਧ ਠੀਕ ਕਰੀਏ, ਜਾਂ ਉੱਥੋਂ ਹੀ ਸਿੱਖ ਲੁਕ ਛੁਪ ਕੇ ਤਾਂ ਆਉਂਦੇ ਹੀ ਸੀਗੇ ਨਾ ਜੀ, ਘੋੜਿਆਂ ਦੇ ਉੱਪਰ ਲੁਕ ਛੁਪ ਕੇ ਰਾਤ ਬਰਾਤੇ ਤੇ ਆਉਂਦੇ ਹੀ ਸੀਗੇ। ਤੇ ਜਿਹੜਾ ਹੁਕਮ ਹੋ ਗਿਆ ਸੀਗਾ ਕਿ ਇੱਥੇ ਦੀਵਾ ਨਹੀਂ ਜਗਣ ਦੇਣਾ, ਠੀਕ ਹੈ ਜੀ। ਹੁਣ ਇਹ ਉਹ ਸਮਾਂ ਆ। ਮੈਨੂੰ ਇੱਕ ਚੀਜ਼ ਦੀ ਇੱਥੇ ਹੈਰਾਨੀ ਹੁੰਦੀ ਹੈ ਕਿ ਜੇਕਰ ਮਾਤਾ ਜੀ ਸੁੰਦਰੀ ਜੀ ਉਹ ਭਾਈ ਮਨੀ ਸਿੰਘ ਜੀ ਨੂੰ ਆਰਡਰ ਕਰਕੇ ਭੇਜ ਦਿੰਦੇ ਕਿ ਤੁਸੀਂ ਜਾ ਕੇ ਹਰਿਮੰਦਰ ਸਾਹਿਬ ਦਾ, ਅੰਮ੍ਰਿਤਸਰ ਦਾ ਜਿਹੜਾ ਪ੍ਰਬੰਧ ਸੰਭੋ, ਇਹ ਹਾਊ ਇਜ਼ ਦੈਟ ਪੋਸੀਬਲ? ਕਿ ਜੇਕਰ ਸਿੱਧੇ ਤੌਰ ਤੇ ਬੰਦਾ ਜਾ ਹੀ ਨਹੀਂ ਸਕਦਾ ਉੱਥੇ ਅੰਦਰ, ਤੇ ਉਹ ਕਿਸ ਤਰ੍ਹਾਂ ਪ੍ਰਬੰਧ ਕਰਨ ਦੇ ਵਾਸਤੇ ਉਹਨਾਂ ਨੂੰ ਇਜਾਜ਼ਤ ਮਿਲ ਜਾਂਦੀ ਹੈ? ਇਹ ਵੀ ਕਮਾਲ ਦੀ ਗੱਲ ਹੈ ਨਾ। ਔਰ ਇਹ ਵੀ ਸਾਨੂੰ ਪਤਾ ਕਿ ਜਿਸ ਵੇਲੇ ਭਾਈ ਮਨੀ ਸਿੰਘ ਜੀ ਉੱਥੇ ਚਲੇ ਜਾਂਦੇ, ਉਸ ਤੋਂ ਬਾਅਦ ਹੌਲੀ ਹੌਲੀ ਕੋਈ ਨਾ ਕੋਈ ਸਿੱਖ ਉਹਨਾਂ ਨੂੰ ਰਾਤ ਬਰਾਤੇ ਜਦੋਂ ਮਿਲਣ ਆਉਂਦਾ ਸੀ
ਤੇ ਭਾਈ ਮਨੀ ਸਿੰਘ ਜੀ ਉਹਨਾਂ ਦੀ ਸੇਵਾ ਇਸ ਤਰੀਕੇ ਨਾਲ ਕਰਦੇ ਸੀਗੇ ਕਿ ਉਹਨਾਂ ਨੂੰ ਜਿਹੜੀ ਗੁਟਕੇ ਬਣਾ ਕੇ, ਪੋਥੀ ਬਣਾ ਕੇ, ਹੱਥ ਲਿਖਤ ਪੇਪਰਾਂ ਦੇ ਉੱਪਰ ਬਾਣੀ ਲਿਖ ਕੇ ਦਿੰਦੇ ਸੀ ਕਿ ਭਾਈ ਆ ਬਾਣੀ ਜਿਹੜੀ ਹੈ ਜੰਗਲਾਂ ਦੇ ਵਿੱਚ ਵੀ ਪੜ੍ਹੀ ਜਾਇਓ, ਇਹਦੇ ਨਾਲ ਜੁੜੇ ਰਹਿਣਾ। ਆ ਜਿਹੜੀ ਗੁਟਕਿਆਂ ਦੀ ਜਿਹੜੀ ਕਾਢ ਹੈ, ਇਨਵੈਂਸ਼ਨ ਹੈ, ਇਹ ਭਾਈ ਮਨੀ ਸਿੰਘ ਦੀ ਆ। ਉਸ ਤੋਂ ਪਹਿਲਾਂ ਤੇ ਗੁਰੂ ਗ੍ਰੰਥ ਸਾਹਿਬ ਸੰਪੂਰਨ ਰੂਪ ਦੇ ਵਿੱਚ ਹੁੰਦੇ ਸੀ। ਹੁਣ ਉਹ ਜਿਹੜੇ ਉਹ ਇਸ ਤਰੀਕੇ ਦੇ ਨਾਲ ਸੇਵਾ ਕਰਦੇ ਸੀ, ਲੇਕਿਨ ਹੌਲੀ ਹੌਲੀ ਮੁਗਲਾਂ ਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਤਾਂ ਇਹਨਾਂ ਦਾ, ਇਹ ਤੇ ਸਿੱਖਾਂ ਦਾ ਬੰਦਾ। ਤੇ ਫਿਰ ਉਹਨਾਂ ਨੇ ਕਿਹਾ ਕਿ ਓਕੇ ਚਲੋ ਇਸ ਮੌਕੇ ਨੂੰ ਹੁਣ ਦੂਸਰੇ ਤਰੀਕੇ ਨਾਲ ਯੂਜ਼ ਕਰ ਲਓ। ਫਿਰ ਉਹਨਾਂ ਨੇ ਕਿਹਾ ਕਿ ਭਾਈ ਮਨੀ ਸਿੰਘ ਨੂੰ ਅਪਰੋਚ ਕੀਤੀ ਕਿ ਚਲੋ ਜੀ ਹੁਣ ਸਾਡਾ ਜਿਹੜਾ ਲੜਾਈ ਖਤਮ, ਤੇ ਹੁਣ ਜਿਹੜਾ ਬਥੇਰਾ ਅਸੀਂ ਲੜ ਲਿਆ, ਤੇ ਹੁਣ ਤੁਸੀਂ ਆਪਣਾ ਜਿਹੜਾ ਇਕੱਠ ਕਰ ਲਓ, ਜਿਹੜਾ ਦੀਵਾਲੀ ਵਿਸਾਖੀ ਤੇ ਤੁਸੀਂ ਕਰਦੇ ਹੁੰਦੇ ਤੁਸੀਂ ਕਰ ਲਓ। ਲੇਕਿਨ ਭਾਈ ਮਨੀ ਸਿੰਘ ਦੱਸਦੇ ਆ ਕਿ ਭਾਈ ਮਨੀ ਸਿੰਘ ਜੀ ਨੇ ਉਸ ਵੇਲੇ ਕਹਿੰਦੇ ਬਾਹਰ ਜਿਹੜੇ ਆ ਜੰਗਲਾਂ ਦੇ ਵਿੱਚ ਕੁਛ ਸਿੱਖਾਂ ਦੇ ਹੱਥ ਜਿਹੜੇ ਸਨੇਹ ਭੇਜ ਵੀ ਦਿੱਤੇ ਸਨ ਕਿ ਅਸੀਂ ਇਕੱਠੇ ਹੋਣਾ, ਲੇਕਿਨ ਬਾਅਦ ਦੇ ਵਿੱਚ ਕਿਸੇ ਸੂਈਏ ਤੋਂ ਪਤਾ ਲੱਗਾ ਕਿ ਇਹਨਾਂ ਦੀ ਚਾਲ ਹੋਰ ਹੈ, ਇਹਨਾਂ ਨੇ ਸਾਰੇ ਇਕੱਠੇ ਕਰਕੇ ਇੱਥੇ ਅਟੈਕ ਕਰਨਾ। ਫਿਰ ਭਾਈ ਮਨੀ ਸਿੰਘ ਜੀ ਨੇ ਵਾਪਸ ਜਿਹੜੇ ਆ ਭੇਜ ਦਿੱਤੇ ਸਨੇਹ, ਤੇ ਹੁਣ ਕੁਛ ਸਿੰਘ ਜਿਹੜੇ ਉਸ ਵਾਰੀ ਦੀਵਾਲੀ ਤੇ ਆ ਗਏ ਸਨ ਔਰ ਉਹਨਾਂ ਤੇ ਅਟੈਕ ਹੋਇਆ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਮਨੀ ਸਿੰਘ ਜੀ ਨੂੰ ਉਸ ਵੇਲੇ ਫਿਰ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ। ਇਹ ਵਾਕਿਆ ਹੈਗਾ। ਹੁਣ ਇਹ ਜਿਹੜੀ ਕਹਾਣੀ ਵਿੱਚ ਫਿੱਟ ਨਹੀਂ ਆ ਰਹੀ ਕਿ ਜਾਂ ਤਾਂ ਇਹ ਗਲਤ ਹੋਏਗੀ ਪੂਰੀ ਤਰ੍ਹਾਂ, ਤੇ ਜਾਂ ਫਿਰ ਜਿਹੜੀ ਹੈ ਮਾਤਾ ਸੁੰਦਰੀ ਜੀ ਜਿਹੜੇ ਉੱਥੋਂ ਭੇਜਦੇ ਆ ਭਾਈ ਮਨੀ ਸਿੰਘ ਜੀ ਨੂੰ ਆਪ ਇੱਥੇ ਪ੍ਰਬੰਧ ਕਰਨ ਦੇ ਵਾਸਤੇ, ਇਹ ਇੱਕ ਜਾਓ ਝੂਠੀ ਹੈ। ਪਰ ਜੇ ਬਾਈ ਲੌਜਿਕ ਤੁਸੀਂ ਦੇਖੋ ਤੇ ਇਹ ਕਹਾਣੀ ਝੂਠੀ ਬਣਦੀ ਹੈ, ਕਿਉਂਕਿ ਸਿੱਧੇ ਤੌਰ ਤੇ ਆਰਾਮ ਦੇ ਨਾਲ ਤੇ ਉੱਥੇ ਆ ਕੇ ਤੁਸੀਂ ਕਰ ਹੀ ਨਹੀਂ ਸਕਦੇ ਜਵਾਬ ਆਪਣੀ, ਉਹ ਤੇ ਲੋਕ ਛਿਪ ਕੇ ਹੀ ਆਉਣਾ ਪਏਗਾ। ਤੇ ਜੇਕਰ ਇਸ ਤਰੀਕੇ ਦੇ ਨਾਲ ਆਏ ਤੇ ਫਿਰ ਵੱਖਰੀ ਗੱਲ ਹੈ। ਤਾਂ ਇਸ ਕਰਕੇ ਇਹ ਜਿਹੜਾ ਸੋਰਸ ਜਿਹੜਾ ਹੈ ਨਾ ਸਾਰੇ ਸਾਡੇ ਇਤਿਹਾਸ ਦਾ, ਉਹ ਹੈਗਾ ਕਵੀ ਸੰਤੋਖ ਸਿੰਘ ਦਾ ਸੂਰਜ ਪ੍ਰਕਾਸ਼ ਗ੍ਰੰਥ ਹੈ। ਸਾਰੇ ਦਾ ਸਾਰਾ ਜਿਹੜਾ ਸੋਰਸ ਹੈ ਉਹ ਹੈਗਾ। ਬਾਕੀ ਜਿਹੜਾ ਕਿ ਅਸਲੀ ਹਿਸਟਰੀ ਸੀ ਉਹ ਤੇ ਸਾਰੀ ਖੁਰਦ-ਬੁਰਦ ਕਰ ਦਿੱਤੀ ਗਈ ਹੈ, ਉਦੋਂ ਹੀ ਕਰ ਦਿੱਤੀ ਗਈ ਹੈ। ਕੁਛ ਮੁਸਲਮਾਨਾਂ ਦੇ ਨਾਲ ਇਹਨੇ ਕੀਤੀ ਹੈ ਤੇ ਕੁਛ ਬ੍ਰਾਹਮਣ ਨੇ ਕੀਤੀ ਹੈ, ਤਾਂ ਕਿ ਅਸਲੀਅਤ ਦਾ ਸਿੱਖਾਂ ਨੂੰ ਕਦੇ ਵੀ ਪਤਾ ਨਾ ਲੱਗੇ। ਉਸ ਤੋਂ ਬਾਅਦ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਗਈਆਂ, ਚਾਹੇ ਸਤਵੀਰ ਸਿੰਘ ਹੋਵੇ, ਚਾਹੇ ਗੰਡਾ ਸਿੰਘ ਹੋਣ, ਚਾਹੇ ਕੋਈ ਹੋਵੇ, ਉਹਨਾਂ ਨੇ ਸਾਰਿਆਂ ਨੇ ਬੇਸ ਬਣਾਇਆ ਕਵੀ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਨੂੰ। ਔਰ ਸੂਰਜ ਪ੍ਰਕਾਸ਼ ਦੇ ਵਿੱਚ ਸਾਨੂੰ ਪਤਾ ਇਸੇ ਕਰਕੇ ਹੀ ਦਮਦਮੀ ਟਕਸਾਲ ਨੂੰ ਪ੍ਰਮੋਟ ਕੀਤਾ ਜਾਂਦਾ ਇਸ ਵੇਲੇ। ਉਹਨੂੰ ਕਹਿ ਦਿੱਤਾ ਜਾਂਦਾ ਕਿ ਉਹ ਜਿਹੜੇ ਕਵੀ ਸੰਤੋਖ ਸਿੰਘ ਤੋਂ ਚੱਲਦੀ, ਆਪਣੇ ਦੂਸਰੇ ਭਾਈ ਬਾਬਾ ਦੀਪ ਸਿੰਘ ਜੀ ਤੋਂ ਚੱਲਦੀ ਆਉਂਦੀ ਹੈ। ਓਕੇ ਜੀ। ਹੁਣ ਲੇਕਿਨ ਜੇਕਰ ਉਹਦੇ ਵਿਚਕਾਰ ਜਾ ਕੇ ਦੇਖੋ, ਬਾਬਾ ਜਿਹੜੇ ਗਿਆਨੀ ਸੁੰਦਰ ਸਿੰਘ ਜੀ ਹੋਏ ਆ ਦਮਦਮੀ ਟਕਸਾਲ ਦੇ, ਰਾਈਟ, ਹੁਣ ਤੋਂ ਚੌਥੀ ਪੀੜ੍ਹੀ ਪਿੱਛੇ, ਉਹਨਾਂ ਤੋਂ ਪਿੱਛੇ ਤੇ ਸਾਰੇ ਲੰਗੋਟੀਆਂ ਵਾਲੇ ਸੀ ਇਹਨਾਂ ਦੇ ਵਿੱਚ। ਸੰਤ ਸੁੰਦਰ ਸਿੰਘ ਜੀ ਆਪ ਅੱਧੀ ਉਮਰ ਤੱਕ ਉਹਨਾਂ ਨੇ ਲੰਗੋਟੀ ਲਾਈ ਹੈ। ਸਾਲ ਦੇ ਮੁਖੀ ਬਣਨ ਤੋਂ ਬਾਅਦ ਉਹਨਾਂ ਨੇ ਅੰਮ੍ਰਿਤ ਛਕ ਕੇ ਜਿਹੜਾ ਕਿਰਪਾਨ ਪਾਈ ਸੀ। ਇੰਟਰਸਟਿੰਗ, ਆਈ ਡਿਡ ਨਾਟ ਨੋ ਦੈਟ। ਜਿਹੜੇ ਆਏ ਆ ਸਿੱਖ, ਤੇ ਤੁਸੀਂ ਬਾਬਾ ਦੀਪ ਸਿੰਘ ਦੇ ਨਾਲ ਕਿਸ ਤਰ੍ਹਾਂ ਇਹਨੂੰ ਜੋੜ ਦਿੰਦੇ ਆ? ਸੋ ਇਹ ਸਾਰੀ ਜਿਹੜੀ ਪ੍ਰਮੋਸ਼ਨ ਉਹਨਾਂ ਨੂੰ ਦੇਣ ਦੇ ਕੁਝ ਕਾਰਨ ਹੈਗੇ ਆ ਕਿ ਇਸ ਵੇਲੇ ਜਿਹੜੀ ਨਾ ਸਰਕਾਰ ਪੂਰੀ ਤਰ੍ਹਾਂ ਇਹਨਾਂ ਦੇ ਉੱਪਰ ਕਾਬਜ਼ ਹੈਗੀ ਹੈ ਤੇ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਇਸ ਵੇਲੇ ਸਿੱਖਾਂ ਦੇ ਵਿਰੁੱਧ। ਸੋ ਇਸ ਕਰਕੇ ਮੈਨੂੰ ਇਹ ਕਹਾਣੀਆਂ ਦੇ ਵਿੱਚ ਕੋਈ ਨਹੀਂ। ਆਈ ਡਿਡਨਟ ਨੋ ਦਿਸ ਥਿੰਗ। ਕੀ ਖਿਆਲ ਹੈ ਡਾਕਟਰ ਬਾਸੂ, ਤੁਹਾਡੀ ਰਿਸਰਚ ਕੀ ਕਹਿ ਰਹੀ ਹੈ ਇਸ ਪਾਸੇ? ਦਰਅਸਲ ਜੀ ਇਸ ਤਰ੍ਹਾਂ ਹੈ ਜੀ, ਵੀ ਜੋ ਵੀ ਗਾਈਡੈਂਸ ਸਮੇਂ ਮੁਤਾਬਕ ਉਹ ਦਿੰਦੇ ਰਹੇ ਨੇ, ਲੋਕ ਐਕਸੈਪਟ ਕਰਦੇ ਰਹੇ ਨੇ। ਤੇ ਭਾਈ ਮਨੀ ਸਿੰਘ ਜੀ ਦਾ ਤਾਂ ਬੜਾ ਇਤਿਹਾਸਕ ਰੋਲ ਹੈ, ਜਾਂ ਅੱਗੋਂ ਜਿਹੜੇ ਜਿਸ ਤਰ੍ਹਾਂ ਸੁੱਚਾ ਸਿੰਘ ਦੱਸਿਆ ਹੈ, ਸੰਤ ਸੁੰਦਰ ਸਿੰਘ ਜੀ ਦਾ। ਅਸਲ ਵਿੱਚ ਇਤਿਹਾਸ ਦੀ ਬੜੀ ਸਾਡੇ ਕੋਲ ਉਹ ਜਾਣਕਾਰੀ ਹੈਗੀ ਜੀ, ਪਰ ਮੈਂ ਸਮਝਦਾ ਇੱਕ ਘਾਟਾ ਹੈ ਕਿ ਮਨੁੱਖ ਨੂੰ ਉਹਦੀਆਂ ਪ੍ਰਵਿਰਤੀਆਂ ਜਿਹੜੀਆਂ ਨੇ ਕਾਮ ਕ੍ਰੋਧੀਆਂ, ਉਹਨੂੰ ਉਹ ਕਿਵੇਂ ਰੋਕਣਾ, ਇਹਦੇ ਪ੍ਰਤੀ ਇਤਿਹਾਸ ਬਹੁਤ ਘੱਟ ਹੈ ਜੀ। ਯਾਨੀ ਮਨ ਕੀ ਹੈ, ਮਨ ਨੂੰ ਕੀ ਉਪਦੇਸ਼ ਹੈ, ਕਿਉਂਕਿ ਗੁਰਬਾਣੀ ਦਾ ਜਿਹੜਾ ਫਲਸਫਾ ਹੈ ਉਹ ਕਾਫੀ ਵਿੱਚੋਂ ਐਬਸੈਂਟ ਹੈ। ਇਤਿਹਾਸ ਹੈਗਾ ਵੀ ਗੁਰੂ ਸਾਹਿਬ ਉੱਥੇ ਗਏ, ਉਹਨਾਂ ਨੂੰ ਮਿਲੇ, ਇਹ ਜੰਗਾਂ ਕੀਤੀਆਂ, ਪਰ ਸਵਾਲ ਇਹ ਹੈ ਕਿ ਮਨੁੱਖ ਨੇ ਮੁਕਤ ਕਿਵੇਂ ਹੋਣਾ, ਦੁਨੀਆ ਨਾਲ ਸਿੱਝਣਾ ਕਿੱਦਾਂ ਹੈ। ਇਹ ਜਿੰਨੀਆਂ ਸਮੱਸਿਆਵਾਂ ਆਉਂਦੀਆਂ ਨੇ, ਹੁਣ ਅੱਜ ਕੱਲ੍ਹ ਲੋਕੀ ਜਿਹੜੇ ਨੇ ਪਗੜੀਆਂ ਬੰਨ੍ਹ ਰਹੇ ਨੇ, ਬੜੀ ਵਧੀਆ ਪਗੜੀ ਹੁੰਦੀ ਹੈ, ਪਰ ਪਗੜੀ ਦਾ ਕਿਰਦਾਰ ਨਾਲ ਵੀ ਕੋਈ ਸੰਬੰਧ ਹੈ? ਕੀ ਪਗੜੀ ਦਾ ਆਚਰਨ ਨਾਲ ਸੰਬੰਧ ਹੈ? ਪਗੜੀਆਂ ਬੰਨ੍ਹ ਕੇ ਲੋਕੀ ਕਹਿੰਦੇ ਜੀ ਅਸੀਂ ਸਰਦਾਰ ਹਾਂ, ਪਰ ਸਰਦਾਰੀ ਤਾਂ ਰੂਹ ਦੀ ਸਰਦਾਰੀ ਹੈ। ਹੱਦ ਤੱਕ ਜੀਵਨ ਵਿੱਚੋਂ ਸਿੱਖੀ ਨਹੀਂ ਬੋਲਦੀ। ਹਾਂਜੀ,
ਭਾਈ ਤਦ ਸਾਹਿਬ ਤੱਕ ਸਰਦਾਰੀ ਧੋਖਾ, ਤਦ ਤੱਕ ਹਾਂਜੀ। ਪਗੜੀਆਂ ਧੋਖਾ ਹਨ। ਹਾਂਜੀ ਜਿੰਨੀਆਂ ਡਾਕਟਰ ਬਾਸੂ, ਪਗੜੀਆਂ ਬੰਦੇ ਨੇ ਲੋਕੀ, ਹਾਂਜੀ ਸਾਰੀਆਂ ਧੋਖੇ ਵਿੱਚ ਆ ਜਾਂਦੀਆਂ ਨੇ। ਯਾ ਡਾਕਟਰ ਤੇ ਬਾਸੂ, ਜਿਹੜੀ ਸਿੱਖਾਂ ਦੇ ਵਿੱਚ ਇੱਕ ਮਿੰਟ, ਮੇਰੀ ਅਰਜ਼ ਇਹ ਆ ਕਿਉਂਕਿ ਉਹ ਸਾਡਾ ਜਿਹੜਾ ਚੱਲ ਰਿਹਾ ਹੈਗਾ ਮਾਤਾਵਾਂ ਦਾ ਰੋਲ, ਇਹਦੇ ਤੇ ਸਾਨੂੰ ਫੋਕਸ ਕਰਨ ਦੀ ਲੋੜ ਹੈ ਕਿ ਜਿਹੜਾ ਗੁਰਬਿਲਾਸ 10ਵੇਂ ਪਾਤਸ਼ਾਹੀ ਹੈ ਜਾਂ ਇਹਨਾਂ ਵਗੈਰਾ ਕੋਈ ਐਵੀਡੈਂਸ ਨਹੀਂ ਹੈ ਇਸ ਬਾਬਤ ਕਿ ਵੀ ਕੀ ਹੋਇਆ? ਨਹੀਂ, ਮੇਰਾ ਇਹਦੇ ਬਾਰੇ ਕੋਈ ਇੰਨਾ ਮੈਂ ਪੜ੍ਹਿਆ ਨਹੀਂ ਜੀ, ਇਹਦੇ ਬਾਰੇ ਮੈਂ ਇਦਾਂ ਨਹੀਂ ਪੜ੍ਹਿਆ ਕਿ ਗਿਆਨੀ ਧਰਮ ਸਿੰਘ ਜੀ ਤੁਹਾਡਾ ਕੀ ਕਿਦਾਂ ਬਿਆਨ ਅਸਲ ਜਿਹੜੇ ਗੁਰਬਿਲਾਸ ਆ ਨਾ ਜੀ, ਮੈਂ ਉਹ ਜਿਹੜਾ ਹੈਗਾ ਪਾਤਸ਼ਾਹੀ ਛੇਵੀਂ ਵਾਲਾ, ਉਹ ਤੇ ਉੱਕਾ ਹੀ ਤੁਹਾਨੂੰ ਪਤਾ ਆ, ਉਹਦੇ ਬਾਰੇ ਤੇ ਬੜਾ ਕੰਟਰੋਵਰਸੀ ਚੱਲਦੀ ਆ। ਤੇ ਜਿਹੜਾ ਗੁਰਬਿਲਾਸ ਦਾ ਪਾਤਸ਼ਾਹੀ 10ਵੀਂ ਆ, ਉਹਦੇ ਵਿੱਚ ਵੀ ਰਲੇ ਹੈਗੇ ਆ। ਤੇ ਮੈਂ ਅਸਲ 'ਚ ਉਹਦੇ ਬਾਰੇ ਬਹੁਤਾ ਜ਼ਿਆਦਾ ਜਾਣਦਾ ਨਹੀਂ ਆ ਵੀ ਉਹਦੇ 'ਚ ਮਾਤਾ ਜੀ ਬਾਰੇ ਕੀ ਹੈਗਾ ਆ, ਕੋਈ ਜ਼ਿਕਰ ਕਿ ਨਹੀਂ। ਜਿਹੜੇ ਆਪਣੇ ਕਵੀ ਸੈਨਾਪਤ ਹੋਏ ਨੇ, ਭਾਈ ਨੰਦ ਲਾਲ ਜੀ ਹੋਏ ਨੇ, ਉਹਨਾਂ ਦਾ ਕੋਈ ਆਉਂਦਾ ਹੈਗਾ ਰੈਫਰੈਂਸ ਇਹਨਾਂ ਚੀਜ਼ਾਂ ਬਾਬਤ? ਭਾਈ ਨੰਦ ਲਾਲ ਜੀ ਦੇ ਮੇਰੇ ਖਿਆਲ 'ਚ ਉਹਨਾਂ ਦੇ ਜਿਹੜੀ ਹੈਗੀ ਆ ਉਹਦੇ ਵਿੱਚ ਮਾਤਾ ਸੁੰਦਰੀ ਜੀ ਬਾਰੇ ਕੋਈ ਹੈ ਨਹੀਂ ਆ, ਜਾਂ ਤੇ ਉਹਨਾਂ ਦਾ ਰਹਿਤਨਾਮਿਆਂ ਬਾਰੇ ਆ, ਜਾਂ ਉਹਨਾਂ ਦੀਆਂ ਜਿਹੜੀਆਂ ਗਜ਼ਲਾਂ ਨੇ ਜਾਂ ਕਵਿਤਾ ਦੀਆਂ ਨੇ, ਉਹਨਾਂ ਦੇ ਵਿੱਚ ਗੁਰੂ ਮਹਿਮਾ ਹੈਗੀ ਆ। ਪਰ ਮਾਤਾ ਸੁੰਦਰੀ ਜੀ ਦੇ ਬਾਰੇ ਨਹੀਂ ਕਿਤੇ ਵੀ ਪੜ੍ਹਿਆ ਉਹਨਾਂ ਦੇ ਪੁਸਤਕਾਂ 'ਚੋਂ। ਅੱਛਾ ਜੀ, ਪੰਡਿਆ ਸੋਚਿਆ ਸੀ ਤੁਸੀਂ ਕਿਤੇ ਇਹਨਾਂ ਚੀਜ਼ਾਂ ਦੇ ਵਿੱਚ ਪੜ੍ਹਿਆ? ਬਾਕੀ ਜਿਹੜੇ ਰਿਸੋਰਸਿਸ ਨੇ ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ ਦੇ ਰੋਲ ਬਾਬਤ, ਜਿਹੜੇ ਸੈਕੰਡਰੀ ਰਿਸੋਰਸਿਸ ਨੇ? ਰਾਈਟ ਜੀ, ਇਹਨਾਂ ਦੇ ਵਿੱਚ ਕਿਧਰੇ ਵੀ ਮੈਨੂੰ ਤਾਂ ਨਹੀਂ ਕਿਧਰੇ ਵੀ ਜ਼ਿਕਰ ਮਿਲਿਆ। ਜਿੰਨਾ ਕੁ ਮੈਂ ਪੜ੍ਹਿਆ ਭਾਈ ਗੁਰਦਾਸ ਜੀ ਤੇ ਉਹਨਾਂ ਦੇ ਵਿੱਚ ਨਾ ਜੀ ਕਿਤੇ ਵੀ ਇਸ ਤਰ੍ਹਾਂ ਦਾ ਜ਼ਿਕਰ ਨਹੀਂ ਆਉਂਦਾ। ਜਿਹੜਾ ਭਾਈ ਨੰਦ ਲਾਲ ਜੀ ਦਾ, ਉਹਨਾਂ ਦਾ ਤੇ ਜ਼ਿਆਦਾ ਦੇਖੋ ਖਾਲਸੇ ਦੇ ਬਾਰੇ 'ਚ ਲਿਖਿਆ ਹੋਇਆ, ਤੇ ਜਾਂ ਫਿਰ ਜਿਹੜਾ ਜ਼ਿੰਦਗੀ ਨਾਮਾ, ਇਸ ਤਰ੍ਹਾਂ ਤਸੀਫੋ ਸਨਾ, ਇਹ ਜਿਹੜੀ ਉਹਨਾਂ ਦੀ ਰਚਨਾਵਾਂ ਹੈਗੀਆਂ, ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਉਹਨਾਂ ਦਾ ਸਬਜੈਕਟ ਮੈਟਰ ਹੋ ਰਿਹਾ। ਉਹਦੇ ਵਿੱਚ ਤੇ ਸਿੱਖੀ ਦੇ ਬਾਰੇ ਵਿਆਖਿਆ ਕੀਤੀ ਗਈ, ਉਸ ਤਰ੍ਹਾਂ ਦੀਆਂ ਗੱਲਾਂ ਨੇ ਭਾਈ, ਪਰ ਇਤਿਹਾਸਕ ਗੱਲ ਨਹੀਂ ਉਹਦੇ ਵਿੱਚ ਕੋਈ ਵੀ। ਅਫਸੋਸ ਦੀ ਗੱਲ ਇਹ ਹੈ ਜੀ ਕਿ ਬਈ ਦੇਖੋ, ਜਿਹੜੀਆਂ ਸਾਡੀਆਂ, ਅਸੀਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਔਰਤ ਨੂੰ ਬਈ ਬਰੋਬਰ ਦੀ ਆ, ਪੰਡਮੀਆਂ ਦੇ ਅਸੀਂ ਮਿਸਾਲਾਂ ਦਿੰਦੇ ਆ, ਪਰ ਜਿੱਥੋਂ ਤੱਕ ਸਾਡੇ ਸਨਮਾਨਯੋਗ ਇਸਤਰੀਆਂ ਦਾ ਰੋਲ ਹੈ ਗੁਰੂ ਘਰ ਦੇ ਵਿੱਚ, ਬੇਬੇ ਨਾਨਕੀ, ਬੇਬੇ ਮਾਤਾ ਸੁਲੱਖਣੀ, ਮਾਤਾ ਤ੍ਰਿਪਤਾ ਜੀ, ਬਾਕੀ ਗੁਰੂ ਸਾਹਿਬ ਜੀ ਦੀਆਂ ਮਹਿਲਾਵਾਂ, ਤੇ ਸਣੇ ਇੱਥੇ ਮਾਤਾ ਸੁੰਦਰੀ, ਮਾਤਾ ਸਾਹਿਬ ਕਾ, ਉਹਨਾਂ ਦੇ ਕੋਈ ਇਤਿਹਾਸ ਹੀ ਨਹੀਂ ਮਿਲਦਾ, ਨਾ ਉਹਨਾਂ ਬਾਅਦ ਕੋਈ ਗੱਲਬਾਤ ਜੁੜੀ ਹੈ, ਕਿਵੇਂ ਉਹਨਾਂ ਨੇ ਜਦੋਜਹਿਦ ਦੇ ਵਿੱਚ ਹਿੱਸਾ ਪਾਇਆ, ਕਿਵੇਂ ਮਾਤਾ ਗੁਜਰੀ ਨੇ ਜਾਂ ਗੁਰੂ ਹਰਕ੍ਰਿਸ਼ਨ ਜੀ ਇੰਨੇ ਛੋਟੀ ਉਮਰ ਦੇ ਸੀ, ਉਹਨਾਂ ਦੀ ਮਾਤਾ ਜੀ ਨੇ ਕਿਵੇਂ ਕੀ ਰੋਲ ਪਲੇ ਕੀਤਾ ਉਹਨਾਂ ਦੀ ਡਿਵੈਲਪਮੈਂਟ ਤੇ ਉਹਨਾਂ ਦੀ ਮਿਨਿਸਟਰੀ ਦੇ ਦੌਰਾਨ। ਇਹੋ ਜਿਹੀਆਂ ਚੀਜ਼ਾਂ ਕਿਤੇ ਮਿਲਦੀਆਂ ਨਹੀਂ। ਬੜੀ ਹੈਰਾਨੀ ਆਉਂਦੀ ਹੈ ਮੈਨੂੰ ਇਹ ਸੋਚ ਕੇ ਕਿ ਉੱਤੋਂ ਅਸੀਂ ਕਹੀ ਜਾਂਦੇ ਜੀ ਔਰਤ ਤੇ ਆਦਮੀ ਬਰੋਬਰ ਹੈ, ਤੇ ਜਿੱਥੋਂ ਪ੍ਰੈਕਟੀਕਲ ਰੂਪ ਆ ਉਹਦੇ ਵਿੱਚ ਉਹਦੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਗਿਆ। ਦਿਸ ਇਜ਼ ਵੈਰੀ ਸੈਡ ਐਕਚੁਅਲੀ ਇਨਡੀਡ। ਕੀ ਖਿਆਲ ਹੈ ਤੁਹਾਡਾ ਆਪਣੇ ਡਾਕਟਰ ਕੁਲਵਿੰਦਰ ਸਿੰਘ? ਹਾਂਜੀ ਸਰ, ਪਹਿਲਾਂ ਤਾਂ ਤੁਸੀਂ ਜਿਹੜਾ ਸਵਾਲ ਕੀਤਾ ਨਾ ਕਿ ਸਟਾਰਟਿੰਗ ਤੇ ਇਹ ਮਾਤਾ ਜੀ ਨੂੰ ਦਿੱਲੀ ਕਿਉਂ ਲਿਜਾਇਆ, ਅਸੀਂ ਵਿਚਾਰ ਕਰ ਸਕਦੇ ਹਾਂ ਕਿ ਦੇਖੋ, ਜਦੋਂ ਅਸੀਂ ਕਿਲ੍ਹਾ ਅਨੰਦਪੁਰ ਸਾਹਿਬ ਖਾਲੀ ਕੀਤਾ ਤੇ ਵੀ ਹੈਡ ਨੋ ਪਲਾਨਿੰਗ। ਕਿਉਂ ਕਿ ਇਹ ਤੇ ਪਹਿਲੀ ਗੱਲ ਤੇ ਝੂਠੀਆਂ ਸੌਂ ਖਾਧੀਆਂ ਸੀ ਪਹਾੜੀ ਰਾਜਿਆਂ ਨੇ ਤੇ ਮੁਗਲਾਂ ਨੇ, ਤੇ ਸਾਨੂੰ ਪਹਿਲਾਂ ਪਤਾ ਹੀ ਨਹੀਂ ਸੀ, ਨਾ ਸਾਡੇ ਕੋਲ ਨੈਕਸਟ ਸਟੇਸ਼ਨ ਹੈਗਾ ਸੀ। ਅਨੰਦਪੁਰ ਸਾਹਿਬ ਦਾ ਸਾਡਾ ਆਪਣਾ ਪਲੇਸ ਹੈ, ਅਗਲੀ ਜਗ੍ਹਾ ਫਿਕਸ ਹੀ ਨਹੀਂ ਸੀ, ਡਿਸਾਈਡਡ ਨਹੀਂ ਸੀ ਜਾਣਾ ਕਿੱਥੇ। ਉਸ ਤੋਂ ਬਾਅਦ ਜਦੋਂ ਅਟੈਕ ਹੋ ਜਾਂਦਾ ਹੈ ਸਾਡੇ ਤੇ ਉਹ ਨੈਚੁਰਲੀ ਉਦੋਂ ਫਿਰ ਹਿੱਦਰ ਜਿਹੜਾ ਹੋ ਜਾਂਦਾ ਸ਼ੁਰੂ ਹੋ ਜਾਂਦਾ ਹੈ ਕਿ ਅਨਪਲਾਨ ਚੀਜ਼ ਸ਼ੁਰੂ ਹੋ ਜਾਂਦੀ ਹੈ। ਹੁਣ ਡਾਕਟਰ ਸਾਹਿਬ ਆਪ ਜੀ ਨੇ ਸਵਾਲ ਕੀਤਾ ਸੀ ਮਾਤਾ ਜੀ ਬਾਰੇ ਕਿ ਮਾਤਾ ਜੀ ਨੂੰ ਦਿੱਲੀ ਕਿੱਦਾਂ ਲਿਜਾਇਆ ਗਿਆ, ਦਿੱਲੀ ਦਾ ਸੀ ਉਹ ਸਰ ਮੇਰਾ ਵਿਊ ਹੈਗਾ ਪਰਸਨਲ ਕਿ ਉਹ ਕੀ ਸੀ, ਉਹਨਾਂ ਦਿਨਾਂ 'ਚ ਫੋਟੋਗ੍ਰਾਫ ਤੇ ਹੁੰਦੇ ਨਹੀਂ ਸੀ, ਆਇਡੈਂਟੀਫਿਕੇਸ਼ਨ ਜਿਹੜੀ ਸੀ, ਅੱਜ ਦਾ ਸਮਾਂ ਨਹੀਂ ਸੀ ਕਿ WhatsApp ਤੇ ਕਿਸੇ ਦੀ ਫੋਟੋ ਦੇਖ ਲਈ ਤੇ ਉਹਨੂੰ ਬਿਨਾਂ ਦੇਖ ਕੇ ਪਛਾਣ ਲਿਆ, ਇਹ ਚੀਜ਼ਾਂ ਨਹੀਂ ਸੀ ਹੁੰਦੀਆਂ। ਸੋ ਬੰਦੇ ਨੂੰ ਆਇਡੈਂਟੀਫਾਈ ਕਰਨਾ ਨਾ ਈਜ਼ੀ ਨਹੀਂ ਸੀ ਹੁੰਦਾ, ਜਿਹੜੇ ਸੂਝੇ ਸਨ ਉਹੀ ਬੰਦੇ ਨੂੰ ਆਇਡੈਂਟੀਫਾਈ ਕਰਦੇ। ਸੋ ਵੈਰੀ ਮਚ ਪੋਸੀਬਲ ਕਿ ਮਾਤਾ ਜੀ ਦੀ ਆਇਡੈਂਟੀਟੀ ਦਾ ਕਿਸੇ ਨੂੰ ਪਤਾ ਹੀ ਨਾ ਹੋਵੇਗਾ। ਦੂਸਰੀ ਗੱਲ, ਜਦੋਂ ਅਸੀਂ ਐਮਰਜੈਂਸੀ ਫੈਸਲੇ ਲੈਂਦੇ ਹਾਂ, ਉਹ ਐਮਰਜੈਂਸੀ ਫੈਸਲੇ ਹੁੰਦੇ ਨਹੀਂ ਕੱਚੇ ਪੱਕੇ।
ਉਹਦੇ ਸੇਫਟੀ ਦਾ ਪੱਕਾ ਨਹੀਂ ਹੁੰਦਾ ਸਾਨੂੰ, ਇਹ ਕੋਈ ਪਹਿਲਾਂ ਹੀ ਨਹੀਂ ਡਿਸਾਈਡਡ ਹੋਏਗਾ ਕਿ ਉੱਥੇ ਜਾਣਾ, ਇਸ ਸਮੇਂ ਹਿਸਾਬ ਸਿਰ ਫੈਸਲੇ ਲੈਂਦੇ। ਦੇਖੋ ਜਦੋਂ ਅਸੀਂ ਪਰਿਵਾਰ ਵਿਛੋੜਾ ਹੀ ਕਹਿ ਦਿੰਦੇ ਹਾਂ, ਵਿਛੋੜੇ ਦਾ ਮਤਲਬ ਕੀ ਹੈ? ਇਟ ਵਾਸ ਆਲ ਔਨ ਪਲਾਨ। ਇੱਕ ਐਮਰਜੈਂਸੀ ਸਿਚੁਏਸ਼ਨ ਬਣੀ ਹੋਈ ਸੀ, ਜਿਹਨੂੰ ਜਿੱਧਰ ਸੇਫਟੀ ਦਾ ਰਸਤਾ ਮਿਲਿਆ ਉੱਧਰ ਚਲਾ ਗਿਆ। ਅਟੈਕ ਤੋਂ ਬਾਅਦ ਇੰਨੀ ਪਲਾਨਿੰਗ ਨਹੀਂ ਹੁੰਦੀ ਕਿ ਤੂੰ ਇੱਧਰ ਜਾ ਇੱਧਰ ਜਾ ਇੱਧਰ ਜਾ। ਵੀ ਹੈਡ ਨੋ ਨਥਿੰਗ ਟੂ ਗੋ, ਸਾਡੇ ਕੋਲ ਕੋਈ ਵੀ ਸੇਫ ਹੈਵਨ ਨਹੀਂ ਸੀ। ਦੂਸਰਾ ਸਰ ਤੁਹਾਡਾ ਸਵਾਲ ਜਿਹੜਾ ਹੈ ਸਰ, ਦੂਸਰਾ ਸਵਾਲ ਆਇਆ ਸੀ ਮਨ ਦੇ ਵਿੱਚ ਕਿ ਜਦੋਂ ਗਾਈਡੈਂਸ ਮਾਤਾ ਜੀ ਬਾਰੇ, ਕਿ ਮਾਤਾ ਜੀ ਦੀ ਗਾਈਡੈਂਸ, ਦੇਖੋ ਅਸੀਂ ਪਹਿਲੇ ਇਤਿਹਾਸ ਤੋਂ ਸੇਧ ਲੈ ਸਕਦੇ ਹਾਂ ਕਿ ਜਦੋਂ ਬਿਲਕੁਲ ਹਾਲਾਤ ਸੁਖਾਵੇਂ ਸੀ, ਕੋਈ ਕੰਟਰੋਵਰਸੀ ਨਹੀਂ ਸੀ, ਉਦੋਂ ਵੀ ਜਦੋਂ ਗੁਰਗੱਦੀ ਬਦਲਦੀ ਰਹੀ ਹੈ ਨਾ, ਤੇ ਥੋੜਾ ਬਹੁਤਾ ਕਿਸੇ ਨਾ ਕਿਸੇ ਥਾਂ ਤੇ ਕੰਟਰੋਵਰਸੀ ਕਲੇਸ਼ ਪੈਂਦਾ ਰਿਹਾ। ਗੁਰੂ ਨਾਨਕ ਸਾਹਿਬ ਵੇਲੇ, ਗੁਰੂ ਅੰਗਦ ਦੇਵ ਮਹਾਰਾਜ ਵੇਲੇ, ਉਦੋਂ ਬਿਲਕੁਲ ਹਾਲਾਤ ਸੁਖਾਵੇਂ ਸਨ, ਉਦੋਂ ਵੀ ਘਰ ਦੇ ਵਿੱਚ ਹੋ ਜਾਂਦਾ ਸੀ। ਹੁਣ ਦੇਖੋ ਅਸੀਂ ਸਿਚੁਏਸ਼ਨ ਨੂੰ ਅਸਿਊਮ ਕਰੀਏ ਕਿ ਦਸਮ ਪਾਤਸ਼ਾਹ, ਮਾਤਾ ਜੀ ਦੇ ਜਿਹੜੀ ਸੀ ਗੱਲ ਕਰਨੀ ਦਸਮ ਪਾਤਸ਼ਾਹ ਦੇ ਪੀਰੀਅਡ ਤੋਂ ਬਾਅਦ ਦੀ ਗੱਲ ਕਰ ਰਹੇ, ਠੀਕ ਹੈ ਨਾ। ਜਦੋਂ ਜਿਹੜਾ ਮੇਨ ਗੁਰੂ ਹੈ, ਪ੍ਰਤੱਖ ਗੁਰੂ ਹੈ, ਸਾਡਾ ਆਪਣਾ ਅੱਡਾ ਵੀ ਖੋਇਆ ਗਿਆ, ਅਨੰਦਪੁਰ ਸਾਹਿਬ ਸਾਡਾ ਦਾ ਕਿਲਾ ਸੀ, ਤੇ ਅਸੀਂ ਸਾਰੇ ਹੀ ਖਿਲਰ ਗਏ। ਔਰ ਇੰਨੇ ਦੇਖੋ ਚਾਰੋਂ ਸਾਹਿਬਜ਼ਾਦੇ ਸ਼ਹੀਦੀ ਪਾ ਚੁੱਕੇ ਨੇ, ਗੁਰੂ ਸਾਹਿਬ ਸਰਗਵਾਸ ਹੋ ਚੁੱਕੇ ਨੇ, 5 ਪਿਆਰਿਆਂ ਵਿੱਚੋਂ ਕਈ ਪਿਆਰੇ ਬੜੇ ਬੜੇ ਜਿੰਨੇ ਇੰਪੋਰਟੈਂਟ ਸਿੱਖ ਹੈਗੇ ਸੀ ਉਹਦੇ ਸ਼ਹੀਦੀ ਪਾ ਚੁੱਕੇ। ਉਸ ਵੇਲੇ ਜੇਕਰ ਸੋਚੀਏ ਕਿ ਸਾਨੂੰ ਉਸ ਵੇਲੇ ਈਜ਼ੀਲੀ ਮਿਲ ਜਾਵੇ ਜਾਂ ਸਾਡੀ ਪਲਾਨਿੰਗ ਹੋਵੇ ਤੇ ਬੜਾ ਔਖਾ ਜਿਹਾ ਕੰਮ। ਇਤਿਹਾਸ ਦੇ ਸਰ ਆਪਾਂ ਗੁਰੂ ਸਾਹਿਬ ਦੇ ਵੇਲੇ ਦਾ ਸਾਡੇ ਕੋਲ ਪ੍ਰਤੱਖ ਨਹੀਂ ਹੈਗਾ, ਜਦੋਂ ਕਿ ਸਭ ਕੁਝ ਸੁਖਾਵਾਂ ਸੀ, ਤੇ ਇਹ ਇੱਕ ਐਸੀ ਸਿਚੁਏਸ਼ਨ ਸੀ ਜਦੋਂ ਹਕੂਮਤ ਨਾਲ ਸਿੱਧਾ ਹੀ ਟੱਕਰਾ ਸੀ। ਦੇਖੋ 1699 ਚ ਗੁਰੂ ਸਾਹਿਬ ਖਾਲਸਾ ਪੰਥ ਦੀ ਸਾਜਨਾ ਕਰਦੇ, ਖਾਲਸਾ ਦੇ ਪਹਿਲਾਂ ਵੀ ਸ਼ਸਤਰਧਾਰੀ ਸੀ, ਲੇਕਿਨ ਉਦੋਂ ਗੁਰੂ ਸਾਹਿਬ ਨੇ ਇੱਕ ਆਰਮੀ ਡਿਕਲੇਅਰ ਕਰ ਕਿ ਹੁਣ ਜਿਹੜਾ ਹਰ ਸਿੱਖ ਹੈ ਉਹਦੇ ਲਈ ਸਿੰਘ ਬਣਨਾ ਜ਼ਰੂਰੀ ਹੈ, ਜਿੰਨੇ ਮੇਰੀ ਖੁਸ਼ੀ ਲੈਣੀ ਹੈ, he has to be armed। ਔਰ ਕੱਲੀ ਕਿਰਪਾਨ ਨਹੀਂ, ਉਹਨੇ ਵਧੀਆ ਤੋਂ ਵਧੀਆ ਸ਼ਸਤਰ ਖੜਿਆ ਤੇ ਡਿਕਲੇਅਰ ਕਰ। ਹੁਣ ਐਸੇ ਹਾਲਾਤ ਦੇ ਵਿੱਚ 5 ਸਾਲਾਂ ਬਾਅਦ ਹੀ 1699 ਦਾ ਬਾਅਦ 1704 ਦੇ ਵਿੱਚ ਅਸੀਂ ਪਰਿਵਾਰ ਵਿੱਚ ਅਨੰਦਪੁਰ ਸਾਹਿਬ ਦੇ ਕਿਲੇ ਖਾਲੀ ਦੀ ਗੱਲ, 5 ਸਾਲ ਦੇ ਵਿੱਚ ਸਭ ਕੁਝ ਹੋ ਗਿਆ। ਕਿਲੇ ਨੂੰ ਘੇਰਾ ਵੀ ਪੈ ਗਿਆ, ਸੀਜ਼ ਵੀ ਹੋ ਗਈ, ਸਾਰੀਆਂ ਫੋਰਸਿਸ ਪਹਾੜੀ ਰਾਜੇ ਦੀ ਤੇ ਮੁਗਲ ਫੌਜਾਂ ਦੀ ਸਾਰੀਆਂ ਇਕੱਠੀਆਂ ਹੋ ਗਈਆਂ। ਕਿਉਂ? ਉਹਨਾਂ ਨੂੰ ਸੀ ਕਿ ਨਵੀਂ ਫੋਰਸ ਖੜੀ ਹੋ ਰਹੀ ਹੈ ਜਿਹੜੀ ਸਾਡੀ ਸਾਰਿਆਂ ਲਈ ਖਤਰਾ ਬਣ ਸਕਦੀ, ਕਿਉਂਕਿ ਉਹ ਰਿਲਾਈਜ਼ ਨਹੀਂ ਸੀ ਕਰਦੇ ਕਿ ਗੁਰੂ ਦੇ ਸੱਚ ਲਈ ਲੜ ਰਹੇ ਆ। ਉਹਨਾਂ ਨੂੰ ਇੱਕੋ ਡਰ ਸੀ ਕਿ ਗੁਰੂ ਖਰੇ ਕਾਬਜ ਨਾ ਹੋ ਜਾਏ। ਸੋ ਸਰ ਐਸੇ ਹਾਲਾਤ, ਹਾਂਜੀ ਐਸੇ ਹਾਲਾਤ ਸਰ ਦੇਖੋ, ਜਿਸ ਤਰ੍ਹਾਂ ਹੁਣੇ ਪ੍ਰੋਫੈਸਰ ਸਾਹਿਬ ਨੇ ਤੇ ਪ੍ਰਿੰਸੀਪਲ ਸਾਹਿਬ ਨੇ ਜ਼ਿਕਰ ਕੀਤਾ ਹੈ, ਡਾਕਟਰ ਵਾਸੂ ਜੀ ਨੇ ਜ਼ਿਕਰ ਕੀਤਾ ਹੈ ਕਿ ਪੰਥ ਦੇ ਵਿੱਚ ਫੈਸਲਾ ਕਰਨ ਵਾਸਤੇ ਪਰਚੀਆਂ ਲੈਣੀਆਂ ਸ਼ੁਰੂ ਹੋ ਗਈਆਂ। ਬੰਦਾਈ ਖਾਲਸਾ ਤੇ ਤਖਤ ਖਾਲਸਾ ਦਾ ਹੀ ਆਪਸ ਦੇ ਵਿੱਚ, ਕਿਉਂ? ਕੌਮ ਦੇ ਵਿੱਚ ਲੀਡਰ ਫਿਕਸ ਨਹੀਂ ਸੀ। ਗੁਰੂ ਜਦੋਂ ਡਿਕਲੇਅਰ ਕਰ ਦਿੰਦੇ ਸਨ ਕਿ ਫਲਾਣਾ ਗੁਰੂ ਹੈ, ਉਹਨੂੰ ਵੀ ਲੋਕੀ ਮੰਨਣ ਨੂੰ ਟਾਈਮ ਲਾਉਂਦੇ ਸੀ, ਤੇ ਇੱਥੇ ਤੇ ਗੱਦੀ ਪੰਜਾਂ ਚ ਚਲੀ ਗਈ ਸੀ। ਹਾਂਜੀ, ਥੈਂਕ ਯੂ ਜੀ, ਆਈ ਕਮ ਬੈਕ ਟੂ ਯੂ। ਇੱਥੇ ਕੋਈ ਹੋਰ ਐਡ ਕਰਨੀ ਹੋਵੇ ਜੀ, ਗਿਆਨੀ ਸੁੱਚਾ ਸਿੰਘ ਜੀ ਤੁਸੀਂ? ਅਸਲ ਵਿੱਚ ਡਾਕਟਰ ਸਾਹਿਬ ਗੱਲ ਏਦਾਂ ਹੈ ਕਿ ਜੋ ਮਾਤਾਵਾਂ ਹੁੰਦੀਆਂ ਨੇ ਜਾਂ ਕੋਈ ਪਰਸਨੈਲਿਟੀਆਂ ਨੇ, ਉਹਨਾਂ ਦੀ ਇੱਕ ਅੱਧੀ ਗੱਲ ਹੀ ਜੀਵਨ 'ਚ ਲੈ ਲਓ ਤੇ ਬੜੀ ਹੁੰਦੀ ਹੈ। ਹੁਣ ਮਾਤਾ ਸੁੰਦਰੀ ਨੇ ਆਪਣੇ ਪੁੱਤਰ ਨੂੰ ਫਾਰਖਦੀ ਦੇ ਦਿੱਤੀ ਕਿਉਂਕਿ ਉਹਨੇ ਕੇਸ ਕਤਲ ਕਰਵਾ ਲਿਆ। ਕੀ ਇਹ ਇੱਕ ਜਿਹੜਾ ਮਾਤਾ ਸੁੰਦਰੀ ਦਾ ਇਹ ਕਰਤੱਵ ਹੈ? ਅੱਜ ਕਿੰਨੇ ਸਿੱਖ ਜਿਹੜੇ ਨੇ ਆਪਣੇ ਪੁੱਤਰਾਂ ਨੂੰ ਫਾਰਖਦੀ ਦੇ ਰਹੇ ਨੇ। ਅੱਜ ਸਾਰੇ ਪੰਜਾਬ ਵਿੱਚ ਸਿੱਖੀ ਦੀ ਸ਼ਕਲ ਖਰਾਬ ਹੋ ਗਈ ਹੈ। ਸਾਰੇ ਦਾੜੀਆਂ ਕੇਸ ਮਨਾਉਣ ਲੱਗ ਗਏ ਨੇ। ਵੱਡੇ ਵੱਡੇ ਜਥੇਦਾਰਾਂ ਦੇ ਪੁੱਤਰ ਜਿਹੜੇ ਨੇ ਉਹ ਕੇਸ ਕਤਲ ਕਰਵਾ ਰਹੇ ਨੇ। ਪ੍ਰੋਫੈਸਰ ਜਿੰਨੇ ਸ਼੍ਰੋਮਣੀ ਕਮੇਟੀ ਦੇ ਕਾਲਜਸ ਨੇ, ਉਹਨਾਂ ਵਿੱਚ ਜਿਹੜੇ ਪ੍ਰੋਫੈਸਰ ਨੇ ਲੱਖ ਲੱਖ ਰੁਪਏ ਤਨਖਾਹ ਲੈਂਦੇ ਨੇ ਤੇ ਉਹ ਆਪਣੇ ਪੁੱਤਰਾਂ ਧੀਆਂ ਦੇ ਵਾਲ ਕਟਵਾ ਦਿੰਦੇ ਨੇ। ਮੈਂ ਕਹਿੰਦਾ ਮਾਤਾ ਸੁੰਦਰੀ ਦਾ ਇੱਕੋ ਹੀ ਕਰਮ ਜਿਹੜਾ ਹੈ, ਸਿੱਖ ਕਹਿਣ ਕਿ ਆਪਣੇ ਆਪਣੇ ਪਰਿਵਾਰਾਂ ਨੂੰ, ਇਹ ਬੜਾ ਮੁਸ਼ਕਲ ਜਿਹਾ ਹੋ ਗਿਆ। ਸਾਡੇ ਬੱਚੇ ਜਿਹੜੇ ਨੇ ਉਹ ਕੇਸ ਆਪਣਾ ਦਾੜੀ ਦੂੜੀ ਛੇੜ ਲੈਂਦੇ ਨੇ ਤੇ ਸਾਡੇ ਲਈ ਮੁਸੀਬਤ ਬਣ ਜਾਂਦੀ ਜ਼ਿੰਦਗੀ 'ਚ।
ਅਸੀਂ ਜਿਹੜੇ ਸਿੱਖੀ ਦਾ ਦਰਦ ਰੱਖਣ ਵਾਲੇ ਹਾਂ ਉਹ ਕਿੱਥੇ ਜਾਈਏ, ਕੀ ਕਰੀਏ? ਇਸ ਕਰਕੇ ਮਾਤਾ ਸੁੰਦਰੀ ਦਾ ਇਹ ਕਰਮ ਜਿਹੜਾ ਹੈ, ਜੇ ਇਹ ਹੀ ਅਪਣਾ ਲੈਣ ਸਿੱਖ ਸਾਰੇ, ਮੈਂ ਕਹਿੰਦਾ ਬਹੁਤ ਵੱਡੀ ਗੱਲ ਹੈ। ਬਹੁਤ ਇਤਿਹਾਸਾਂ ਦੀ ਲੋੜ ਨਹੀਂ ਰਹਿੰਦੀ। ਸਾਡੀ ਇੱਕ ਆਦਤ ਬਣ ਗਈ ਹੈ ਕਿ ਅਸੀਂ ਕਹਿੰਦੇ ਹਾਂ ਜੀ ਇਹ ਇਤਿਹਾਸ ਹੋਰ ਨਹੀਂ ਮਿਲਦਾ। ਸਵਾਲ ਇਹ ਹੈ ਵੀ ਜੀਵਨ ਦੇ ਵਿੱਚ ਤੁਸੀਂ ਇੱਕ ਫੈਸਲਾ, ਇੱਕ ਜਿਹੜਾ ਸੱਚਾ ਸੁੰਦਰੀ ਜੀ ਨੇ ਕੀਤਾ, ਕਿੰਨੇ ਕੁ ਸਿੱਖ ਅਪਣਾ ਰਹੇ ਜੀ ਆਪਣੇ ਬੱਚਿਆਂ ਨੂੰ, ਕਿੰਨੇ ਕੁ ਸਿੱਖੀ? ਅੱਜ ਸਿੱਖ ਦੀ ਪਰਿਭਾਸ਼ਾ ਹੀ ਪਤਾ ਨਹੀਂ ਲੱਗਦੀ ਕਿ ਸਿੱਖ ਕਿਹਨੂੰ ਕਹਿੰਦੇ ਨੇ। ਇਹ ਬੜੀ ਅਜੀਬ ਜੀ ਸਥਿਤੀ ਹੈ ਸਾਡੇ ਲੋਕਾਂ ਲਈ, ਜਿਹੜੇ ਅਸੀਂ ਪੁਰਾਣੇ ਯੁੱਗ ਦੇ ਰਹਿਤ ਮਰਜ਼ਾਦਾ ਦੇ ਪੱਕੇ ਰੱਖਣ ਵਾਲੇ ਆ। ਸਾਡੇ ਲਈ ਬੜੀ ਮੁਸੀਬਤ ਬਣ ਗਈ ਅਗਲੀਆਂ ਪੀੜ੍ਹੀਆਂ ਜਿਹੜੀ। ਥੈਂਕ ਯੂ ਜੀ, ਥੈਂਕ ਯੂ। ਗੈਂਗ ਸੁਚਾ ਸੀ, ਤੁਹਾਡੇ ਕੀ ਵਿਚਾਰ ਹੈ ਇੱਥੇ? ਹਾਂਜੀ, ਦੇਖੋ ਬਿਲਕੁਲ ਠੀਕ ਹੈ ਜੀ, ਪਰ ਜਿਹੜੀ ਪ੍ਰਿੰਸੀਪਲ ਬਾਸੂ ਸਾਹਿਬ ਗੱਲ ਕਹਿੰਦੇ ਬਹੁਤ ਅੱਛੀ ਗੱਲ ਹੈ ਕਿ ਜੀਵਨ ਨੂੰ ਉੱਚਾ ਚੁੱਕਣ ਦੇ ਵਾਸਤੇ ਤੇ ਇੱਕ ਗੱਲ ਹੀ ਲੈ ਲਈਏ ਉਹ ਵੀ ਬਹੁਤ ਹੈ। ਫਿਰ ਇਸ ਵੇਲੇ ਤਾਂ ਜੀ ਸਾਡਾ ਜਿਹੜਾ ਪੁਆਇੰਟ ਹੈ ਉਹ ਅਸੀਂ ਇਤਿਹਾਸ ਨੂੰ ਵਿਚਾਰ ਰਹੇ ਹਾਂ ਨਾ ਜੀ। ਅਸੀਂ ਸਿਰਫ ਪਰਸਨਲ ਜੀਵਨ ਨੂੰ ਉੱਚਾ ਚੁੱਕਣ ਦੇ ਵਾਸਤੇ ਅਸੀਂ ਉਹ ਸਬਜੈਕਟ ਨਹੀਂ ਲੈ ਕੇ ਐਸੇ ਚੱਲੇ ਹੋਏ। ਸਬਜੈਕਟ ਸਾਡਾ ਹੈਗਾ ਕਿ ਇਸ ਵੇਲੇ ਇਤਿਹਾਸ ਨੂੰ ਅਸੀਂ ਬਾਚ ਰਹੇ ਹਾਂ, ਤਾਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ। ਤੇ ਉਹਦੇ ਵਿੱਚ ਜਿਹੜੀ ਸੋਚਣੇ ਵਾਲੀ ਗੱਲ ਹੁੰਦੀ ਹੈ ਕਿ ਗੁਰੂ ਮਹਾਰਾਜ ਦੇ ਟਾਈਮ ਤੋਂ ਉਸ ਤੋਂ ਬਾਅਦ ਜਿਹੜੇ ਮਹਾਂਪੁਰਸ਼ਾਂ ਦਾ, ਸਿੱਖਾਂ ਦਾ ਅਸੀਂ ਨਾਮ ਲੈਂਦੇ ਹਾਂ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਵਰਗੇ, ਭਾਈ ਨੰਦ ਲਾਲ ਜੀ ਵਰਗੇ, ਇਹ ਉਹ ਜਾਗੀਆਂ ਹੋਈਆਂ ਰੂਹਾਂ ਸਨ। ਇਹ ਬਹੁਤ ਮਹਾਨ ਪੜ੍ਹੀਆਂ ਲਿਖੀਆਂ ਰੂਹਾਂ ਸਨ। ਇਹ ਕੋਈ ਅਨਪੜ੍ਹਾਂ ਵਾਂਗ ਫੈਸਲੇ ਨਹੀਂ ਲੈਣਗੀਆਂ। ਤੁਹਾਨੂੰ ਜਿਸ ਤਰ੍ਹਾਂ ਨਿਆਣੇ ਖੇਡਦੇ ਆ, ਛੋਟੇ ਛੋਟੇ ਨਿਆਣੇ ਜਦੋਂ ਸਾਥੀ ਚੁਣਦੇ ਆਪਣੇ ਇੱਕ ਦੂਸਰੇ ਦੇ ਨਾਲ, ਤੇ ਅਸੀਂ ਜਿਸ ਤਰ੍ਹਾਂ ਇੰਡੀਆ 'ਚ ਐ ਕੁਛ ਕਰਕੇ ਹੱਥ ਜਿਹਾ ਏਦਾਂ ਆ ਗਿਆ ਤੇ ਇੱਕ ਸਿੱਧਾ ਆ ਗਿਆ ਤੇ ਏਦਾਂ ਆ ਗਿਆ, ਉਹ ਇਹਦੇ ਦੋਸਤ ਬਣ ਗਏ। ਇਹ ਬੱਚਿਆਂ ਵਾਲੀਆਂ ਖੇਡਾਂ ਹੁੰਦੀਆਂ, ਠੀਕ ਹੈ ਜੀ, ਬੱਚਿਆਂ ਵਾਲੀਆਂ ਖੇਡਾਂ ਆ। ਇਸੇ ਤਰ੍ਹਾਂ ਹੀ ਤੁਸੀਂ ਦੇਖੋ ਕਿ ਭਾਈ ਮਨੀ ਸਿੰਘ ਜੀ ਦਾ ਅਸੀਂ ਮੰਨਦੇ ਹਾਂ ਕਿ ਉਹ ਸਾਰੇ ਹੀ ਸਿੱਖ ਜਿਹੜੇ ਆ ਉਸ ਵੇਲੇ ਬਹੁਤ ਸਤਿਕਾਰ ਕਰਦੇ ਸੀ। ਇਸੇ ਕਰਕੇ ਮਾਤਾ ਸੁੰਦਰੀ ਜੀ ਨੇ ਉਹਨਾਂ ਨੂੰ ਭੇਜਿਆ। ਹੁਣ ਦੂਜੇ ਪਾਸੇ ਬੰਦਈ ਤੇ ਤੱਤ ਖਾਲਸਾ ਦਾ ਜਿਹੜਾ ਝਗੜਾ ਹੈ ਜਿਸ ਦੇ ਚੱਲ ਰਿਹਾ, ਉਹਨੂੰ ਝਗੜੇ ਨੂੰ ਮਿਟਾਉਣ ਦੇ ਵਾਸਤੇ ਜੇਕਰ ਭਾਈ ਮਨੀ ਸਿੰਘ ਜੀ ਇੰਨੇ ਮਹਾਨ ਸ਼ਖਸੀਅਤ ਨੇ, ਜਿਹੜੀ ਸਾਨੂੰ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੇ ਦੋਨੋਂ ਹੀ ਜਿਹੜੇ ਜਥੇ ਸੀਗੇ ਬੰਦਈ ਤੇ ਤੱਤ, ਇਹ ਦੋਨੋਂ ਉਹਨਾਂ ਦੇ ਫੈਸਲੇ ਨੂੰ ਮੰਨਣਗੇ ਨਹੀਂ। ਜੇ ਉਹ ਕਹਿ ਦੇਣ ਕਿ ਨਹੀਂ ਜੀ ਆਹ ਠੀਕ ਹੈ, ਆਹ ਗਲਤ ਹੈ, ਠੀਕ ਹੈ ਨਾ ਜੀ, ਉਹਨਾਂ ਨੂੰ ਪਰਚੀਆਂ ਪਾਉਣ ਦੀ ਕਿਉਂ ਲੋੜ ਪੈਂਦੀ ਹੈ? ਨਾਲੇ ਪਰਚੀਆਂ ਜਿਹੜੀਆਂ ਆ, ਇਹਨੂੰ ਤੁਸੀਂ ਕਿਸ ਤਰ੍ਹਾਂ ਮੰਨ ਸਕਦੇ ਹੋ ਕਿ ਇਹ ਗੁਰੂ ਦਾ ਹੁਕਮ ਹੈ, ਇਹ ਪ੍ਰਮਾਤਮਾ ਦਾ ਇਲਹਾਮ ਆ ਗਿਆ? ਇਹ ਕਿਸ ਤਰ੍ਹਾਂ ਅਸੀਂ ਮੰਨ ਸਕਦੇ ਹਾਂ? ਇਹ ਕਿਸ ਤਰ੍ਹਾਂ ਪੋਸੀਬਿਲਿਟੀ ਕਿਸ ਤਰ੍ਹਾਂ ਹੋ ਗਈ ਕਿ ਦੋ ਪਰਚੀਆਂ ਪਾ ਦਿਓ, ਜਿਹੜੀ ਤਾਰ ਆਈ। ਹੁਣ ਨਾਓ ਜੀ ਦੱਸੋ ਕਿ ਇਹਦਾ ਮਤਲਬ ਜੇ ਦੂਸਰੀ ਪਰਚੀ ਆ ਜਾਂਦੀ ਤੇ ਅਸੀਂ ਉਹਨੂੰ ਅੱਜ ਮੰਨਦੇ ਹੁੰਦੇ? ਇਹਦਾ ਮਤਲਬ ਤੇ ਸਿੰਪਲ ਜਿਹਾ ਇਹ ਹੋ ਗਿਆ ਕਿ ਕਿਸੇ ਲੌਜਿਕ ਦੇ ਬੇਸ ਤੇ ਤਾਂ ਕੋਈ ਫੈਸਲਾ ਨਾ ਲਿਆ ਫਿਰ ਮਹਾਂਪੁਰਸ਼ਾਂ ਨੇ ਵੀ। ਮੈਂ ਤੇ ਜੀ ਹਰ ਚੀਜ਼ ਨੂੰ ਕ੍ਰਿਟੀਕ ਦੇ ਨਾਲ ਦੇਖਦਾ। ਇਹ ਜੇਕਰ ਭਾਈ ਮਨੀ ਸਿੰਘ ਜੀ ਵਰਗਾ ਸ਼ਖਸੀਅਤ ਹੋਵੇ ਤੇ ਉਹ ਵੀ ਆਖੇ ਕਿ ਜੀ ਪਰਚੀਆਂ ਪਾ ਲਓ। ਅੱਜ ਮੈਂ ਚੋਰੀ ਕਰਨੀ ਹੋਵੇ ਤਾਂ ਮੈਂ ਦੋ ਪਰਚੀਆਂ ਪਾ ਲਵਾਂ, ਇੱਕ ਤੇ ਲਿਖ ਦੇਵਾਂ ਕਰਨੀ ਚਾਹੀਦੀ ਚੋਰੀ, ਇੱਕ ਤੇ ਲਿਖ ਦੇਵਾਂ ਨਹੀਂ ਕਰਨੀ ਚਾਹੀਦੀ। ਮੈਨੂੰ ਕਰਨੇ ਵਾਲੀ ਆ ਜਾਵੇ ਤਾਂ ਮੈਂ ਚੋਰੀ ਕਰ ਦੇਵਾਂ। ਦੈਟ ਮੀਨਸ ਕਿ ਮੈਂ ਮੰਨ ਲਵਾਂ ਕਿ ਇਹ ਗੁਰੂ ਦਾ ਫੈਸਲਾ ਹੈ। That's a point. So ਇਸ critical thinking, right, ਇਹ critical thinking ਹੈ ਜੀ। ਇਹ ਅਸੀਂ ਕਹਿ ਨਹੀਂ ਸਕਦੇ। ਇਸੇ ਤਰ੍ਹਾਂ ਹੀ ਸਾਨੂੰ ਜਿਹੜੀ ਗਲਤ ਸਿਖਾਇਆ ਜਾਂਦਾ ਕਿ ਉਹ ਜਿਸ ਵੇਲੇ ਜਿਹੜਾ ਸੋ ਕਾਲ ਸ਼ਡਿਊਲ ਕਾਸਟ ਲੋਕਾਂ ਦਾ ਜਿਹੜਾ ਮਸਲਾ ਆਇਆ ਸੀ ਕਿ ਇਹਨਾਂ ਦਾ ਪ੍ਰਸ਼ਾਦ ਐਕਸੈਪਟ ਕਰਨਾ ਕਿ ਨਹੀਂ ਕਰਨਾ, ਠੀਕ ਹੈ ਜੀ, ਉਸ ਵੇਲੇ ਵੀ ਕਿਹਾ ਜਾਂਦਾ ਕਿ ਜੀ ਗੁਰੂ ਮਹਾਰਾਜ ਦਾ ਹੁਕਮ ਲੈ ਲਓ। ਹੁਣ ਗੁਰੂ ਮਹਾਰਾਜ ਦਾ ਹੁਕਮ ਵੀ ਦੱਸ ਦਿੰਦੇ ਆ, ਲੋਕ ਕਹਿ ਦਿੰਦੇ ਜੀ ਗੁਰੂ ਬੋਲਦਾ ਹੈ, ਗੁਰੂ ਬੋਲਿਆ ਉਸ ਵੇਲੇ। ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਜੀ ਕਿ 1430 ਪੰਨਿਆਂ ਦੇ ਵਿੱਚੋਂ ਕੋਈ ਐਸਾ ਸ਼ਬਦ ਦੱਸ ਦਿਓ ਜਿਹਨੂੰ ਪੜ੍ਹ ਕੇ ਤੁਸੀਂ ਇਹ ਵਿਚਾਰ ਕੱਢ ਦਿਓ ਕਿ ਇਹਨਾਂ ਦਾ ਪ੍ਰਸ਼ਾਦ ਨਹੀਂ ਲੈਣਾ ਚਾਹੀਦਾ। ਉਹ ਤੇ ਕੋਈ ਵੀ ਸ਼ਬਦ ਆ ਜਾਂਦਾ ਤੇ ਫੈਸਲਾ ਤੇ ਉਹੀ ਹੋਣਾ ਸੀ। ਇਸ ਕਰਕੇ ਕਿਉਂ ਇਸ ਚੀਜ਼ ਤੇ ਅਸੀਂ ਕਰਦੇ ਹਾਂ ਫੈਸਲਾ ਕਿ ਜੀ ਜੋ ਮਹਾਰਾਜ ਹੁਕਮ ਦੇਣਗੇ। ਡੂ ਵੀ ਅੰਡਰਸਟੈਂਡ ਗੁਰੂਜ਼ ਹੁਕਮ, ਹੈ ਨਾ ਜੀ। ਤੇ ਭਾਈ ਪਿੰਦਰਪਾਲ ਸਿੰਘ ਨੇ ਇਸ ਤਰ੍ਹਾਂ ਕਿਹਾ ਸੀਗਾ ਤੇ ਮੈਂ ਫਿਰ ਕਿਸੇ ਬੰਦੇ ਦੇ ਰਾਹੀਂ ਉਹਨੂੰ ਭੇਜਿਆ, ਪਤਾ ਨਹੀਂ ਉਹਨੂੰ ਮਿਲਿਆ ਕਿ ਨਹੀਂ ਮੇਰਾ ਸੁਨੇਹਾ, ਕਿ ਮੈਨੂੰ ਕੋਈ ਉਹ ਵੀ ਸ਼ਬਦ ਦੱਸ ਦਿਓ ਕਿ ਜੇ ਕੋਈ ਐਸਾ ਸ਼ਬਦ ਆ ਜਾਂਦਾ ਜਿਹਨੂੰ ਅਸੀਂ ਦੇਖ ਕੇ ਕਹਿ ਸਕਦੇ ਕਿ ਨਹੀਂ ਜੀ ਇਹਨਾਂ ਦਾ ਪ੍ਰਸ਼ਾਦ ਵਾਕਿਆ ਨਹੀਂ ਐਕਸੈਪਟ ਕਰਨਾ ਚਾਹੀਦਾ। ਉਹ ਤੇ ਮੈਨੂੰ ਕੋਈ ਨਹੀਂ ਲੱਭਾ ਜਿੱਦਾਂ ਸ਼ਬਦ। ਸੋ ਇਹ ਬਚਕਾਨਾ ਜੀਆਂ ਗੱਲਾਂ ਤੇ ਬਚਕਾਨਾ ਜਾਂ ਇਤਿਹਾਸ ਬਣਾ ਕੇ ਉਸ ਵੇਲੇ ਦੇ ਦਿੱਤਾ ਗਿਆ। ਇਹਨੂੰ ਥੋੜਾ ਜਿਹਾ ਅੱਜ ਘੋਖਣ ਦੀ ਲੋੜ ਹੈਗੀ ਹੈ। ਮੈਂ ਤੇ ਇਸ ਪੁਆਇੰਟ ਇੰਟਰਸਟਿੰਗ ਪੁਆਇੰਟ। ਹਾਂਜੀ, ਕੀ ਖਿਆਲ ਲੱਗਿਆ ਨਿਧਾਨ ਸਿੰਘ ਜੀ? ਪ੍ਰੋਫੈਸਰ ਸਾਹਿਬ ਜੀ ਨੇ ਬਿਲਕੁਲ ਸਹੀ ਕਿਹਾ। ਪਰਚੀਆਂ ਵਾਲਾ ਮੈਂ ਵੀ ਤਾਂ ਹੀ ਨਹੀਂ ਜ਼ਿਕਰ ਕੀਤਾ। ਇਹਦੀ ਗੱਲ ਬੜੀ ਚੱਲਦੀ ਆ, ਵੈਸੇ ਪ੍ਰਚਾਰਕ ਵੀ ਬਥੇਰੇ ਥਾਵਾਂ ਤੇ ਕਰਦੇ ਆ, ਕਿਉਂਕਿ ਭਾਈ ਮਨੀ ਸਿੰਘ ਜੀ ਦੇ ਇਹੋ ਜਿਹੀ ਸ਼ਖਸੀਅਤ ਆ ਕਿ ਜਿਨ੍ਹਾਂ ਦਾ ਬਹੁਤ ਮਾਣ ਸੀ
बाकी साडे वास्ते गुरु ग्रंथ साहिब दी बाणी जां गुरु साहिब दी सिक्ख्यावां उदों ते बहुत ज़्यादा समा नहीं सी होया ना गुरु साहिब जी नूं ज्योति जोत समाया ਤਾਂ ਕਰਕੇ ਭਾਈ ਮਨੀ ਸਿੰਘ ਜੀ ਦੇ ਜਿਹੜੇ ਬਚਨ ਸੀਗੇ ਉਹਨਾਂ ਨੇ ਉਹਨਾਂ ਨੂੰ ਆਪਣੇ ਲੌਜਿਕ ਦੇ ਨਾਲ ਆਪਣੀ ਸਮਝ ਸੂਝ ਦੇ ਨਾਲ ਉਹਨਾਂ ਨੂੰ ਦੋਵਾਂ ਧੜਿਆਂ ਨੂੰ ਕਿ ਸਾਡਾ ਆਪਸ ਵਿੱਚ ਫੁੱਟ ਦੇ ਨਾਲ ਨੁਕਸਾਨ ਕੀ ਹੋਊਗਾ ਤੇ ਅਸੀਂ ਇਕੱਠੇ ਰਵਾਂਗੇ ਤੇ ਵੀ ਉਹਦੇ ਚ ਜਿੱਤ ਕੀ ਆ ਗੁਰੂ ਦਾ ਹੁਕਮ ਸਾਨੂੰ ਇਕੱਠੇ ਕਰਨ ਦਾ ਆ ਤੇ ਨਾ ਕਿ ਆਪਸ ਵਿੱਚ ਲੜਨ ਦਾ ਇਸ ਕਰਕੇ ਉਹਨਾਂ ਨੇ ਪਰਚੀਆਂ ਵਾਲੀ ਗੱਲ ਤੇ ਮੈਨੂੰ ਵੀ ਨਹੀਂ ਠੀਕ ਲੱਗਦੀ ਤੇ ਇਹੋ ਹੀ ਲੱਗਦਾ ਕਿ ਉਹਨਾਂ ਨੇ ਆਪਣੇ ਸਮਝ ਨਾਲ ਗੁਰੂ ਮਤ ਦੇ ਚਾਨਣ ਦੇ ਵਿੱਚ ਉਹਨਾਂ ਦੇ ਫੈਸਲੇ ਕਰਾ ਦਿੱਤੇ ਦੇਖੋ ਜੀ ਨਾਲ ਜਿਹੜੀ ਗੁਰਫਤਿਹ ਵਾਲੀ ਸੌਰੀ ਆਮ ਟੇਕਿੰਗ ਜਸਟ 1 ਮਿੰਟ ਉਹ ਜਿਹੜੀ ਗੁਰਫਤਿਹ ਵਾਲੀ ਗੱਲ ਹੈ ਉਹ ਤੇ ਪਹਿਲਾਂ ਚੱਲਦੀ ਆ ਰਹੀ ਸੀ ਤੇ ਦੂਜੇ ਪਾਸੇ ਜਿਹੜੀ ਹੈਗੀ ਹੈ ਤੁਮ ਫਤਿਹ ਦਰਸ਼ਨ ਕੀ ਗੱਲ ਜਿਹੜੀ ਫਤਿਹ ਦਰਸ਼ਨ ਦੀ ਗੱਲ ਹੈ ਉਹ ਤੇ ਬਾਅਦ ਦੇ ਵਿੱਚ ਸ਼ੁਰੂ ਹੋਈ ਸੀ ਨਾ ਜੀ ਤੇ ਭਾਈ ਮਨੀ ਸਿੰਘ ਜੀ ਤੇ ਸਾਫ਼ ਕਹਿ ਸਕਦੇ ਸੀਗੇ ਕਿ ਦੇਖੋ ਜੀ ਗੁਰੂ ਮਹਾਰਾਜ ਦੇ ਟਾਈਮ ਤੋਂ ਤੇ ਗੁਰੂ ਫਤਿਹ ਬੁਲਾਈ ਜਾ ਰਹੀ ਹੈ ਤੇ ਤੁਸੀਂ ਹੁਣ ਨਵਾਂ ਵਿੱਚ ਐਡ ਕਰਕੇ ਇੱਕ ਨਵਾਂ ਜਿਹੜਾ ਬਵੇਲਾ ਨਾ ਖੜਾ ਕਰੋ ਇਹਨੂੰ ਬੰਦ ਕਰੋ ਇਹ ਨਹੀਂ ਹੋਣਾ ਚਾਹੀਦਾ ਇਹ ਗਲਤ ਹੈ ਇਹ ਤੇ ਸਿੰਪਲ ਜਿਹਾ ਸੀ ਗੱਲ ਸੀਗਾ ਨਾ ਜੀ ਇੱਥੇ ਪਰਚੀਆਂ ਦੀ ਕੋਈ ਲੋੜ ਨਹੀਂ ਸੀ ਤੇ ਮੇਰਾ ਖਿਆਲ ਨਹੀਂ ਇਸ ਤਰ੍ਹਾਂ ਪਰਚੀਆਂ ਪਈਆਂ ਹੋਣਗੀਆਂ ਭਾਈ ਸਾਹਿਬ ਜੀ ਨੇ ਆਪੇ ਜਿਹੜਾ ਫੈਸਲਾ ਦਿੱਤਾ ਹੋਣਾ ਉਹ ਤੇ ਉਸ ਮੰਨਣਗੇ ਲੋਕ ਸਾਰੇ ਮੰਨਦੇ ਹੋਣਗੇ That's very interesting. ਕੁਲਵਿੰਦਰ ਸਿੰਘ ਜੀ ਡਾਕਟਰ ਕੁਲਵਿੰਦਰ ਸਿੰਘ ਹਾਂਜੀ ਸਰ ਪਹਿਲੀ ਗੱਲ ਤੇ ਪਰਚੀਆਂ ਦੀ ਗੱਲ ਤੇ ਆਪਾਂ ਠੀਕ ਹੈ ਜਦੋਂ ਪਰਚੀਆਂ ਪਾਈਆਂ ਜਾਂਦੀਆਂ ਨਾ ਮੈਂ ਕੀ ਸੋਚਦਾ ਅੱਜ ਕੱਲ ਬੱਚੇ ਪੇਪਰ ਦਿੰਦੇ ਨੇ ਸਾਡੇ ਸਾਰਿਆਂ ਦੇ ਬੱਚੇ ਮਤਲਬ ਪੜ੍ਹਾਈ ਦੇ ਫੀਲਡ ਵਿੱਚ ਹੋਣ ਅਸੀਂ ਕੀ ਦੇਖਦੇ ਜਦੋਂ ਮਲਟੀਪਲ ਚੋਇਸ ਕੁਐਸਚਨ ਆਉਂਦੇ ਨੇ ਨਾ ਡਾਕਟਰੀ ਚ ਅਸੀਂ ਦੇਖਦੇ ਜਿੰਨੇ ਵੀ ਸਾਡੇ ਕੰਪੀਟੀਸ਼ਨ ਹੁੰਦੇ ਨੇ ਕੁਐਸਚਨ ਹੁੰਦਾ ਤੇ ਉਹਦੇ ਥੱਲੇ 5 ਪੋਸੀਬਿਲਿਟੀਜ਼ ਹੁੰਦੀਆਂ ਹੁਣ ਬੱਚੇ ਕੀ ਕਰਦੇ ਨੇ ਜਿਹੜੀਆਂ ਤੇ ਪਹਿਲਾਂ ਲੱਗਦਾ ਹੁੰਦਾ ਹੈ ਕਿ ਇਹ ਵੀ ਗਲਤ ਹੈ ਇਹ ਵੀ ਗਲਤ ਹੈ ਇਹ ਵੀ ਗਲਤ ਹੈ ਇਹ ਵੀ ਗਲਤ ਹੈ ਪਰ ਕਈ ਵਾਰੀ ਇੱਕ ਦੋ ਜਵਾਬ ਐਸੇ ਹੁੰਦੇ ਨੇ ਜਿਹੜੇ ਬਿਲਕੁਲ ਕਲੋਜ਼ ਹੁੰਦੇ ਤੇ ਮੰਨ ਲਓ ਬੱਚਾ ਫੈਸਲਾ ਨਹੀਂ ਕਰ ਪਾਉਂਦਾ ਕਿ ਕਿਹੜਾ ਬਿਲਕੁਲ ਸਹੀ ਹੈ ਤੇ ਉਹ ਕੀ ਕਰਦੇ ਨੇ ਫਿਰ ਬੱਚਾ ਨਾ ਉਹ ਦੋਨਾਂ ਵਿੱਚ ਚੁਆਇਸ ਕਰ ਲੈਂਦਾ ਇਸ ਤਰ੍ਹਾਂ ਨਹੀਂ ਹੁੰਦਾ ਕਿ ਅਸੀਂ ਇਹ ਪਰਚੀ ਪਾਉਂਦੇ ਆ ਕਿ ਮੈਂ ਚੋਰੀ ਕਰਨੀ ਹੈ ਕਿ ਨਹੀਂ ਕਰਨੀ ਪਰਚੀ ਦਾ ਕਨਸੈਪਟ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਸਾਡੇ ਕੋਲ ਦੋ ਬਿਲਕੁਲ ਲੱਗ ਦੀਆਂ ਪੋਸੀਬਿਲਿਟੀਜ਼ ਹੁੰਦੀਆਂ ਕਿ ਇਹ ਵੀ ਬਿਲਕੁਲ ਠੀਕ ਲੱਗਦਾ ਤੇ ਵੀ ਬਿਲਕੁਲ ਠੀਕ ਲੱਗਦਾ ਕਿ ਮੈਂ ਡਿਸਾਈਡ ਨਹੀਂ ਕਰ ਪਾਉਂਦਾ ਉਦੋਂ ਅਸੀਂ ਤੁੱਕਾ ਲਾਉਂਦੇ ਕਿ ਚਲੋ ਲੱਖ ਨੂੰ ਅਜਮਾ ਲਈਏ ਕਿ ਦੋਨਾਂ ਚੋਂ 50-50 ਚਾਂਸ ਤੇ ਹੈਗੇ ਸੋ ਉੱਥੇ ਪਰਚੀ ਬਣ ਰਹੀ ਹੈ ਦੂਸਰੀ ਗੱਲ ਪਰਚੀ ਪਾਉਣ ਦੀ ਨੌਬਤ ਕਿਉਂ ਆ ਸਕਦੀ ਹੈ ਮੈਂ ਨਹੀਂ ਇਹ ਕਹਿੰਦਾ ਪਈਆਂ ਹੋਣਗੀਆਂ ਜਾਂ ਨਹੀਂ ਲੇਕਿਨ ਪੋਸੀਬਿਲਿਟੀ ਦੀ ਗੱਲ ਦੇਖੋ ਜਦੋਂ ਕੇਵਲ ਇੱਕ ਗੁਰੂ ਨੂੰ ਗੁਰਗੱਦੀ ਦੇਣੀ ਹੁੰਦੀ ਸੀ ਕੰਟਰੋਵਰਸੀ ਤੋਂ ਪੈਦਾ ਹੁੰਦੀ ਸੀ ਹੁਣ ਅਸੀਂ ਗੱਲ ਕਰਦੇ ਪਏ ਹਾਂ ਭਾਈ ਮਨੀ ਸਿੰਘ ਜੀ ਦੀ ਗੁਰੂ ਸਾਹਿਬ ਨੇ ਸਿੰਗਲ ਇੰਡੀਵਿਜੂਅਲ ਕੋਲ ਤਾਂ ਅਥਾਰਟੀ ਖੋਲੀ ਅਥਾਰਟੀ ਜਾਨੀ ਕਿ ਪੰਜਾਂ ਨੂੰ ਕਿ 5 ਸਿੰਘ ਇਕੱਠੇ ਹੋਣਗੇ ਤੇ ਫੈਸਲਾ ਕਰਨਗੇ ਹੁਣ ਨਾ ਤੇ ਮਾਤਾ ਜੀ ਕੋਲ ਅਥਾਰਟੀ ਹੈ ਨਾ ਬਾਬਾ ਬੰਦਾ ਸਿੰਘ ਬਹਾਦਰ ਕੋਲ ਅਥਾਰਟੀ ਹੈ ਨਾ ਭਾਈ ਮਨੀ ਸਿੰਘ ਜੀ ਕੋਲ ਅਥਾਰਟੀ ਹੈ ਜਦੋਂ ਪੰਥ ਨੂੰ ਫੈਸਲਾ ਦੇਣਾ ਹੈ ਤੇ 5 ਸਿੰਘ ਇਕੱਠੇ ਹੋਣਗੇ ਉਹ ਵੀ ਉਹ 5 ਸਿੰਘ ਜਿਨ੍ਹਾਂ ਦੇ ਸਾਰਿਆਂ ਨੂੰ ਭਰੋਸਾ ਹੈ ਉਹ ਫੈਸਲਾ ਦੇਣਗੇ ਤੇ ਲਾਗੂ ਹੋਏ ਤੇ ਵੈਰੀ ਮਚ ਪੋਸੀਬਲ ਕਿ ਇਹੋ ਜਿਹੀ ਐਮਰਜੈਂਟ ਸਿਚੁਏਸ਼ਨ ਦੇ ਵਿੱਚ ਜਦੋਂ ਕਿ ਸਾਡੇ ਕੋਲ ਕੋਈ ਆਪਣਾ ਸਥਾਨ ਨਹੀਂ ਹੈ ਸਾਡੇ ਕੋਲ ਕੋਈ ਵੀ ਆਫਿਸ ਨਹੀਂ ਕੋਈ ਕਿਲਾ ਨਹੀਂ ਹੈਗਾ ਸਾਰਾ ਪੰਥ ਬਹੁਤੇ ਪ੍ਰਮੁੱਖ ਬੰਦੇ ਸ਼ਹੀਦੀਆਂ ਪਾ ਚੁੱਕੇ ਨੇ ਜਿਹੜੇ ਹੈਗੇ ਨੇ ਉਹ ਸਕੈਟਰਡ ਨੇ ਤੇ ਨਾ ਹੀ ਅੱਜ ਕੱਲ ਵਾਂਗੂ ਕਨੈਕਟੀਵਿਟੀ ਹੈਗੀ ਹੈ ਕਿ ਅਸੀਂ ਫੋਨ ਤੇ ਗੱਲ ਕਰ ਲਈਏ ਜਾਂ ਆਪਾਂ ਕਿਸੇ ਤਰੀਕੇ ਨਾਲ ਜੁੜ ਜਾਈਏ ਐਸੇ ਮੌਕੇ ਫੈਸਲੇ ਲੈਣੇ ਤੇ ਕਨਫਿਊਜ਼ਨ ਹੋਣੀ ਇਟ ਇਜ਼ ਬਟ ਨੈਚੁਰਲ they could have flipped a coin ਪੁਆਇੰਟ ਮੇਰਾ ਸਰੇ ਹੈ ਕਿ ਜਦੋਂ ਕੰਪਰੋਮਾਈਜ਼ ਹੁੰਦਾ ਨਾ ਕੰਪਰੋਮਾਈਜ਼ ਕਰਨਾ ਹੁੰਦਾ ਹੈ ਤੇ ਉਦੋਂ ਅਸੀਂ ਕਈ ਵਾਰੀ ਕੀ ਕਰਦੇ ਕੁਦਰਤ ਤੇ ਛੱਡ ਦਿੰਦੇ ਆ ਕਿ ਚਲੋ ਜਦ ਤੁਸੀਂ ਵੀ ਅੜੇ ਹੋ ਤੁਸੀਂ ਵੀ ਅੜੇ ਹੋ ਤੇ ਕੰਪਰੋਮਾਈਜ਼ ਕਦੇ ਵੀ ਸਾਫ਼ ਨਹੀਂ ਹੁੰਦਾ ਕੰਪਰੋਮਾਈਜ਼ ਹੁੰਦਾ ਇੱਕ ਮਿੱਟੀ ਬਾਹਰ ਉਦੋਂ ਪਰਚੀਆਂ ਪੈ ਸਕਦੀਆਂ ਮੇਰਾ ਪੁਆਇੰਟ ਹੈ I see ਹਾਂਜੀ ਗਿਆਨੀ ਧਰਮ ਸਿੰਘ ਜੀ ਕੋਈ ਹੋਰ ਚੀਜ਼ ਐਡ ਕਰਨੀ ਹੋਵੇ ਜਿਹੜਾ ਡਾਕਟਰ ਕੁਲਵਿੰਦਰ ਸਿੰਘ ਜੀ ਹੋਰਾਂ ਨੇ ਕਿਹਾ ਵੀ ਜਦੋਂ ਬਿਲਕੁਲ ਲਾਗੇ ਦੀ ਗੱਲ ਹੋਏ ਮੈਂ ਇਹਨਾਂ ਨਾਲ ਸਹਿਮਤ ਹਾਂ ਵੀ ਜਿੱਥੇ ਸਾਡਾ ਆਪਣੇ ਲੈਵਲ ਤੇ ਕੋਈ ਗੱਲ ਹੋਏ ਤੇ ਉੱਥੇ ਭਾਵੇਂ ਏਦਾਂ ਦਾ ਹੋ ਜਾਏ ਉਹ ਪਰ ਜਿਹੜਾ ਫਤਿਹ ਦਰਸ਼ਨ ਦਾ ਤੇ ਵਾਹਿਗੁਰੂ ਕੀ ਫਤਿਹ ਦਾ ਜਿਹੜਾ ਆ ਇਹ ਲਾਗੇ ਦਾ ਨਹੀਂ ਆ ਇਹ ਤੇ ਬਿਲਕੁਲ ਇੱਕ ਦੂਸਰੇ ਦੇ ਅਪੋਜਿਟ ਆ ਜਿਹੜੇ ਪੰਥ ਨੂੰ ਦੋ ਧੜਿਆਂ ਚ ਵੰਡਣ ਵਾਲੀ ਗੱਲ ਸੀ
ਤੇ ਜੇ ਭਾਈ ਮਨੀ ਸਿੰਘ ਜੀ ਨੇ ਇਹ ਨਹੀਂ ਆ ਕਿ ਉਹਨਾਂ ਨੇ ਵੀ ਆਪਣਾ ਹੁਕਮ ਥੋਪਿਆ ਹੋਊਗਾ, ਹੁਕਮ ਥੋਪਿਆ ਤੇ ਕੋਈ ਵੀ ਬਾਗੀ ਹੋ ਜਾਂਦਾ। ਉਹਨਾਂ ਨੇ ਉਹਨਾਂ ਨੂੰ ਸਮਝਾ ਕੇ ਤੇ ਜਿਹੜੇ ਉਹਨਾਂ ਦੇ ਨਾਲ ਦੋਵਾਂ ਧੜਿਆਂ ਦੇ ਵਿੱਚ, ਕਿਉਂਕਿ ਉਦੋਂ ਤੱਕ ਹਾਲਾਤ ਇਹੋ ਜਿਹੇ ਸੀਗੇ ਕਿ ਨਾ ਤੇ ਕੋਈ ਬਹੁਤ ਵੱਡੀ ਸੰਸਾਰਕ ਸੁੱਖਾਂ ਦੀ ਗੱਲ ਸੀਗੀ। ਜੰਗਾਂ ਯੁੱਧਾਂ ਦੇ ਵਿੱਚ ਹੀ ਜਿਹੜਾ ਬਾਬਾ ਬੰਦਾ ਸਿੰਘ ਜੀ ਬਹਾਦਰ ਉਹ ਸ਼ਹੀਦ ਹੋ ਚੁੱਕੇ ਨੇ, ਤੇ ਉਹਨਾਂ ਨੇ ਕੋਈ ਇਹੋ ਜਿਹੀ ਗੱਦੀ ਤੇ ਚਲਾਈ ਨਹੀਂ ਸੀ ਜਿਹਦੇ ਕਰਕੇ ਬੰਦਈ ਬਹੁਤ ਗਿਣਤੀ ਦੇ ਵਿੱਚ ਹੋਣਗੇ। ਤਾਂ ਕਰਕੇ ਉਹ ਫੈਸਲਾ ਜਿਹੜਾ ਆ ਉਹ ਗੁਰਮਤ ਦੇ ਚਾਨਣ ਦੇ ਵਿੱਚ ਹੀ ਕੀਤਾ ਗਿਆ ਔਰ ਉਹਨਾਂ ਦੇ ਨਾਲ ਸਾਰੇ ਸਿਆਣੇ ਬੰਦਿਆਂ ਨੇ ਸਹਿਮਤੀ ਪ੍ਰਗਟਾਈ ਹੋਊਗੀ, ਤਾਂ ਹੀ ਹੋਇਆ ਇਹ ਫੈਸਲਾ। ਥੈਂਕ ਯੂ ਗਿਆਨੀ ਸੁੱਚਾ ਸਿੰਘ ਜੀ। ਹੁਣ ਵੀ ਤਾਂ ਗੁਰਮਤ ਦਾ ਚਾਨਣ ਹੈਗਾ ਸਾਡੇ ਕੋਲੇ। ਅੱਜ ਕੱਲ੍ਹ ਜਿਹੜੀਆਂ ਗੜਬੜਾਂ ਹੋ ਰਹੀਆਂ ਨੇ ਅਕਾਲ ਤਖਤ ਤੇ ਜਾਂ ਹੋਰਨਾਂ ਥਾਵਾਂ ਤੇ ਆਪੋ ਤਾਪੀ ਲੜਾਈਆਂ ਪੜਾਈਆਂ ਹੋ ਰਹੀਆਂ ਨੇ, ਇਹ ਕੋਈ ਸਿਚੁਏਸ਼ਨ ਘੱਟ ਨਹੀਂ ਹੈ ਉਸ ਵਕਤ ਨਾਲੋਂ। ਤੇ ਹੁਣ ਕਿਉਂ ਨਹੀਂ ਫੈਸਲੇ ਕਰ ਲੈਂਦੇ ਪਰਚੀ ਪਾ ਕੇ ਜਾਂ ਕੋਇਨ ਫਲਿਪ ਕਰਕੇ? ਉਹੀ ਮੈਂ ਕਹਿਣ ਲੱਗਾ ਸੀ ਕਿ ਅੱਜ ਕੱਲ ਤੇ ਜੀ ਪਰਚੀ ਪਾ ਕੇ ਫੈਸਲੇ ਨਹੀਂ ਹੁੰਦੇ ਨਾ ਜੀ, ਨਾਲ ਦੇਖੋ ਉਸ ਚੀਜ਼ ਨੂੰ ਨਾ ਜੀ। ਠੀਕ ਹੈ, ਜਿਹੜੀ ਅਸੀਂ ਆਰਗੂ ਕਰ ਰਹੇ ਹਾਂ ਬਹੁਤ ਅੱਛੀ ਹੈ ਜੀ। ਹਰ ਇੱਕ ਜਿਹੜੀ ਆਰਗੂ ਜਿਹੜੀ ਬੜੀ ਸੋਲਿਡ ਹੈ। ਵੈਸੇ ਡਾਕਟਰ ਕੁਲਵਿੰਦਰ ਸਿੰਘ ਜੀ ਉਹਨਾਂ ਨੇ ਬਿਲਕੁਲ ਸਹੀ ਕਿਹਾ, ਫॉर द sake of argument it seems right, but technical point of view ਤੋਂ ਜਿਹੜੀ ਗੱਲ ਮੈਂ ਕਹਿਣੀ ਚਾਹਨਾ ਨਾ ਜੀ, ਉਸ ਹਿਸਾਬ ਦੇ ਨਾਲ ਮੇਰਾ ਖਿਆਲ ਬਹੁਤ ਹਰ ਇੱਕ ਗੱਲ ਤਾਂ ਠੀਕ ਹੋ ਨਹੀਂ ਸਕਦੀ ਨਾ। ਆਫਟਰ ਆਲ ਤਾਂ ਇੱਕ ਗੱਲ ਠੀਕ ਹੋਏਗੀ ਨਾ ਜੀ, ਰਾਈਟ। ਸੋ ਇੱਕ ਚੀਜ਼ ਸੋਚੋ ਕਿ ਜੇਕਰ ਜਿਹੜਾ ਸਾਨੂੰ ਫੈਸਲਾ ਜਿਹੜਾ ਦਿੱਤਾ ਗਿਆ ਗੁਰੂ ਵੱਲੋਂ, ਗੁਰੂ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਜਿਸ ਵੇਲੇ 5 ਪਿਆਰੇ ਥਾਪ ਦਿੱਤੇ, ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਆਪ ਕੋਈ ਫੈਸਲਾ ਨਹੀਂ ਲਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ, ਤੁਸੀਂ ਦੱਸ ਦਿਓ ਕਿਧਰੇ ਆਪ ਫੈਸਲਾ ਲਿਆ ਹੋਵੇ ਤਾਂ ਇਤਿਹਾਸ ਦੇ ਵਿੱਚੋਂ ਕੱਢ ਕੇ, ਜਿਹੜਾ ਆਪ ਫੈਸਲਾ ਲਿਆ ਹੋਵੇ। ਆਨੰਦਪੁਰ ਛੱਡਿਆ ਤਾਂ ਪੰਜਾਂ ਦੇ ਹੁਕਮ ਦੇ ਨਾਲ, ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਤਾਂ ਪੰਜਾਂ ਦੇ ਨਾਲ, ਪੰਜਾਂ ਦੇ ਹੁਕਮ ਦੇ ਵਿੱਚ ਤੋਰਿਆ ਉਹਨੂੰ ਕਿ ਪੰਜਾਂ ਦੇ ਨਾਲ ਰਹਿਣਾ। ਔਰ ਉਹਨਾਂ ਦੇ ਵਿੱਚ 5 ਪਿਆਰਿਆਂ ਦੇ ਜਿਹੜੇ ਭਾਈ ਦਇਆ ਸਿੰਘ ਜੀ ਇੱਕ ਨਾਂ ਦੇ ਉਹਨਾਂ ਦਾ ਉਹ ਵੀ ਆ ਰਹੇ ਆ, ਠੀਕ ਹੈ ਜੀ। ਜਿਸ ਵਕਤ ਕੋਈ ਇੱਕ ਸਿੰਘ ਉਹਨਾਂ ਪੰਜਾਂ ਦੇ ਵਿੱਚੋਂ ਚੜ੍ਹਾਈ ਕਰ ਜਾਂਦਾ ਸੀ ਜਾਂ ਜੋ 2 ਚੜ੍ਹਾਈ ਕਰ ਜਾਂਦੇ ਸੀ, ਸ਼ਹੀਦ ਹੋ ਜਾਂਦੇ ਸੀ, ਮਤਲਬ ਉਸੇ ਵਕਤ ਉਹ ਜਿਹੜੇ ਬਾਕੀ ਰਹਿੰਦੇ ਸੀ ਬੰਦੇ, ਉਸੇ ਵਕਤ ਉਹ ਬੰਦਾ ਆਪਣੀ ਮਰਜ਼ੀ ਦੇ ਨਾਲ ਚੂਜ਼ ਕਰਦੇ ਹੁੰਦੇ ਸੀਗੇ ਕਿ ਤੁਸੀਂ ਭਾਈ ਸਾਹਿਬ ਜੀ ਆ ਜਾਓ, ਤੁਸੀਂ ਇਹ ਸੇਵਾ ਹੁਣ ਨਿਭਾਉਣੀ, ਸਾਡੇ ਨਾਲ ਗੁਰੂ ਵਾਲੀ ਸੇਵਾ ਨਿਭਾਉਣੀ, ਪੰਥ ਗੁਰੂ ਵਾਲੀ, ਠੀਕ ਹੈ ਜੀ। ਇਹ ਗੁਰੂ ਮਹਾਰਾਜ ਦੇ ਟਾਈਮ ਦਾ ਹੁਕਮ ਸੀਗਾ, ਇਸ ਤਰ੍ਹਾਂ ਚੱਲਦਾ ਹੁੰਦਾ ਸੀ। ਤੇ ਹਾਊ ਇਜ਼ ਦੈਟ ਪੋਸੀਬਲ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਉਸ ਵੇਲੇ 5 ਪਿਆਰੇ ਨਾ ਹੋਣਗੇ? ਇਹ ਤੇ ਮੈਂ ਤਾਂ ਨਹੀਂ ਕਮ ਸੇ ਕਮ ਮੰਨ ਸਕਦਾ ਜੀ। ਬਾਗਡੋਰ ਜਿਹੜੀ ਹੈ ਜੇ ਗੁਰੂ ਦੇ ਗਿਆ ਪੰਜਾਂ ਦੇ ਹੱਥ, ਤੇ ਫਿਰ ਉਹ ਮੁੜ ਕੇ ਇੱਕ ਦੇ ਹੱਥ ਆ ਜਾਵੇ, ਚਾਹੇ ਉਹ ਭਾਈ ਮਨੀ ਸਿੰਘ ਜੀ ਹੋਣ, ਚਾਹੇ ਮਾਤਾ ਸੁੰਦਰੀ ਜੀ ਹੋਣ, ਚਾਹੇ ਕਿੰਨੀ ਵੀ ਕੋਈ ਇੰਪੋਰਟੈਂਟ ਹਸਤੀ ਹੋਵੇ, ਜਿਹੜੀ ਫੈਸਲਾ ਲੈਣੀ, ਪੰਥ ਫੈਸਲਾ ਲੈਣਾ, ਉਹ ਪੰਥ ਦੇ ਹੱਥ ਦੇ ਵਿੱਚ ਹੀ ਸੀਗਾ। ਉਹ ਪੰਥ। ਤੇ ਫਿਰ ਭਾਈ ਸਾਹਿਬ ਗਿਆਨੀ ਜੀ, ਫਿਰ ਬਾਦਲਾਂ ਦੇ ਹੱਥ ਕਿਵੇਂ ਆ ਗਿਆ ਸਾਰਾ ਕੁਝ? ਨਹੀਂ ਜੀ, ਬਾਦਲਾਂ ਦੇ ਹੱਥ 'ਚ ਨਹੀਂ ਆਇਆ ਜੀ। ਬਾਦਲਾਂ ਦੇ ਹੱਥ ਦੇ ਵਿੱਚ 5 ਪਿਆਰੇ ਆ ਗਏ। ਫੈਸਲਾ ਉਹਨਾਂ ਦੇ ਵਾਸਤੇ ਵੀ 5 ਪਿਆਰੇ ਕਰਦੇ ਆ। ਫਖਰੇ ਕੌਮ ਦਾ ਖਿਤਾਬ ਕੌਣ ਦੇ ਰਿਹਾ? 5 ਪਿਆਰੇ ਦੇ ਰਹੇ। ਅਕਾਲ ਤਖਤ ਦੀ ਫਸੀਲ ਤੋਂ ਦੇ ਰਹੇ ਆ। ਉਹ ਤੇ 5 ਪਿਆਰੇ ਉਹਨਾਂ ਦੀ ਜੇਬ 'ਚ ਆ ਗਏ ਨਾ। ਫੈਸਲਾ ਤੇ ਹੁਣ ਵੀ 5 ਪਿਆਰਿਆਂ ਦਾ ਹੀ ਆ। ਸੋ ਇਹ ਜਿਹੜਾ ਪੰਥ ਨੇ ਫੈਸਲਾ ਦਿੱਤਾ, ਡਾਕਟਰ ਸਾਹਿਬ, ਜਿਹੜਾ ਪੰਥ ਨੇ ਫੈਸਲਾ ਦਿੱਤਾ ਨਾ, ਪੰਥਕ 5 ਪਿਆਰਿਆਂ ਨੇ, ਉਹ ਫੁਕਰੇ ਕੌਮ ਆ। ਉਹ ਤੇ ਜੀ ਦੇਖੋ, ਉਹ ਜਿਹੜਾ ਫੈਸਲਾ ਉਹ ਵੀ ਇੱਥੇ ਕੈਨੇਡਾ 'ਚ ਉਹਨਾਂ ਨੇ ਦਿੱਤਾ ਸੀ ਜੀ, ਪੰਥ ਪਿਆਰਿਆਂ ਨੇ ਤਾਂ ਨਹੀਂ ਸੀ, ਪੰਥ ਦਾ ਤੇ ਨਹੀਂ ਕਹਿ ਸਕਦੇ। ਉਹ ਤੇ 5 ਪਿਆਰੇ ਤੇ ਜੀ ਹੋਏ ਹੀ ਨਹੀਂ। ਉਸ ਤੋਂ ਬਾਅਦ ਜਿਹੜਾ ਬਾਹਰ ਇੱਕ ਸਰਬੱਤ ਖਾਲਸਾ ਜਿਹਾ ਇਹਨਾਂ ਨੇ ਢਕਵਾਂਜਾ ਰਚ ਕੇ, ਉਹ ਵੀ ਬਾਦਲਾਂ ਨੇ ਇਕੱਠਾ ਕੀਤਾ ਸੀ, ਉਹ ਵੀ ਬਾਦਲਾਂ ਨੇ ਖੜਾ ਕੀਤਾ ਹੈ। ਇਹਦੇ ਪੈਰਲਲ ਖੜਾ ਕਰਦੇ ਹੋਰ। ਸੋ ਇਹ ਜਿਹੜਾ ਸਾਡਾ ਇਤਿਹਾਸ ਅਸੀਂ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਉਹਦੇ ਤੋਂ ਸਾਨੂੰ ਕੋਈ ਸੇਧ ਮਿਲ ਰਹੀ ਹੈ ਵੀ ਹੁਣ ਕੀ ਕਰੀਏ? ਸਾਡੀਆਂ ਜਿਹੜੀ ਕੌਮ ਦੇ ਵਿੱਚ ਉਲਝਣਾਂ ਪਈਆਂ ਹੋਈਆਂ ਨੇ, ਜਿਹੜੇ ਸਾਡੇ ਕੌਮ ਦੇ ਵਿੱਚ ਕੁਝ ਇਤਿਹਾਸ ਵਿਚਾਰਨ ਦਾ ਇਹੀ ਫਾਇਦਾ ਨਾ ਕਿ ਉੱਥੋਂ ਕੋਈ ਸੇਧ ਪ੍ਰਾਪਤ ਕਰਕੇ ਹੁਣ ਦੀਆਂ ਉਲਝਣਾਂ ਨੂੰ ਸੋਲਵ ਕੀਤਾ ਜਾਵੇ। ਵੀ ਕੀ ਮਿਲਦੀ ਹੈ ਗਿਆਨੀ ਡਾਕਟਰ ਵਾਸੂ, ਹੁਣ ਦੀਆਂ ਕੰਟੈਂਪਰੇਰੀ ਇਸ਼ੂਜ਼ ਨੂੰ ਸੋਲਵ ਕਰਨ ਲਈ ਕੀ ਸੇਧ ਮਿਲਦੀ ਹੈ? ਜਿਹੜੀਆਂ ਗੱਲਾਂ ਬਾਤਾਂ ਅਸੀਂ ਹੁਣ ਮਤਾਵਾਂ ਬਾਬਤ ਕਰ ਰਹੇ ਹਾਂ, ਇਤਿਹਾਸ ਬਾਬਤ ਕਰ ਰਹੇ ਹਾਂ, ਉੱਥੋਂ ਲੋਕੀ ਜਿਹੜੇ ਨਾ ਉਹ ਪਰਸਨੈਲਿਟੀਆਂ ਵੱਲ ਵੇਖਣ ਡਏ ਨੇ, ਜਿਹੜੀਆਂ ਸ਼ਖਸੀਅਤਾਂ ਦੀ ਗੁਲਾਮੀ ਬਹੁਤ ਜ਼ਿਆਦਾ, ਧੜੇ ਬੰਦੀ ਜਿਹੜੀ ਹੈ ਨਾ। ਗੁਰੂ ਸਾਹਿਬ ਨੇ ਤਾਂ ਹੀ ਕਿਹਾ ਸੀ, ਅੰਬਰਾ ਕਿਸੇ ਧੜਾ ਕੀਆ ਮਿੱਤਰ ਸੁਤਨਾਲ ਭਾਈ, ਕਿਸੇ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ, ਹਮਰਾ ਧੜਾ ਹਰ ਰਿਹਾ ਸਮਾਈ। ਇਹ ਜਿੰਨੇ ਧੜੇ ਨੇ ਖੁਦਗਰਜ਼ੀ ਦੇ ਧੜੇ ਨੇ,
ਇਹ ਸਾਰੇ ਲੁੱਟ ਦੇ ਧੜੇ ਨੇ। ਇਹਨਾਂ ਧੜਿਆਂ ਤੋਂ ਅਲੱਗਾ ਹੋ ਕੇ ਜਿਹੜੇ ਲੋਕ ਕੰਮ ਕਰਨਗੇ ਉਹ ਕਾਮਯਾਬ ਹੋਣਗੇ। ਜਿਹੜੇ ਗੁਰੂ ਦੀ ਗੱਲ ਨੂੰ, ਗੁਰੂ ਦੇ ਨਾਲ ਜੁਟੇ ਹੋਏ ਲੋਕ ਨੇ, ਉਹ ਫੈਸਲੇ ਕਰਨਗੇ। ਉਹ ਕਿਵੇਂ ਸ਼ੁਰੂ ਇਹਨਾਂ ਕੀਤਾ ਕੋਲ ਜਾਵੇ? ਕੀ ਫੈਸਲੇ ਹੋਣੇ ਨੇ? ਇਹ ਤਾਂ ਖੁਦਗਰਜ਼ੀ ਦਾ ਮਾਲ ਹੈ। ਹਾਂਜੀ, ਇਸ ਕਰਕੇ ਨਾ ਇਹ ਸਮੱਸਿਆ ਪਦਾਰਥਵਾਦ ਦੀ। ਹਾਂਜੀ, ਇਹ ਤਾਂ ਹੋ ਗਈ ਜੀ ਬੈਕਗਰਾਉਂਡ। ਪਰ ਹੁਣ ਕੀ ਕੀਤਾ ਜਾਵੇ ਉਸ ਨੂੰ ਆਲਟਰ ਕਰਨ ਦੇ ਲਈ? ਗਿਆਨੀ ਧਰਮ ਸਿੰਘ ਜੀ, ਕੀ ਕਰਨਾ ਚਾਹੀਦਾ ਹੁਣ? ਕੀਤਾ ਜਾਏ ਗੁਰੂ ਦੀ ਫਲਸਫਾ ਜਿਹੜਾ ਹੈ, ਗੁਰੂ ਦੇ ਫਲਸਫੇ ਦਾ ਪ੍ਰਚਾਰ ਕੀਤਾ ਜਾਵੇ। ਇਹ ਧੜੇ ਖੁਦਗਰਜ਼ੀ ਦੇ ਧੜੇ ਨੇ, ਲਿਖ ਕੇ ਲਾਇਆ ਜਾਵੇ। ਥਾਂ ਥਾਂ ਤੇ ਧੜਿਆਂ ਦੇ ਖਿਲਾਫ ਗਰੁੱਪ ਪੈਦਾ ਹੋਵੇ ਔਰ ਜਿਹੜੀ ਆਤਮਾ ਦੀ ਆਵਾਜ਼ ਹੈ ਉਹਨੂੰ ਸੁਣਿਆ ਜਾਵੇ। ਗੁਰੂ ਦੀ ਆਵਾਜ਼ ਜਿਹੜੀ ਹੈ ਉਹ ਤੇ ਧਿਆਨ ਦਿੱਤਾ ਜਾਵੇ। ਗੁਰੂ ਤੇ ਪੁੱਛਦੇ ਨਹੀਂ, ਗੁਰੂ ਦੇ ਗੁੰਗਾ ਬਣਾਤਾ। ਗੁਰੂ ਜਿਹੜਾ ਹੈ ਉਹ ਗੁੰਗਾ ਬਣਾਤਾ ਗਿਆ ਹੈ। ਹਾਂਜੀ, ਤੇ ਠੀਕ ਹੈ ਜੀ, ਥੈਂਕ ਗੁਰੂ ਯੂ। ਬੋਲਦਾ ਹੈ, ਆਤਮਾ ਤੇ ਬੋਲਦਾ ਹੈ। ਕਿਉਂਕਿ ਨਹੀਂ ਤਾਂ ਗਿਆਨੀ ਸੁੱਚਾ ਸਿੰਘ ਜੀ, ਕੀ ਕੀਤਾ ਜਾਵੇ ਇਸ ਮੌਕੇ? ਦੇਖੋ ਜੀ, ਦੇਖੋ ਮੈਂ ਇਹ ਦੇਖੋ, ਅਸੀਂ ਜਿੰਨਾ ਵੀ ਹੁਣ ਤੱਕ ਇਤਿਹਾਸ ਵਾਚਦੇ ਹਾਂ ਉਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਖਾਮੀਆਂ ਨਜ਼ਰ ਆ ਰਹੀਆਂ। ਤੇ ਮੇਰੇ ਕੋਲ ਤਾਂ ਜੀ ਇੱਕੋ ਚੀਜ਼ ਰਹਿ ਜਾਂਦੀ ਹੈ, ਸਾਹਿਬ ਮੇਰਾ ਏਕੋ ਹੈ ਭਾਈ, ਏਕੋ ਹੈ। ਹੁਣ ਉਹ ਜਿਹੜਾ ਹੈ ਉਹ ਕੌਣ ਹੈ? ਉਹ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਮੈਂ ਕਹਿੰਦਾ ਕਿ ਸਾਰੀ ਸਿੱਖ ਕੌਮ ਸਾਡੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਤੇ ਜ਼ੋਰ ਲਾ ਦੇਵੇ ਨਾ, ਤੇ ਫਿਰ ਬਹੁਤ ਛੇਤੀ ਇਹ ਕੰਮ ਸੰਵਰ ਜਾਣਾ। ਫਿਰ ਤਾਂ ਇਤਿਹਾਸ ਵੀ ਆਪਣੇ ਆਪ ਸਮਝ ਆਉਣ ਲੱਗ ਪੈਣੀ ਹੈ। ਸੇਧ ਤਾਂ ਜਿਹੜੀ ਗੁਰਬਾਣੀ ਚ ਆਉਣੀ ਹੈ ਨਾ ਜੀ, ਸੇਧ ਜਿਹੜੀ ਇਤਿਹਾਸ ਤੋਂ ਨਹੀਂ ਆਉਣੀ ਹੁੰਦੀ। ਕਿਉਂਕਿ ਇਤਿਹਾਸ ਉਸ ਵਕਤ, ਉਸ ਟਾਈਮ ਦੇ ਉੱਪਰ ਜੋ ਹਾਲਾਤ ਹੈਗੇ ਉਹ ਹੋ ਰਿਹਾ। ਇਸ ਵੇਲੇ ਹਾਲਾਤ ਹੋ ਰਹੇ, ਜਿਨ੍ਹਾਂ ਹਾਲਾਤਾਂ ਦੇ ਵਿੱਚ ਅਸੀਂ ਗੁਜ਼ਰਦੇ ਹਾਂ। ਸਾਰੀ ਦੁਨੀਆ ਦੇ ਵਿੱਚ ਸਿੱਖ ਫੈਲੇ ਹੋਏ ਆ ਔਰ ਥਾਂ ਥਾਂ ਤੇ ਜਿਹੜੀ ਨਾ ਜਿਹੜੀ ਇੰਡੀਵਿਜੂਅਲ ਬੰਦੇ ਦੀ ਤੇ ਇੱਕ ਜਿਹੜੀ ਪਲੇਸ ਦੀ ਜਿਹੜੀ ਪ੍ਰੋਬਲਮ ਹੁੰਦੀ ਹੈ, ਉਹ ਹਰ ਇੱਕ ਦੀ ਅੱਡ ਅੱਡ ਹੈ। ਜਿਹੜਾ ਚਾਈਨਾ 'ਚ ਸਿੱਖ ਰਹਿ ਰਿਹਾ ਉਹਦੀ ਮੇਰੇ ਨਾਲੋਂ ਅੱਡ ਹੈ। ਇਸ ਵਾਸਤੇ ਮੈਨੂੰ ਇੱਥੇ ਵਾਈਜ਼ ਹੋ ਕੇ ਗੁਰਬਾਣੀ ਦੀ ਚਾਨਣ ਦੇ ਸੋਚਣਾ ਪੈਣਾ ਕਿ ਮੈਂ ਇੱਥੇ ਆਪਣੀ ਲਾਈਫ ਜਿਹੜੀ ਹੈ ਕਿਸ ਤਰ੍ਹਾਂ ਲੀਡ ਕਰਨੀ ਹੈ। ਤਾਂ ਉਹਦੇ ਵਾਸਤੇ ਜ਼ਰੂਰੀ ਇਹ ਆ ਚੀਜ਼ ਕਿ ਸਾਨੂੰ ਨੰਬਰ 1 ਤੇ ਗੁਰਬਾਣੀ ਦੀ ਸਮਝ ਆਵੇ। ਗੁਰਬਾਣੀ ਦੀ ਸਮਝ ਜਿਹੜੀ ਬਹੁਤ ਡੂੰਘੀ ਹੈ, ਤੁਹਾਨੂੰ ਪਤਾ ਹੀ ਹੈ, ਜੇ ਅਸੀਂ ਵਿਚਾਰਦੇ ਹਾਂ ਤੇ ਕਿੰਨੇ ਕਨਫਿਊਜ਼ ਹੋਈਦਾ। ਹਾਂਜੀ, isn't this the same kind of thing? ਆਪਣੇ ਜਿਹੜੇ ਪ੍ਰੋਫੈਸਰ ਦਰਸ਼ਨ ਸਿੰਘ ਹੋਣੀ ਹੈ, ਜਿਨ੍ਹਾਂ ਨੂੰ ਕਰ ਦਿੱਤਾ ਗਿਆ ਐਕਸਕਮਿਊਨੀਕੇਟ, ਉਹ ਵੀ ਇਹੀ ਗੱਲ ਹੀ ਕਹਿ ਰਹੇ ਆ ਕਿ ਨਹੀਂ? ਬਿਲਕੁਲ ਜੀ, ਹਾਂਜੀ। ਦੇਖੋ ਉਹ ਵੀ ਇਹੀ ਕਹਿ ਰਹੇ ਸੀਗੇ ਵੀ ਉਹਨਾਂ ਦੀ ਥੋੜੀ ਜਿਹੀ ਤਾਂ ਹੋਰ ਪ੍ਰੋਬਲਮ ਹੈਗੀ ਆ ਜੀ। ਜਦੋਂ ਉਹ ਜਿਹੜੀ ਉਹਨਾਂ ਦੀ ਸ਼ੁਰੂਆਤ ਹੀ ਹੁੰਦੀ, ਉਹ ਤਾਂ ਚਲੋ ਉਸ ਪਾਰਟ ਨੂੰ ਮੈਂ ਛੱਡ ਵੀ ਦਵਾਂ, ਪੋਲੀਟੀਕਲ ਪਾਰਟ ਨੂੰ। ਲੇਕਿਨ ਜਿਹੜੀ ਗੁਰਬਾਣੀ ਦੀ ਵੀ ਗੱਲ ਕਰਦੇ ਆ ਤਾਂ ਉਹ ਦੁਨੀਆ ਦੀਆਂ ਅੱਜ ਕੱਲ੍ਹ ਦੀਆਂ ਪ੍ਰੋਬਲਮਸ ਦੇ ਨਾਲ ਕਿਸੇ ਹੋਰ ਕੌਨਟੈਕਸਟ ਦੇ ਵਿੱਚ ਲਿਆ ਕੇ ਜੋੜ ਦਿੰਦੇ ਆ। ਕੌਨਟੈਕਸਟ ਨਹੀਂ ਚੇਂਜ ਕਰਨਾ ਚਾਹੀਦਾ ਗੁਰਬਾਣੀ ਦਾ, ਉਹ ਵੀ ਉੱਥੇ ਪ੍ਰੋਬਲਮ ਆ ਰਹੀ ਹੈ। ਇਸ ਕਰਕੇ ਗੱਲਾਂ ਤਾਂ ਉਹਨਾਂ ਦੀ ਠੀਕ ਹੈ ਨਾ ਜੀ, ਲੇਕਿਨ ਜਿਸ ਲਈ ਕੌਨਟੈਕਸਟ ਨਹੀਂ ਮੈਚ ਕਰਦਾ, ਉੱਥੇ ਫਿਰ ਕਈ ਲੋਕ ਜਿਹੜਾ ਉਹਨਾਂ ਦਾ ਵਿਰੋਧ ਕਰ ਜਾਂਦੇ ਆ। ਔਰ ਇਹ ਵੀ ਹੋਇਆ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਨੇ ਜੋ ਕੁਝ ਪਹਿਲਾਂ ਕਹਿ ਰਹੇ ਸੀਗੇ, ਹੁਣ ਉਸ ਤੋਂ ਫਿਰ ਦੁਬਾਰਾ ਉਲਟ ਚੱਲਣ ਲੱਗ ਪਏ ਆ। ਉਹ ਫਿਰ ਧੜੇਬਾਜ਼ੀ ਆ ਜਾਂਦੀ ਹੈ, ਉਹੀ ਕਿਸੇ ਹੀ ਧੜਾ ਕੀਆ ਜੀ। ਉਹ ਫਿਰ ਜਿਹੜਾ ਗੁਰੂ ਵਾਲਾ ਧੜਾ ਜਿਹੜਾ ਛੱਡ ਕੇ ਤੇ ਉਹ ਫਿਰ ਆ ਜਾਂਦਾ ਕਿ ਉਸ ਧੜੇ ਦਾ ਵਿਰੋਧ ਕਰਨਾ ਤੇ ਗੁਰਬਾਣੀ ਦੇ ਵਿੱਚੋਂ ਕਿਸ ਤਰ੍ਹਾਂ ਕਰਨਾ, ਉਸ ਧੜੇ ਨੂੰ ਪ੍ਰਮੋਟ ਕਰਨਾ ਤੇ ਗੁਰਬਾਣੀ ਵਿੱਚੋਂ ਕਿਵੇਂ ਪ੍ਰਮੋਟ ਕਰਨਾ, ਉਹ ਜਿਹੜੀ ਕਾਨਫਲਿਕਟ ਚੱਲ ਪੈਂਦਾ ਉੱਥੇ ਫਿਰ। ਤੇ ਇਸ ਕਰਕੇ 100% ਉਹ ਬੰਦਾ ਇੰਨਾ ਕੋਈ ਰਿਲਾਇਬਲ ਨਹੀਂ ਹੈਗਾ ਮੇਰੇ ਹਿਸਾਬ ਦੇ ਨਾਲ। ਠੀਕ ਹੈ ਜੀ, ਹੁਣ ਤੇ ਵੈਸੇ ਬਜ਼ੁਰਗ ਬਹੁਤ ਹੈ ਹਾਂਜੀ, ਤੁਹਾਡਾ ਕੀ ਖਿਆਲ ਗਿਆਨੀ ਧਰਮ ਸਿੰਘ ਜੀ ਇਸ ਬਾਬਤ? ਵੀਰ ਜੀ ਨੇ, ਸੁੱਚਾ ਸਿੰਘ ਜੀ ਹੋਰਾਂ ਨੇ ਬੜਾ ਸੋਹਣਾ ਦੱਸਿਆ, ਸਾਰੇ ਡਾਕਟਰ ਵਾਸੂ ਜੀ ਨੇ ਵੀ, ਇਹ ਅਸਲੀ ਮਸਲਾ ਤੇ ਗੁਰਮਤ ਤੋਂ ਟੁੱਟਣ ਦਾ ਹੀ ਆ, ਗੁਰੂ ਦੇ ਸਿਧਾਂਤ ਨਾਲੋਂ ਟੁੱਟਣ ਦਾ ਆ, ਗੁਰਮਤ ਦੀ ਜਿਹੜੀ ਸਿੱਖਿਆ ਉਹਦੇ ਤੋਂ ਟੁੱਟਣ ਦਾ ਆ। ਤੇ ਜਿਹੜਾ ਅੱਜ ਵੀ ਫਿਰ ਗੱਲ ਉੱਥੇ ਹੀ ਆਉਂਦੀ ਆ ਕਿ ਜੇ ਫੈਸਲਾ ਜਿਹੜਾ ਆ ਰਾਮ ਰਾਈਆਂ ਨੇ, ਧੀਰ ਮੱਲੀਆਂ ਨੇ ਇਹੋ ਜਿਹੇ ਕਰਨਾ ਹੋਵੇ ਤੇ ਫਿਰ ਤੇ ਨਹੀਂ ਹੋ ਸਕਦਾ। ਪਰ ਜੇ ਸਮੁੱਚੇ ਰੂਪ ਚ ਸਾਰਾ ਪੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਆਗੂ ਮੰਨ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਸਮਝ ਕੇ ਤੇ ਉਹਦੇ ਅਨੁਸਾਰ ਚੱਲਣ ਲੱਗ ਜਾਏ, ਤੇ ਫਿਰ ਉਹਦੇ ਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਏਕਤਾ ਦੇ ਵਿੱਚ ਆਉਂਦੀ ਉਹ ਹਉਮੈ ਆ। ਤੇ ਗੁਰਬਾਣੀ ਜਿਹੜੀ ਆ ਉਹ ਸਾਨੂੰ ਹਉਮੈ ਤੋਂ ਹੀ ਰੋਕਦੀ ਆ ਤੇ ਗੁਰਮਤ ਦੇ ਚਾਨਣ ਦੇ ਵਿੱਚ ਚੱਲਣ ਦਾ। ਹੁਣ ਅੱਜ ਅਸੀਂ ਦੇਖਦੇ ਹਾਂ ਕਿ ਬਾਣੀ ਪੜ੍ਹਨ ਵਾਲਾ ਮਨੁੱਖ ਜਿਹੜਾ ਆ, ਜਿੰਨਾ ਪੜ੍ਹੂਗਾ, ਜਿੰਨਾ ਸਮਝੂਗਾ, ਜਿੰਨਾ ਉਹਨੂੰ ਆਪਣੇ ਜੀਵਨ 'ਚ ਧਾਰਨ ਕਰੂ,
ਉਹਦੇ ਅੰਦਰੋਂ ਖਾਤਮਾ ਕਿਹੜੀ ਚੀਜ਼ ਦਾ ਹੋਊਗਾ? ਵਿਕਾਰਾਂ ਦਾ ਹੋਏਗਾ। ਉਹਦੇ ਅੰਦਰੋਂ ਹਉਮੈ ਜਿਹੜੀ ਖਤਮ ਹੋਊਗੀ। ਪਰ ਜੇ ਬਾਣੀ ਪੜ੍ਹਨ ਦੇ ਨਾਮ ਤੇ, ਸਿਮਰਨ ਕਰਨ ਦੇ ਨਾਮ ਤੇ ਬੰਦਾ ਮੱਥਾ ਟਿਕਾਉਣ ਲੱਗ ਜਾਏ ਤੇ ਆਪਣੀ ਵੱਖਰੀ ਗੱਦੀ ਲਾ ਕੇ ਸ਼ੁਰੂ ਕਰ ਲਵੇ, ਤੇ ਇਹ ਤੇ ਫਿਰ ਇਹੋ ਸਮਝਣਾ ਪਊਗਾ ਕਿ ਉਹ ਪਖੰਡ ਕਰ ਰਿਹਾ, ਉਹਦੇ ਅੰਦਰ ਗੁਰਮਤ ਦੀ ਹੈ ਨਹੀਂ ਕੋਈ ਗੱਲ। ਡਾਕਟਰ ਬਾਸੂ, ਤੁਹਾਡਾ ਕੀ ਖਿਆਲ ਹੈ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਦੀ ਜਿਹੜੀ ਸਿਚੁਏਸ਼ਨ ਹੈ ਤੇ ਹੁਣ ਜਿਹੜਾ ਚੀਜ਼ਾਂ ਚੱਲ ਰਹੀਆਂ ਨੇ? ਗੱਲ ਜੀ ਇਹ ਤੇ ਸਾਰਾ ਜਿਹੜੀ ਇਹ ਪੁਜਾਰੀਵਾਦ ਜਿਹੜਾ ਹੈ ਨਾ, ਇਹ ਇੱਕ ਤਾਂ ਰਾਜਿਆਂ ਤੋਂ ਸਾਨੂੰ ਖਤਰਾ ਹੁੰਦਾ ਹੈ, ਇੱਕ ਧਾਰਮਿਕ ਪੁਜਾਰੀਆਂ ਤੋਂ ਖਤਰਾ ਹੁੰਦਾ ਹੈ। ਜਿਹੜੇ ਲੋਕ ਜਿਹੜੇ ਨੇ ਛੇਕਣ ਤੇ ਲੱਗ ਜਾਂਦੇ ਨੇ। ਛੇਕਣਾ ਜਿਹੜਾ ਗੁਰਮਤ ਦੇ ਵਿਰੋਧ ਹੈ। ਸਾਡਾ ਗੁਰਮਤ ਤੇ ਸਾਰਿਆਂ ਨੂੰ ਮਿਲਾਉਣ ਲਈ ਬਣੀ ਹੈ। ਜੋ ਸਭ ਸੇ ਲਏ ਮਿਲਾਏ ਜੀ, ਗੁਰੂ ਮਿਲਾਨ ਤੇ ਤੁਰਿਆ ਸੀ। ਉਹਨਾਂ ਸਿੱਖਿਆਵਾਂ, ਉਹਨਾਂ ਜਿਹੜੀਆਂ ਸੰਸਥਾਵਾਂ ਨੂੰ ਆਪਣੀ ਖੁਦਗਰਜ਼ੀ ਲਈ ਛੇਕਣ ਤੇ ਲਾਤਾ। ਇਹ ਸਾਰਾ ਜਿਹੜਾ ਗੱਲ ਬਣੀ ਹੈ, ਇਹ ਜਿੱਦਾਂ ਗਿਆਨੀ ਧਰਮ ਸਿੰਘ ਜੀ ਕਹਿ ਰਹੇ ਨੇ, ਗੁਰਮਤ ਨਾਲੋਂ ਟੁੱਟਣ ਕਰਕੇ ਹੈ। ਇਹ ਸਾਰਾ ਪਰਸਨੈਲਿਟੀਆਂ ਨਾਲ ਜੁੜਨ ਕਰਕੇ ਹੈ। ਇਹ ਜਿਹੜੀਆਂ ਦੇਹਾਂ, ਜਿਹੜਾ ਚਿਹਰਾ, ਅੱਜ ਕੱਲ੍ਹ ਸਾਰੇ ਕਹਿੰਦੇ ਨੇ ਤੁਹਾਡੀ ਪਾਰਟੀ ਦਾ ਚਿਹਰਾ ਕਿਹੜਾ ਹੈ। ਸਭ ਤੋਂ ਜ਼ਿਆਦਾ ਨੁਕਸ ਇਹ ਹੈ ਕਿ ਤੁਹਾਡੀ ਪਾਰਟੀ ਦਾ ਚਿਹਰਾ ਕਿਹੜਾ ਹੈ। ਲੋਕੀ ਪਹਿਲੇ ਪ੍ਰੋਗਰਾਮ ਦੇਖਦੇ ਸਨ ਪਾਰਟੀਆਂ ਦਾ। ਉਹ ਪ੍ਰੋਗਰਾਮ ਵਿੱਚ ਜਿਹੜੀ ਖੁਸ਼ਹਾਲੀ ਹੁੰਦੀ ਸੀ ਜਨਤਾ ਦੀ, ਲੋਕਾਂ ਦੀ ਵੈਲਫੇਅਰ ਸਟੇਟ ਦੀ, ਅੱਜ ਕੱਲ੍ਹ ਵੇਖਦੇ ਨੇ ਚਿਹਰਾ ਕੀ ਹੈ। ਇਸ ਕਰਕੇ ਸਮੇਂ ਦੀਆਂ ਜਿਹੜੀਆਂ ਕੀਮਤਾਂ ਨੇ, ਇਹਨਾਂ ਨੂੰ ਬਿਲਕੁਲ ਉਲਟ ਹੋ ਚੁੱਕੀਆਂ ਨੇ। ਇਹਨਾਂ ਨੂੰ ਗੁਰਮਤ ਵੱਲ ਲਿਆਉਣਾ ਪਏਗਾ। ਔਰ ਇਹ ਜਿਹੜੀਆਂ ਦੇਹਾਂ ਹਨ, ਸ਼ਖਸੀਅਤਾਂ ਹਨ, ਇਹਨਾਂ ਤੋਂ ਸਾਨੂੰ ਪਾਰ ਜਾਣਾ ਪਏਗਾ। ਗੱਲ ਇਹ ਵੀ ਇਹ ਜਿਹੜੀ ਧਰਮ ਹੈ ਨਾ, ਇਹ ਇੱਕ ਨਿਹੰਗੀ ਸਪਿਰਿਟ ਹੁੰਦੀ ਹੈ। ਇਹ ਨਿਹੰਗੀ ਸਪਿਰਿਟ ਦਾ ਨਾਂ ਹੈ। ਇਹ ਧਰਮ ਜਿਹੜਾ ਹੈ, ਇਹ ਸੱਚਾਈ ਦਾ ਨਾਂ ਹੈ। ਤੇ ਸੱਚਾਈ ਥਾਂ ਥਾਂ ਦੇ ਜਿੱਥੇ ਝੂਠ ਆਖਾਂ ਦੇ ਕੁਝ ਬਚਦਾ ਹੈ, ਸੱਚ ਆਖਿਆ ਭਾਂਬੜ ਮਚਦਾ ਹੈ। ਇਹ ਭਾਂਬੜ ਮਚਾਉਣ ਵਾਲੀ ਗੱਲ ਹੈ। ਗੁਰੂਆਂ ਨੇ ਭਾਂਬੜ ਹੀ ਮਚਾਏ ਸਨ, ਹੋਰ ਗੁਰੂਆਂ ਨੇ ਕੁਝ ਨਹੀਂ ਕੀਤਾ। ਉਹਨਾਂ ਸੱਚੇ ਹੀ ਕਿਹਾ ਸੀ ਵੀ ਆਹ ਜ਼ਾਲਮ ਹੈ, ਇਹਦਾ ਖਾਤਮਾ ਕਰਨਾ ਹੈ। ਗੁਰੂ ਗੋਬਿੰਦ ਸਿੰਘ ਦੀ ਸਾਰੀ ਫਿਲਾਸਫੀ ਜਿਹੜੀ ਹੈ, ਯਾਹੀ ਕਾਜ ਤਰਾਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ, ਧਰਮ ਚਲਾਵਨ ਸੰਤ ਪਾਰਨ, ਦੁਸ਼ਟ ਸਭਨ ਕੋ ਮੂਲ ਪਾਰਨ। ਉਹਦੇ ਦੁਸ਼ਟਾਂ ਦੀ ਪਛਾਣ ਕਿਹਨੇ ਕਰਨੀ ਹੈ? ਉਹ ਪਿਓਰ ਆਤਮਾ ਕਰੇਗੀ, ਜਿਹੜੀ ਕਿ ਇਹਨਾਂ ਪਰਸਨੈਲਿਟੀਆਂ ਦੇ ਚੱਕਰ ਚੋਂ ਆਜ਼ਾਦ ਹੈ। ਇਹ ਦਰਅਸਲ ਗੱਲ ਫਿਰ ਇਹ ਆ, ਯਾਨੀ ਕਿ ਗੁਰਬਾਣੀ ਤੇ ਗੁਰੂ ਕੀ ਆਖਦਾ। ਮੈਨੂੰ, ਮੈਂ ਵਿਦਿਆਰਥੀ ਹਾਂ ਗੁਰੂ ਦਾ, ਮੈਨੂੰ ਗੁਰੂ ਕੀ ਕਹਿੰਦਾ, ਗੁਰਬਾਣੀ ਕੀ ਕਹਿੰਦੀ। ਜਦੋਂ ਅਸੀਂ ਏਦਾਂ ਚੱਲਾਂਗੇ ਨਾ, ਫਿਰ ਗੱਲ ਬਣੇਗੀ। ਥੈਂਕ ਯੂ। ਵੀ ਆਰ ਲੱਕੀ ਕਿ ਸਾਡਾ ਐਵਰੀ ਮੰਡੇ ਵੀ ਆ ਗਿਆਨੀ ਸੁੱਚਾ ਸਿੰਘ ਜੀ ਸਾਨੂੰ ਇਹ ਗੁਰਬਾਣੀ ਦੇ ਅਰਥ ਸਮਝਾਉਂਦੇ ਨੇ। bunch of people gather together ਤੇ ਇਹਨਾਂ ਦੇ ਨਾਲ ਲਰਨ ਕਰੀਦੀ ਹੈ ਵੀ ਗੁਰਬਾਣੀ ਤੋਂ ਸਾਨੂੰ ਸੇਧ, ਆਪਣੇ ਜੀਵਨ ਲਈ ਕੀ ਸੇਧ ਮਿਲਦੀ ਹੈ। ਆਈ ਥਿੰਕ ਵੀ ਨੀਡ ਮੋਰ ਆਰਗੇਨਾਈਜੇਸ਼ਨ, ਇਹੋ ਜਿਹੇ ਗਰੁੱਪ ਸਾਨੂੰ ਹੋਰ ਬਣਾਉਣ ਦੀ ਲੋੜ ਹੈ, ਜਿਨ੍ਹਾਂ ਦੇ ਵਿੱਚ ਕਿ ਗੁਰਸ਼ਬਦ ਵਿਚਾਰ ਜਿਹੜੀ ਆ ਲੋਕਾਂ ਤਾਈਂ ਪਹੁੰਚ ਸਕੇ। ਤੇ ਇਹ ਜਿਹੜੇ ਇਸ ਤਰ੍ਹਾਂ ਦੇ ਸਟੱਡੀ ਸਰਕਲ ਨੇ, ਇਸ ਤਰ੍ਹਾਂ ਦੇ ਜਿਹੜੇ ਗੁਰਬਾਣੀ ਵਿਚਾਰ ਸਰਕਲ ਨੇ, ਇਹ ਹੌਲੀ ਹੌਲੀ ਸਾਡਾ ਜਿਹੜਾ ਜੀਵਨ ਦਾ ਜਿਹੜਾ ਹੈਗਾ ਮਿਆਰ ਉਹਨੂੰ ਉੱਚਾ ਕਰ ਸਕਦੇ ਨੇ ਤੇ ਅਗਾਂਹ ਅਸੀਂ ਫਿਰ ਆਪਣੇ ਜੀਵਨ ਨੂੰ ਸੁਧਾਰ ਸਕਦੇ ਹਾਂ। ਤੇ ਫਿਰ ਸਾਡੇ ਗੁਰਮਤ ਦੀ ਰੋਸ਼ਨੀ ਦੇ ਵਿੱਚ ਅਸੀਂ ਇਕੱਠੇ ਹੋ ਸਕਦੇ ਹਾਂ। ਜਿਵੇਂ ਅਸੀਂ ਰੋਜ਼ ਪੜ੍ਹਦੇ ਹਾਂ ਕਿ ਵੀ ਖੁਆਰ ਹੋਏ ਸਾ ਮਿਲਾਂਗੇ, ਬੱਚੇ ਸ਼ਰਨ ਹੋਏ, ਨਹੀਂ ਤਾਂ ਫਿਰ ਐਵੇਂ ਗੱਲਾਂ 'ਚ ਹੀ ਗੱਲ ਰਹਿ ਜੂਗੀ ਜੇ ਅਸੀਂ ਨਹੀਂ ਕਰਾਂਗੇ। ਈਵਨ ਸਾਡੇ ਜਿਹੜੇ ਤਰੁੱਟੀਆਂ ਪੈ ਗਈਆਂ ਨੇ, ਜਿਵੇਂ ਅਸੀਂ ਗੁਰੂ ਸਾਹਿਬ ਨੇ ਤੇ ਆਪ ਗੁਰੂ ਐਡ ਕਰਨਾ ਚਾਹਾਂਗਾ, ਗੁਰੂ ਅਮਰਦਾਸ ਸਾਹਿਬ ਨੇ ਕਿਹਾ ਕਿ ਮੇਰੇ ਦਰਸ਼ਨ ਚੋਂ ਤੁਹਾਨੂੰ ਕੁਝ ਨਹੀਂ ਲੱਭਣਾ। ਸੰਗਤ ਨੂੰ ਕਿਹਾ ਮੇਰੇ ਦਰਸ਼ਨ ਨਾ ਕਰਨਾ। ਸਤਿਗੁਰੂ ਨੂੰ ਸਭ ਕੁਝ ਦੇਖਦਾ, ਚੇਤਾ ਸਗਲ ਸੰਸਾਰ ਡਿੱਠੇ ਮੁਕਤ ਨਾ ਹੋਵੇ, ਜ਼ਿਕਰ ਸ਼ਬਦ ਨਾ ਕਰੇ ਵਿਚਾਰ। ਹੁਣ ਗੁਰਸ਼ਬਦ ਦੀ ਵਿਚਾਰ ਨੇ ਤੁਹਾਨੂੰ ਚੇਂਜ ਕਰਨਾ। ਅਸੀਂ ਦਰਸ਼ਨਾਂ ਦੇ ਮਗਰ ਚੱਲ ਜਾਂਦੇ ਹਾਂ, ਪਰਸਨੈਲਿਟੀਆਂ ਦੇ ਦਰਸ਼ਨ ਕਰਨ ਚਲੇ ਜਾਂਦੇ ਹਾਂ। ਉਹ ਜਿਹੜਾ ਸ਼ਬਦ ਦੀ ਵਿਚਾਰ ਹੈ, ਜਿਹਨੇ ਅੰਦਰ ਕੱਟਣਾ ਸਾਡਾ, ਉਹ ਗੁਰੂ ਸਾਹਿਬ ਨੇ ਹਮੇਸ਼ਾ ਸ਼ਬਦ ਦੀ ਵਿਚਾਰ ਤੇ ਰੱਖਿਆ, ਤਾਂ ਹੀ ਸ਼ਬਦ ਗੁਰੂ ਕਿਹਾ ਗਿਆ। That's right, exactly। ਤਾਂ ਹੀ ਉਹ ਸਿੱਖਿਆ ਗੁਰ ਵਿਚਾਰ ਹੈ ਜੀ। ਤੇ ਉਹ ਜਿਹੜਾ ਵਿਚਾਰ ਦਾ ਐਲੀਮੈਂਟ ਉਹ ਨਿਕਲੀ ਜਾਂਦਾ। ਜ਼ਿਆਦਾ ਅਸੀਂ ਕੀਰਤਨ ਕਰੀ ਗਏ, ਜਾਂ ਲੰਗਰ ਛਕਾਈ ਗਏ, ਜਾਂ ਅਸੀਂ ਅਖੰਡ ਪਾਠ ਕਰ ਲਏ, ਇਹੋ ਜਿਹੀਆਂ ਚੀਜ਼ਾਂ 'ਚ ਪੈ ਗਏ ਆ ਤੇ ਅਸੀਂ ਵਿਚਾਰ ਦਾ ਜਿਹੜਾ ਕੰਪੋਨੈਂਟ ਆ ਉਹਦੇ ਤੋਂ ਦੂਰ ਚਲੇ ਗਏ। ਇੱਕ ਡਾਕਟਰ ਜੋਤ ਸਿੰਘ ਹੋਏ ਨੇ ਪਟਿਆਲਾ ਯੂਨੀਵਰਸਿਟੀ ਦੇ, ਡਾਕਟਰ ਜੋਤ ਸਿੰਘ, ਹਾਂਜੀ, ਕਹਿੰਦੇ ਹੋਣੇ ਮੇਰੀ ਕੀ ਹੋ ਗਿਆ। ਅਸੀਂ ਕਿਹਾ ਕੀ ਹੋ ਗਿਆ ਜੀ? ਉਹ
ਉਹ ਕਹਿੰਦੇ 16 ਘੰਟੇ ਕੀਰਤਨੀ ਕਰੀ ਜਾਂਦੇ। ਉਹ 16 ਘੰਟੇ ਵਿਚਾਰ ਕਰੋ ਗੁਰਬਾਣੀ ਦੀ। ਕਹਿੰਦੇ ਮੇਰੀ ਕੌਮ ਨੂੰ ਕੀ ਹੋ ਗਿਆ, ਇਹ ਗਾਈ ਜਾਂਦੇ ਨੇ। ਉਹ ਸਵਾਲ ਇਹ ਹੈ ਬਈ ਵਿਚਾਰ ਜਿਹੜੇ ਨੇ, ਜਦ ਤੱਕ ਜੀਵਨ 'ਚ ਇਨਕਲਾਬ ਨਹੀਂ ਆਉਂਦਾ। ਗੁਰੂ ਨੇ ਸਿੱਖੀ ਦਾ, ਧਰਮ ਦਾ ਮਤਲਬ ਹੈ ਇਨਕਲਾਬ ਲਿਆਉਣਾ, ਵਿਚਾਰਾਂ ਨੂੰ ਪਲਟਾ ਦੇਣਾ, ਕਾਇਆ ਕਲਬ ਕਰਨਾ। ਬੰਦੇ ਦਾ ਜਿਹੜਾ, ਮਨੁੱਖ ਦਾ ਜਿਹੜਾ ਜਾਨਵਰਪੁਣਾ ਹੈ, ਮਨੁੱਖ ਦਾ ਜਿਹੜਾ ਪਾਸ਼ਵਿਕ ਪ੍ਰਵਿਰਤੀਆਂ ਨੇ, ਉਹਨੂੰ ਕੱਟ ਕੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮਨੁੱਖ ਤੋਂ ਡਿਵਾਈਨ ਤੇ ਬਣਦਾ ਹੀ ਕੋਈ ਨਹੀਂ। ਮਨੁੱਖ ਰਹਿੰਦਾ ਤੇ ਉਹੀ ਕਾਮ ਕਰੋ ਲੋ ਮੁਝ ਕਮਾਵੇ ਬਹੁਤ ਉਠਾਵੇ ਭਾਰੋ। ਮਨੁੱਖ ਜਦ ਤੱਕ ਚੇਂਜ ਨਹੀਂ ਹੁੰਦਾ ਤਦ ਤੱਕ ਧਰਮ ਜਿਹੜਾ ਹੈ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਮਨੁੱਖ। Yeah, that's true. ਅੱਛਾ, ਟਾਈਮ ਸਾਡਾ ਨਿਕਲ ਰਿਹਾ। ਪਾਟਿਆ ਸਾਹਿਬ, ਤੁਸੀਂ ਕੋਈ ਗੱਲ ਨਹੀਂ ਕੀਤੀ ਹਲੇ ਤਾਈਂ। ਆਪਣੇ ਆਪ ਨੂੰ ਅਨਮਿਊਟ ਕਰੋ ਤੇ what would you like to say in the light of this discussion? ਪਾਟਿਆ ਸਾਹਿਬ, are you there? ਅੱਛਾ, ਆਪਣੇ ਬਜਿੰਦਰਾ ਸਿੰਘ ਜੀ, ਤੁਸੀਂ ਆਪਣੇ ਕੋਈ ਵਿਚਾਰ ਪੇਸ਼ ਕਰਨਾ ਹੋਵੇ? जी बहुत अच्छा था, बड़ा अच्छा लग रहा है मुझे। मैं तो बड़ा आनंद आ रहा है, मेरा ज्ञानवर्धन हो रहा है। और आप लोगों ने जो एक बात मुझे ये कहनी थी, जो आप लोगों ने इतिहास की बात कही है, और अगर इतिहास में गप शास्त्र लिखा हो, झूठी, देखिए इस देश में मुट्ठी भर लोगों के हाथ में शिक्षा रही है। जो चाहा उन्होंने इतिहास लिखा है, जो चाहा नष्ट किया उन्होंने। तो अगर इतिहास आप झूठा पढ़ रहे हैं, इतिहास पढ़ा जाता है बीमारी के डायग्नोज करने के लिए, इतिहास कंफ्यूज होने के लिए नहीं पढ़ा जाता। अभी कल परसों की बात है, 1836 तक अंग्रेजों को भी ये पता नहीं था कि गौतम बुद्ध विष्णु का अवतार नहीं, इतिहास पुरुष है। जब प्रिंसेप ने उसको पढ़ा, उस खंबे को, ब्रह्मी लिपि को, तब ये पता चला कि ये इन्होंने झूठ कह रखा है कि जो है गौतम बुद्ध विष्णु का अवतार है। और मतलब इस तरह की तमाम झूठी बातें अगर इतिहास में लिख दी हैं तो चेले तो गुमराह हो जाएंगे। और नतीजा फिर क्या होता है, हो रहा है सत्संग और हर तरह का झूठ बोला जा रहा है। तो मेरा ये कहना है, देखिए आप कहते हैं मीरी और पीरी, तो एक कहते हैं नाम, एक कहते हैं काम, एक कहते हैं दुनियादारी और एक कहते हैं अध्यात्म। अध्यात्म जो है व्यक्ति को ठीक करता है। अध्यात्म दुष्टों को पहले तो दुष्ट बनने ही नहीं देता हो, और अगर दुष्ट बन भी जाए तो फिर मीरी का काम होता है कि मीरी उसको ठीक करे, उसका इलाज करे, उसका दलन करे दुष्ट का। तो ये जो पीरी है, ये व्यक्ति को सुधारने का मामला है। पीरी जो है वो व्यक्ति को सुधारने का मामला है, और मेरी व्यवस्था को सुधारने का मामला है, ऐसा मैं समझता हूँ। अब अगर पीरी में गुरु साहिबान ने कहा है, जो शब्द है, शब्द गुरु और सुरत चेला, ऐसा ही कहा है ना गुरु साहिबान ने, शब्द गुरु सुरत चेला। और फिर ये भी सावधान किया है कबीर जैसे संतों ने कि शब्द गुरु को कीजिए गुरुआ बड़े लवार, और अपने अपने स्वार्थ को ठौर ठौर बटमार। तो गुरु किया है देह का, सतगुरु चीना ना है। हम गुरु को क्या समझ रहे हैं, गुरु के शरीर को देख रहे हैं, दाढ़ी मूछें देख रहे हैं उसकी। गुरु का सिद्धांत क्या है, गुरु का विचार क्या है। अब 1300-1400 पन्ने में गुरुवाणी है, लेकिन उसका सार जो है सतनाम में है। अगर सत्य नहीं है तो कुछ भी नहीं है, ऐसा ही है मेरे ख्याल से, मैं गलत नहीं कह रहा। सत्यनाम, और सत्यनाम का सत्य नहीं है। सत्य चाहे वो ईसाईयत हो, मुसलमान हो, कोई भी हो, जो सत्य बोल रहा है वो स्वीकार है, और जो सत्य नहीं बोल रहा है वो अधर्म है, धर्म नहीं है। तो सत्य में हमेशा, चाहे वो देखिए लीडरशिप होती है, चाहे मीरी की लीडरशिप हो, चाहे पीरी की लीडरशिप हो, और लीडरशिप से उम्मीद की जाती है आदमी को कि अच्छा आदमी बनेगा, भला आदमी बनेगा, अच्छे सद्गुणों को पैदा किया जाए। और उसमें इसीलिए दोनों का काम न्याय देना है, प्रेम का मार्ग है, सत्य का मार्ग है। लेकिन अब धर्म के नाम पर ऐसे ही चल रहा है। मुझे बड़ा अच्छा लगा सच्चा सिंह साहब ने कहा कि भाई पंच प्यारे डिसीजन लेते हैं, एक तानाशाह कोई नहीं होता, धर्म का मामला है, निर्णय लेते हैं, पंच प्यारे लेते हैं, पंच परमेश्वर हैं। तो ये सिक्खी में बहुत बड़ी बात है, और सत्य सर्वोपरि है।
सत्य नाम, इसीलिए कबीर ने तो कहा है कि सत्य नाम जाना नहीं, लागी मोटी खोर। मोटी खोर कहते हैं किसी की आह लगी हुई है, हाय लगी है किसी की। सत्य नाम को सही सत्य नाम का अर्थ नहीं समझा। शब्द जो है गुरबाणी, तो जब 1300-1400 पन्ने में है, तो उसका जो इतिहास है, उसका जो सिद्धांत है, वो सिद्धांत मुश्किल से आधे पन्ने में आ जाएगा। सिद्धांत को अगर नहीं जाना और शब्दों में अगर हम उलझ गए, तो भाई अगर हम 5 पन्ने का कोई ऐसे ही पढ़ते हैं तो कंफ्यूज हो जाते हैं। तो पहली बात है सिद्धांत को जानना, सिद्धांत के बाद में दूसरी बात है ज्ञान, जो गुरुवाणी का ज्ञान है, और तीसरी बात है उसका आचरण करना। मैं तो इतना ही समझाऊं, सब आप लोग ज्ञानी लोग हैं, आपके सामने ज्यादा बोलना नहीं चाहिए मुझे। Thank you for sharing your thoughts. Beautiful. Patel साहब, are you able to? हाँ जी, मैं ड्राइव कर रहा, लेकिन अंधेरा हैगा, लेकिन मैं सुना है सारा कुछ बहुत सारा, तो मैं ग्रुप में सीखा, तो आई कुड नॉट पार्टिसिपेट। लेकिन मुक्ति ये है कि जो है जब तक उसका कुछ सोर्स ऑथेंटिक नहीं होएगा तो करेक्ट भी नहीं कर सकते। तो जो है सो है, वी कांट चेंज इट। क्वेश्चन इज पास इज पास, जो वक्त निकल गया वो वक्त निकल गया। सवाल तो है हम करना की है, व्हाट इज आवर डिसीजन टुडे एंड फॉर टुमारो। जैसा जिंदर सिंह ने किया, बीसी ने किया, डॉक्टर साहब ने किया, भाई साहब सुचा सिंह ने किया हैगा कि सानू जो लॉजिकल फैसले करने हैं, वो फैसले साडे फंडामेंटल प्रिंसिपल से होने चाहिए, ना कि पर्चियां पा के। पर्चियां पाना कोई फैसला नहीं होता, इट्स इनकॉम्पिटेंस, failure to take good decision when you cannot do पर्चियां सारा साहब ये बैकवर्ड लोगों का तरीका हैगा। उसने की होया, कितना होया, इट्स अ मैटर ऑफ गेस। So we have to believe whatever we know, but we have going forward, we have to correct our ways based on principles, और जो सिद्धांत है उनका साथ को सारे फैसले ਜਿਹੜੇ ਨੇ ठीक होने चाहिए ने। साडा जो मेजर प्रॉब्लम साडी की हो गई है कि ਅਸੀਂ ਮੀਰੀ ਤੇ ਬਹੁਤ ਜ਼ਿਆਦਾ ਜ਼ੋਰ ਦੇ ਬੈਠੇ ਆ, ਔਰ ਪੀਰੀ ਨੂੰ ਸੁਧਾਰਨ ਵਾਸਤੇ ਅਸੀਂ ਕੁਝ ਉਪਰਾਲਾ ਨਹੀਂ ਕਰ ਰਹੇ ਆ। ਤਾਂ ਹੀ ਅਸੀਂ ਵੰਡੇ ਗਏ ਆ, ਕਿਉਂਕਿ 14 ਪੁਣੇ ਕੁਰਸੀਆਂ ਵਾਸਤੇ ਅਸੀਂ ਲੜਾਈਆਂ ਪੜਾਈਆਂ ਕਰਦੇ ਆ, ਔਰ ਇਸ ਵਾਸਤੇ ਸਾਰੀ ਕੌਮ ਦਾ ਨੁਕਸਾਨ ਹੋ ਰਿਹਾ। ਔਰ ਉਸ ਨੂੰ ਸੋਚਣਾ ਹੈ, ਪੀਰੀ ਨੂੰ ਅੱਗੇ ਲਿਆਉਣਾ ਹੈ, ਪੀਰੀ ਜਿਹੜੀ ਹੈ ਉਹ ਸੈਕੰਡਰੀ। ਇਹ ਮੇਰਾ ਵਿਚਾਰ ਹੈ। ਉਹ ਬਾਕੀ ਆਪ ਲੋਕ ਜੀ ਲਿਖਿਆ ਹੈ, ਬੜੇ 3-4 ਹੋ, ਮੈਂ ਇੰਨਾ ਹੀ ਚਾਹੁੰਦਾ। ਭਾਈ Khalsa, Bhai Fateh, thank you for sharing, all of you, and I want to thank you all the participants as well as the audience in this. It was a very beautiful discussion. डॉक्टर कृपाल सिंह जी एक बात ऐड करना चाहता हूँ थोड़ी। Yes, please do. माता जी के बारे में बात हुई, माता सुंदरी के बारे में बात हुई, माता साहिब कौर के बारे में बात हुई। सिख धर्म के अंदर तकरीबन औरत को बराबर का मतलब दर्जा दिया गया, पर फिर भी मतलब किसी भी औरत का जन्मदिन या उसका मतलब लास्ट दिन नहीं मनाया जाता। इसके पीछे क्या कारण रहा होगा? क्योंकि जबकि बाबा बंदा सिंह बहादुर का मनाते हैं और सबका मनाते हैं तकरीबन, तो किसी औरत का, जबकि माता खीवी जी का नाम गुरबाणी के अंदर भी है, उसके बावजूद भी उनका जन्मदिन या उनका मरण दिन कोई नहीं मनाते। इसके पीछे क्या कारण रहा होगा? इसके पीछे थोड़ा आप भी विचार करें इसके ऊपर थोड़ा जी। Very good. Thank you. That's a good point. But when we are run out of time, so we will keep that in mind. Next time we will march into the area of missiles, but we'll take from here ਕਿ ਵੀ ਜਿਹੜਾ ਸਾਡੀ ਅੱਜ ਦੀ ਡਿਸਕਸ਼ਨ ਆ, ਇਥੋਂ ਸਾਨੂੰ ਕੀ ਸੇਧ ਮਿਲਦੀ ਆ ਤੇ ਕਿਵੇਂ ਟਰਾਂਸਲੇਟ ਹੋਈ ਮਿਸਲ ਪੀਰੀਅਡ ਦੇ ਵਿੱਚ, ਤੇ ਸਾਨੂੰ ਕੀ ਰੀਅਲੀ ਕਰਨਾ ਚਾਹੀਦਾ। ਕਿਉਂਕਿ ਆਫਟਰ ਆਲ ਸਾਡਾ ਜਿਹੜਾ ਗੁਰਬਾਣੀ ਸਾਡੀ ਮੇਨ ਆ, ਉਹਦੇ ਤੋਂ ਸਿਧਾਂਤ ਜਿਹੜੇ ਨੇ ਉਹਨਾਂ ਨੂੰ ਅੰਡਰਸਟੈਂਡ ਕਰਨ ਲਈ ਸਾਨੂੰ ਦ੍ਰਿਸ਼ਟਾਂਤ ਜਿਹੜੇ ਸਾਡੇ ਇਤਿਹਾਸ ਤੋਂ ਮਿਲਦੇ ਨੇ ਜਾਂ ਉਹਨਾਂ ਸੋਰਸਿਸ ਦੇ ਵਿੱਚੋਂ, ਉਹਨਾਂ ਨੂੰ ਲੈ ਕੇ ਅਸੀਂ ਕਿਵੇਂ ਗੁਰਬਾਣੀ ਦੀ ਜਿਹੜੀ ਅੰਡਰਸਟੈਂਡਿੰਗ ਵਧਾਈਏ, ਤੇ ਮੋਸਟ ਆਫ ਆਲ ਹਾਊ ਵੀ ਇੰਪਲੀਮੈਂਟ ਇਨ ਆਵਰ ਡੇਲੀ ਲਾਈਫ, ਕਿ ਸਾਡਾ ਜੀਵਨ ਵੀ ਚੰਗਾ ਬਣ ਸਕੇ ਤੇ ਸਾਡੀ ਜਿਹੜੀ ਪੰਥਕ ਸੋਚਣੀ ਉਹ ਵੀ ਅਗਾਂਹ ਵੱਧ ਸਕੇ। ਥੈਂਕ ਯੂ ਅਗੇਨ ਫॉर ਆਲ ਪਾਰਟਿਸਿਪੇਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।